ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ। ਜਿੰਨੀ ਵੀ ਸੰਗਤ ਦੂਰੋਂ ਨੇੜਿਓਂ ਸਾਰੇ ਮਿਡਲੈਂਡ ਦੇ ਗੁਰਦੁਆਰਾ ਸਾਹਿਬਾਨ ਤੋਂ ਆਪ ਜੀ ਪਹੁੰਚੇ ਹੋ, ਦਾਸ ਸਾਰਿਆਂ ਦਾ ਧੰਨਵਾਦ ਕਰਦਾ ਹੈ। ਜੀ ਆਇਆਂ ਨੂੰ ਜਿਨ੍ਹਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਬੇਨਤੀ ਨੂੰ ਪ੍ਰਵਾਨ ਕੀਤਾ। ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਅਸੀਂ ਕਿਸ ਵਾਸਤੇ ਆਏ ਹੋਏ ਹਾਂ। ਜੋ ਇੰਡੀਆ ਦੇ ਵਿੱਚ ਬਿਆਨਬਾਜ਼ੀ ਚੱਲ ਰਹੀ ਹੈ, ਉਸ ਦੇ ਸੰਬੰਧ ਵਿੱਚ ਸਾਰੀ ਸੰਗਤ ਸਾਡੇ ਕੋਲ ਪਹੁੰਚੀ ਹੋਈ ਹੈ। ਦਾਸ ਸਾਰਿਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿੱਚ ਆਣ ਕੇ ਆਪਣਾ ਯੋਗਦਾਨ ਪਾਇਆ ਹੈ। ਹੁਣ ਦਾਸ ਜ਼ਿਆਦਾ ਸਮਾਂ ਨਹੀਂ ਲਵੇਗਾ ਕਿਉਂਕਿ ਬਹੁਤ ਹੀ ਬੁਲਾਰੇ ਨੇ। ਸਭ ਤੋਂ ਪਹਿਲਾਂ ਦਾਸ ਬੇਨਤੀ ਕਰੇਗਾ ਭਾਈ ਕਪਤਾਨ ਸਿੰਘ ਜੀ, ਜੋ ਕਿ ਸਾਡੇ ਕੋਲ ਖੜ੍ਹੇ ਹਨ। ਦਾਸ ਉਹਨਾਂ ਨੂੰ ਬੇਨਤੀ ਕਰੇਗਾ ਕਿ ਉਹ ਆਪਣੀ ਜਿੰਨੇ ਵੀ ਪਤਵੰਤੇ ਸੱਜਣ ਆਏ ਨੇ ਉਹਨਾਂ ਦੇ ਨਾਮ ਦੱਸ ਕੇ ਉਹਨਾਂ ਨੂੰ ਬੁਲਾਰਿਆਂ ਨੂੰ ਸਟੇਜ 'ਤੇ ਜੋ ਵੀ ਸਮਾਂ ਦਿੱਤਾ ਜਾਵੇਗਾ ਉਹ ਆਪਣਾ ਵਿਚਾਰ ਆਪਣੇ ਰੱਖ ਸਕਦੇ ਹਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਖਾਲਸਾ ਸਿੰਘ ਜੀ ਦਾ, ਜਿਨ੍ਹਾਂ ਨੇ ਦਾਸ ਨੂੰ ਸਟੇਜ ਦੀ ਕਾਰਵਾਈ ਨਿਭਾਉਣ ਵਾਸਤੇ ਸਮਾਂ ਜਿਹੜਾ ਦਿੱਤਾ ਹੈ। ਸੋ ਆਪਾਂ ਸਾਰਿਆਂ ਨੂੰ ਪਤਾ ਹੈ ਅੱਜ ਇੱਥੇ ਮਿਡਲੈਂਡ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹ ਪਹੁੰਚੇ ਨੇ, ਔਰ ਤਕਰੀਬਨ ਹਮੇਸ਼ਾ ਹੀ ਇਹ ਗੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸੰਘਰਸ਼ ਚੱਲਿਆ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਆ ਜਾਂ ਕੋਈ ਬਿਆਨਬਾਜ਼ੀ ਹੋਈ ਆ, ਅਤੇ ਇੰਗਲੈਂਡ ਦੇ ਸਿੱਖਾਂ ਨੇ ਆਪਣੀ ਆਵਾਜ਼ ਜਿਹੜੀ ਬੁਲੰਦ ਕੀਤੀ ਹੈ। ਵੱਡੇ ਸੰਘਰਸ਼ ਜਿਹੜੇ ਨੇ ਉਹ ਇੰਗਲੈਂਡ ਤੋਂ ਹੋਏ ਨੇ ਪੁਰਾਤਨ ਸਮੇਂ ਤੋਂ ਲੈ ਕੇ। ਜੇ ਆਪਾਂ ਹੁਣ ਦੇ ਸੰਘਰਸ਼ਾਂ ਤੱਕ, ਕਿਸਾਨੀ ਮੋਰਚੇ ਤੱਕ, ਜਾਂ ਹੁਣ ਵੀ ਆਉਣ ਵਾਲੇ ਦਿਨਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੇ ਸੰਘਰਸ਼ ਚੱਲਦੇ ਨੇ ਤਾਂ ਉਹਦੇ ਵਿੱਚ ਇੰਗਲੈਂਡ ਪੰਜਾਬ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਸੰਘਰਸ਼ ਜਿਹੜਾ ਕਰੇਗਾ। ਸੋ ਅੱਜ ਜਿਹੜੀ ਇੱਥੇ ਇਕੱਤਰਤਾ ਹੋਈ ਆ ਸਮੂਹ ਗੁਰਦੁਆਰੇ ਸਾਹਿਬਾਨਾਂ ਦੀ, ਉਹ ਆਪਾਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਜਿਨ੍ਹਾਂ ਨੇ ਕਿ ਦਿੱਲੀ ਨੂੰ ਜਾਂਦਿਆਂ ਇੱਕ ਐਸੀ ਬਿਆਨਬਾਜ਼ੀ ਕੀਤੀ ਜਿਸ ਬਿਆਨਬਾਜ਼ੀ ਦੀ ਮੌਜੂਦਾ ਸਮੇਂ 'ਚ ਲੋੜ ਨਹੀਂ ਸੀ। ਕਈ ਵਾਰੀ ਇੱਦਾਂ ਹੁੰਦਾ। 1999 ਦੇ ਵਿੱਚ ਬਹੁਤ ਵੱਡਾ ਸੰਘਰਸ਼ ਅਤੇ ਬਹੁਤ ਵੱਡੀ ਲਹਿਰ ਅਤੇ ਰੋਹ ਸੀਗਾ, ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀਆਂ ਮੰਗਾਂ, ਪੰਜਾਬ ਦੇ ਮੁੱਦੇ ਅਤੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਜਾ ਸਕਦਾ ਸੀ। ਅਤੇ ਉਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਾਂਦਿਆਂ ਡੋਰ ਦੇ ਵਿੱਚ ਕਿਰਪਾਨ ਅੜਾ ਦਿੱਤੀ। ਕਈ ਗੱਲਾਂ ਹੁੰਦੀਆਂ ਅਸੀਂ ਬੋਲਦੇ ਨਹੀਂ, ਵੀ ਕਈ ਵਾਰੀ ਕਿਸੇ ਗੱਲ ਬੋਲਣ ਨਾਲ ਜੇ ਪੰਥ ਦਾ ਨੁਕਸਾਨ ਹੋਵੇ ਨਹੀਂ ਬੋਲਣੀ ਚਾਹੀਦੀ, ਪਰ ਜੇ ਸਮੇਂ ਸਿਰ ਫਿਰ ਇੰਨੇ ਸਮੇਂ ਬਾਅਦ ਜੇ ਤੁਹਾਨੂੰ ਪੰਜਾਬ ਦੀ ਗੱਲ ਜਾਂ ਮੁੱਦੇ ਚੁੱਕਣ ਦਾ ਤੁਹਾਡਾ ਜੇ ਸਮਾਂ ਆਇਆ, ਫਿਰ ਦਿੱਲੀ ਨੂੰ ਜਾਂਦਿਆਂ ਰਸਤੇ ਦੇ ਵਿੱਚ ਐਸੀ ਇੱਕ ਬਿਆਨਬਾਜ਼ੀ ਕਰ ਦਿੱਤੀ ਜੋ ਸ਼ਹੀਦ ਭਗਤ ਸਿੰਘ ਦੇ ਉੱਪਰ ਜਿਹੜਾ ਸਵਾਲ ਖੜਾ ਕਰ ਦਿੱਤਾ। ਆਸਤਕ ਨਾਸਤਕ ਇਹ ਵੱਖਰੇ ਇਸ਼ੂ ਨੇ। ਗੱਲ ਇਹ ਹੈ ਕਿ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਨੀ ਆ ਜਾਂ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ। ਅੱਜ ਪੰਜਾਬ ਦੇ ਮੁੱਦੇ ਬਹੁਤ ਨੇ, ਪਰ ਕਈ ਵਾਰੀ ਕੋਈ ਸਿਆਣਾ ਸੱਜਣ ਜੇ ਆਪਾਂ ਇਹ ਕਹਿ ਲਈਏ ਵੀ ਉਹ ਬਿਆਨਬਾਜ਼ੀ ਇੱਦਾਂ ਦੀ ਕਰ ਦੇਣ, ਤੇ ਫਿਰ ਪੰਥ ਨੂੰ ਸੁਹਿਰਦ ਸੱਜਣਾ ਨੂੰ ਸਿਰ ਜੋੜ ਕੇ ਵਿਚਾਰਨ ਦਾ ਜਿਹੜਾ ਹੈ ਉਹ ਸਮਾਂ ਬਣਦਾ ਹੈ। ਗੱਲ ਜਦੋਂ 1984 'ਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਟੈਕ ਹੋਇਆ, ਸਰਕਾਰਾਂ ਨਹੀਂ ਚਾਹੁੰਦੀਆਂ ਵੀ 84 ਦਾ ਕੋਈ ਨਿਸ਼ਾਨ ਰਵੇ, ਪਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਹੀਦੀ ਯਾਦਗਾਰ ਬਣਾਈ, ਔਰ ਬੜੀ ਜਦੋਜਹਿਦ ਦੀ ਉਹ ਜਿਹੜੀ ਸ਼ਹੀਦੀ ਯਾਦਗਾਰ ਬਣੀ। ਔਰ ਸਿਮਰਜੀਤ ਸਿੰਘ ਮਾਨ ਨੇ ਉਦੋਂ ਵੀ ਐਸਾ ਬਿਆਨ ਦੇਤਾ, ਕਹਿੰਦਾ ਸ਼ਹੀਦੀ ਯਾਦਗਾਰ ਮੈਂ ਆਪਣੇ ਹੱਥੀਂ ਢਾਊਂਗਾ। ਸਾਰੀ ਉਮਰ ਸੰਤਾਂ ਦਾ ਨਾਂ ਲੈਂਦਾ ਰਿਹਾ ਅਤੇ ਕਹਿੰਦਾ ਸ਼ਹੀਦੀ ਯਾਦਗਾਰ ਮੈਂ ਆਪਣੇ ਹੱਥੀਂ ਢਾਊਂਗਾ। ਉਹ ਸਮਝ ਤੋਂ ਪਰਾਂ ਵੀ ਐਸੇ ਬਿਆਨ ਕੋਈ ਬੰਦਾ ਦਿੰਦਾ ਕਿ ਜਾਂ ਬਿਆਨ ਦਵਾਏ ਜਾਂਦੇ ਨੇ। ਇਹ ਸੋਚਣ ਵਾਲੀਆਂ ਜਿਹੜੀਆਂ ਗੱਲਾਂ। ਅਤੇ ਜਦੋਂ
ਤਰਨਤਾਰਨ ਸਾਹਿਬ ਸੀਟ ਤੋਂ ਜਿਤਾਇਆ। ਜੇਲ੍ਹ ਦੇ ਵਿੱਚੋਂ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਤਿਕਾਰਯੋਗ ਸੰਤ ਜਰਨੈਲ ਸਿੰਘ ਹੁਣਾਂ ਦੇ ਫਾਦਰ, ਉਹਨਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਜਿਤਾ ਕੇ ਅੱਗੇ ਇਹਨਾਂ ਨੂੰ ਲਾਇਆ, ਕਾਰ ਤੱਕ ਦੀਆਂ ਚਾਬੀਆਂ ਵੀ ਫੜਾ ਦਿੱਤੀਆਂ। ਤੇ ਉਹ ਸਾਰੇ ਸੰਘਰਸ਼ ਨੂੰ ਇਹ ਕਿਹੜੇ ਬੰਨੇ ਨੂੰ ਜਿਹੜਾ ਮੋੜਾ ਕੱਟਿਆ ਗਿਆ, ਉਹ ਤੁਸੀਂ ਮੇਰੇ ਨਾਲੋਂ ਉਮਰ ਦੇ ਵਿੱਚ ਸਿਆਣੇ ਹੋ। ਮੈਂ ਤੇ ਪੜ੍ਹਿਆ ਵਾ, ਮੈਂ ਤੇ ਸੁਣਿਆ, ਤੁਸੀਂ ਉਹ ਹੰਢਾਇਆ, ਤੁਸੀਂ ਉਹ ਵੇਖਿਆ। ਹੁਣ ਵੇਖਣ ਨੂੰ ਇਸ ਤਰੀਕੇ ਦੇ ਨਾਲ ਲੱਗਦਾ, ਗੱਲ ਇਹ ਨਹੀਂ ਕਿ ਭਗਤ ਸਿੰਘ ਕੀ ਹੈ, ਗੱਲ ਇਹ ਹੈ ਵੀ ਇਹ ਗੱਲ ਘਵਾਈ ਕਿੱਥੋਂ ਜਾ ਰਹੀ ਆ। ਭਗਤ ਸਿੰਘ ਦੇ ਪਿੱਛੋਂ ਦੀ ਇਹ ਅਟੈਕ ਸੰਤਾਂ ਤੇ ਤਾਂ ਨਹੀਂ ਕੀਤਾ ਜਾ ਰਿਹਾ, ਕਿਉਂਕਿ ਹੁਣ ਆਵਾਜ਼ ਜਦੋਂ ਮੀਡੀਆ ਦੀ ਉੱਠਦੀ ਹੈ ਵੀ ਜਿਹੜਾ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ, ਤੁਸੀਂ ਕਹਿੰਦੇ ਸੋ ਸੰਤ ਉੱਥੇ ਆ, ਪਰ ਸੰਤਾਂ ਤੇ ਦੋਸ਼ ਕੋਈ ਸਾਬਤ ਨਹੀਂ ਹੋਇਆ। ਦੋਸ਼ ਲੱਗੇ, FIR ਹੋਈ, ਸੰਤ ਜੇਲ੍ਹ 'ਚ ਵੀ ਗਏ, ਪਰ ਭਾਰਤ ਦੀਆਂ ਏਜੰਸੀਆਂ ਤੇ ਸਰਕਾਰ ਦੋਸ਼ ਕੋਈ ਸਾਬਤ ਨਹੀਂ ਕਰ ਸਕੀ। ਕੀ ਇਹ ਸਾਡੇ ਸਿੱਖਾਂ ਦੇ ਥਰੂ ਚਿਹਰਿਆਂ ਦੇ ਥਰੂ ਭਗਤ ਸਿੰਘ ਦੇ ਪਿਛਲੇ ਬੰਨਿਆਂ ਦੀ ਅੱਜ ਹਰ ਸਿੱਖ ਮੀਡੀਆ ਤੇ ਕਹਿੰਦਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 92% 93% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਤੇ ਜੇ ਤੁਸੀਂ ਇਦਾਂ ਦੀ ਬਿਆਨਬਾਜ਼ੀ ਕਰੋਗੇ ਤੇ ਉਹ ਕੁਰਬਾਨੀਆਂ ਕਿੱਥੇ ਪਾਓਗੇ? ਸਰਦਾਰ ਊਧਮ ਸਿੰਘ ਨੂੰ ਕਿੱਥੇ ਰੱਖੋਗੇ? ਸਰਦਾਰ ਭਗਤ ਸਿੰਘ ਨੂੰ ਕਿੱਥੇ ਰੱਖੋਗੇ? ਕਰਤਾਰ ਸਿੰਘ ਸਰਾਭੇ ਨੂੰ ਕਿੱਥੇ ਰੱਖੋਗੇ? ਗਦਰੀ ਬਾਬਿਆਂ ਨੂੰ ਕਿੱਥੇ ਰੱਖੋਗੇ? ਬੱਬਰ ਅਕਾਲੀ ਲਹਿਰ ਨੂੰ ਕਿੱਥੇ ਰੱਖੋਗੇ? ਇਹ ਸੋਚਣ ਦੀ ਲੋੜ ਆ ਕਿ ਭਗਤ ਸਿੰਘ ਦੇ ਪਿਛਲੇ ਬੰਨਿਆਂ ਦੀ ਅਟੈਕ ਜਿਹੜਾ ਹੈ, ਇਹ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਤਾਂ ਨਹੀਂ ਜਾ ਰਿਹਾ, ਇਹ ਕਿਤੇ ਪੰਥ ਦੇ ਉੱਤੇ ਤਾਂ ਨਹੀਂ ਜਾ ਰਿਹਾ, ਕਿਉਂਕਿ ਸਰਕਾਰ ਅੱਤਵਾਦੀ ਸਾਬਤ ਕਰ ਨਹੀਂ ਸਕੀ। ਦੋਸ਼ ਸਾਬਤ ਹੋਇਆ ਨਹੀਂ, ਦੋਸ਼ ਲਾਏ ਜਾ ਸਕਦੇ, ਸਾਬਤ ਕਰਨੇ ਵੱਖਰੀ ਗੱਲ ਆ। ਸੋ ਅੱਜ ਇਹ ਕਿੱਧਰ ਨੂੰ ਜਿਹੜਾ ਸਮਾਂ, ਕਿੱਧਰ ਨੂੰ ਜਿਹੜਾ ਉਹ ਜਾ ਰਿਹਾ। ਵੱਡੀ ਗਿਣਤੀ ਦੇ ਨਾਲ ਲੋਕਾਂ ਨੇ ਇਸ ਵਾਰ ਵੀ ਸਿਮਰਜੀਤ ਸਿੰਘ ਮਾਨ ਨੂੰ ਸੰਗਰੂਰ ਦੀ ਨੁਮਾਇੰਦਗੀ ਦਿੱਤੀ ਕਿ ਇਹ ਪੰਜਾਬ ਦੀ ਗੱਲ ਕਰਨਗੇ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ, ਪਰ ਇਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ, ਮੈਨੂੰ ਲੱਗਦਾ ਜੇ ਅੱਜ ਇਲੈਕਸ਼ਨ ਹੋ ਜਾਏ ਤੇ ਜ਼ਮਾਨਤ ਜ਼ਬਤ ਹੋ ਜਾਏਗੀ, ਜਿੱਦਾਂ 25-30 ਸਾਲਾਂ ਪਿਛਲਿਆਂ ਤੋਂ ਹੁੰਦੀਆਂ ਰਹੀਆਂ। ਸੋ ਅੱਜ ਇਸ ਮਸਲੇ ਨੂੰ ਲੈ ਕੇ ਗੁਰਦੁਆਰਾ ਸਾਹਿਬਾਨਾਂ ਦੇ ਜਿਹੜੇ ਮੁੱਖ ਸੇਵਾਦਾਰ ਸਾਰੇ ਇੱਥੇ ਪਹੁੰਚੇ ਨੇ, ਸਾਰਿਆਂ ਨੂੰ ਜੀ ਆਇਆਂ, ਧੰਨਵਾਦ ਆਖਦੇ ਹਾਂ। ਸੋ ਮੈਂ ਬੇਨਤੀ ਕਰੂੰਗਾ ਸਭ ਤੋਂ ਪਹਿਲਾਂ ਬਾਬਾ ਚਰਨ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਟੀਵੀ ਡਾਲ ਤੋਂ ਉਹ ਸਟੇਜ ਦੇ ਉੱਤੇ ਆ ਜਾਣ, ਉਹ ਆਪਣੇ ਵਿਚਾਰ ਰੱਖਣਗੇ। ਆਪਾਂ 2-2 3-3 4-4 ਮਿੰਟ ਦੇ ਜਿਹੜੇ ਵਿਚਾਰ ਆ ਉਹ ਸਾਰਿਆਂ ਬੁਲਾਰਿਆਂ ਹੀ ਜਿਹੜੇ ਉਹ ਦੇਣੇ ਆ ਆਪਣੇ ਗੁਰਦੁਆਰਾ ਸਾਹਿਬ ਵੱਲੋਂ, ਸਾਰਿਆਂ ਹੀ ਜਿਹੜਾ ਉਹ ਵਿਚਾਰ ਦੇਣੇ ਨੇ। ਸਾਰੇ ਹੀ ਸਿਆਣੇ ਸੱਜਣ ਨੇ ਤੇ ਸਾਨੂੰ ਇਸ ਤਰੀਕੇ ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਪੰਥ ਦਾ ਆਭਾਰ ਹੋਵੇ। ਮੈਂ ਪਹਿਲਾਂ ਕਿਹਾ ਵੀ ਬਹੁਤ ਵਾਰੀ ਕਈ ਵਾਰੀ ਅਸੀਂ ਚੁੱਪ ਕਰ ਰਹਿੰਦੇ ਹਾਂ ਕਿਉਂਕਿ ਪੰਥ ਦਾ ਕਿਸੇ ਬੰਨੇ ਨੁਕਸਾਨ ਨਾ ਹੋਵੇ। ਜੇ ਪੰਥ ਦੀ ਹੁਣ ਵੀ ਜਿਹੜਾ ਸਮਾਂ ਚੱਲ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ, ਆਉਣ ਵਾਲੇ ਦਿਨਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੱਡਾ ਸੰਘਰਸ਼ ਹੋਣਾ ਹੈ, ਔਰ ਕਿਤੇ ਧਿਆਨ ਭਟਕਾਉਣ ਵਾਸਤੇ ਕਈ ਵਾਰੀ ਹੋ ਜਾਂਦਾ। ਤੁਹਾਨੂੰ ਪਤਾ ਹੋਊ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ, ਬਾਪੂ ਸੂਰ ਸਿੰਘ ਨੇ ਭੁੱਖ ਹੜਤਾਲ ਰੱਖੀ ਸੀ, ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਸਰਕਾਰ ਨਾਲ ਗੱਲ ਚੱਲ ਰਹੀ ਸੀ, ਪਰ ਉਧਰੋਂ ਨਾਭਾ ਜੇਲ੍ਹ ਜਦੋਂ ਬ੍ਰੇਕ ਹੋ ਗਈ ਸਾਰਾ ਕੰਮ ਉੱਥੇ ਰੁਕ ਗਿਆ। ਕਈ ਵਾਰੀ ਏਜੰਸੀਆਂ ਮੁੱਦਿਆਂ ਤੋਂ ਭਟਕਾਉਣ ਵਾਸਤੇ ਸਰਕਾਰੀ ਤੌਰ ਦੇ ਉੱਤੇ ਕੀ ਹੱਥ ਕੰਡੇ ਵਰਤਦੀਆਂ ਨੇ, ਤੁਸੀਂ ਸਿਆਣੇ ਹੋ ਸਾਰੇ। ਸੋ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਬਾਬਾ ਚਰਨ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਟੀਵੀ ਡੇਲ। ਸਮੁੱਚੇ ਗੁਰੂ ਘਰਾਂ ਤੋਂ ਆਏ ਹੋਏ ਸਤਿਕਾਰਯੋਗ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਕਪਤਾਨ ਸਿੰਘ ਨੇ ਕੁਝ ਗੱਲਾਂ ਕਹਿ ਦਿੱਤੀਆਂ ਹਨ ਜਿਹੜੀਆਂ ਆਪਾਂ ਸਾਰੇ ਦੇਖਦੇ ਆਏ ਹਾਂ ਅਤੇ ਵਿਚਾਰਦੇ ਆਏ ਹਾਂ। ਦਾਸ ਦੇ ਮੁਤਾਬਕ ਜੋ ਸਾਡੇ ਵਾਸਤੇ, ਸਿੱਖਾਂ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਲਿਖਤਾਂ ਲਿਖੀਆਂ ਉਹ ਹੀ ਹੋ ਰਹੀਆਂ, ਉਹ ਬਸ ਕਿਸੇ ਦੇ ਨਹੀਂ ਜਾ ਰਿਹਾ। ਉਹਨਾਂ ਨੇ, ਗੁਰੂ ਮਹਾਰਾਜ ਜੀ ਨੇ ਕਿਸੇ ਨੂੰ ਸੋਭਾ ਦਿਵਾਉਣੀ ਹੁੰਦੀ ਹੈ ਔਰ ਕਿਸੇ ਦੀ ਬੇਅਦਬੀ ਕਰਾਉਣੀ ਹੁੰਦੀ ਹੈ, ਜਾਂ ਕਰਤਾ ਆਪ ਖੁਆਏ ਤਾਂ ਖੁਸ ਲੈ ਚੰਗਿਆਈ। ਚੰਗਾ ਬੰਦਾ ਜਿਹੜਾ ਉਹਦੀਆਂ ਚੰਗਿਆਈਆਂ ਖਤਮ ਕਰ ਦਿੰਦਾ। ਵੈਸੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਜਦੋਂ ਦੇਖਣ ਤੋਂ ਹੁਣ ਲੱਗਦਾ ਜਿਵੇਂ ਅਸੀਂ ਸਿੱਖ ਸਾਰੇ ਵਿਚਰ ਰਹੇ ਹਾਂ ਉਹਦੇ ਨਾਲ, ਕਿ ਸਾਡਾ ਖਾਲਸਾ ਜਿਹੜਾ ਮਲੇਸ਼ ਬਣ ਜਾਵੇਗਾ, ਬੁੱਧਹੀਨ ਹੋ ਜਾਵੇਗਾ। ਇਹ ਸਾਰਿਆਂ ਵਾਸਤੇ, ਆਪਣੇ ਵਾਸਤੇ ਕਿਸੇ 'ਤੇ ਇਹਦਾ ਥੋੜ੍ਹਾ ਅਸਰ ਹੈ, ਕਿਸੇ 'ਤੇ ਬਹੁਤਾ ਅਸਰ ਹੈ। ਕਈ ਗੁਰਮੁਖ ਪਿਆਰੇ ਜਿਹੜੇ ਜ਼ਿਆਦਾ ਬੰਦਗੀ ਵਾਲੇ ਉਹ ਬਚੇ ਹੋਏ ਵੀ ਹਨ, ਬਿਰਲੇ ਹਨ, ਬਿਰਲੇ ਨਾਹੀਂ ਕਣੇ
ਫੈਲ ਫਕੜ ਸੰਸਾਰ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਜੋ ਵੀ ਇਹ ਵਰਤਾਰਾ ਵਰਤਾਇਆ ਹੋਇਆ, ਇਹ ਸਾਰਾ ਸਾਨੂੰ ਸਿੱਖਿਆਵਾਂ ਦੇਣ ਵਾਸਤੇ ਹੀ ਹੋ ਰਿਹਾ। ਗੁਰ ਇਤਿਹਾਸ ਦੇ ਵਿੱਚ ਵੱਡੇ ਵੱਡੇ ਮਹਾਨ ਜਿਹੜੇ ਸ਼ਖਸੀਅਤਾਂ ਸਨ, ਗੁਰਮੁਖ ਪਿਆਰੇ ਸਨ, ਗੁਰੂ ਦੇ ਪਿਆਰੇ ਸਨ, ਉਹਨਾਂ ਕੋਲੋਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਕਰਵਾ ਕੇ ਸਾਨੂੰ ਸਿੱਖਿਆ ਦੇਣ ਵਾਸਤੇ ਗੁਰੂ ਮਹਾਰਾਜ ਜੀ ਉਦੋਂ ਵੀ ਇਹ ਖੇਲ ਰਚਾਉਂਦੇ ਰਹੇ ਆ। ਆਪ ਸਾਰੇ ਜਾਣਦੇ ਹੋ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਇਹ ਅੱਜ ਤੋਂ ਨਹੀਂ, ਜਦੋਂ ਤੋਂ ਵੀ ਇਹ ਪੰਥ ਦੇ ਵਿੱਚ, ਜਿਵੇਂ ਕਪਤਾਨ ਸਿੰਘ ਜੀ ਕਹਿ ਗਏ ਹਨ ਕਿ ਚੋਣਾਂ ਲੜਨ ਦੇ ਤੌਰ 'ਤੇ ਜਿਵੇਂ ਵੀ ਪੰਥ ਦੇ ਵਿੱਚ ਜ਼ਿਆਦਾ ਤੌਰ 'ਤੇ ਮਸ਼ਹੂਰ ਹੋਏ ਹਨ, ਉਦੋਂ ਤੋਂ ਇਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਕਦੇ ਸਥਿਰ ਨਹੀਂ ਰਹੀ। ਕਈ ਵਾਰੀ ਬਹੁਤ ਜ਼ਿਆਦਾ ਵੀ ਖਤਰਨਾਕ ਹੋ ਜਾਂਦੀ ਰਹੀ ਆ। ਪਰ ਗੱਲ ਇਹ ਆ ਕਿ ਜਿਵੇਂ ਕਪਤਾਨ ਸਿੰਘ ਜੀ ਕਹਿ ਗਏ ਕਿ ਜੇ ਅੱਜ ਵੋਟਾਂ ਪਵਾਈਆਂ ਜਾਣ ਤਾਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ, ਇਹਦਾ ਮਤਲਬ ਇਹ ਨਿਕਲ ਜਾਂਦਾ ਵੀ ਜੇ ਹੋਰ 6 ਮਹੀਨਿਆਂ ਤੱਕ ਕੋਈ ਚੰਗੀ ਗੱਲ ਕਰਤੀ ਫਿਰ ਵੋਟਾਂ ਪੈ ਜਾਣਗੀਆਂ। ਇਹਦਾ ਕਾਰਨ ਇਹੋ ਹੀ ਆ ਕਿ ਸਾਡੀ ਜਿਹੜੀ ਦਿਮਾਗੀ ਸੰਤੁਲਨ ਜਿਹੜਾ ਉਹ ਸਾਡਾ ਥੋੜ੍ਹਾ ਠੀਕ ਨਹੀਂ ਹੈ। ਜਾਂ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਸੁਣਦੇ, ਜਾਂ ਅਸੀਂ ਸੁਹਿਰਦਤਾ ਦੇ ਨਾਲ ਵਿਚਾਰਾਂ ਨਹੀਂ ਕਰਨੀਆਂ ਚਾਹੁੰਦੇ, ਜਿਸ ਦਾ ਕਾਰਨ ਕਰਕੇ ਜਿਵੇਂ ਭਾਈ ਕਪਤਾਨ ਸਿੰਘ ਜੀ ਉਹਨਾਂ ਨੇ ਕਿਹਾ ਕਿ ਚੁੱਪ ਕਰ ਰਹਿੰਦੇ ਆ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੀ ਹਾਲਾਤ ਹੁੰਦੀ ਆ ਕਿ ਤੁਸੀਂ ਗੱਲ ਕਰਦੇ ਆ ਔਰ ਤੁਹਾਨੂੰ ਸਾਰਿਆਂ ਤੋਂ ਉੱਦਾਂ ਹੀ ਗਾਲਾਂ ਖਾਣੀਆਂ ਪੈਂਦੀਆਂ। ਉਹ ਕੋਈ ਵੱਡੀ ਗੱਲ ਨਹੀਂ ਹੁੰਦੀ। ਜੇਕਰ ਤੁਸੀਂ ਕੌਮ ਧਰਮ ਦੇ ਹਿੱਤ ਲਈ ਕੁਝ ਕਰਦੇ ਆ, ਕੌਮ ਚਲਾਉਣ ਵਾਸਤੇ, ਧਰਮ ਚਲਾਉਣ ਵਾਸਤੇ, ਦੇਸ਼ ਚਲਾਉਣ ਵਾਸਤੇ, ਕੁਝ ਇਹੋ ਜਿਹੀਆਂ ਸ਼ਖਸੀਅਤਾਂ ਦੀ ਵਿੱਚ ਜ਼ਰੂਰ ਦੇਣ ਹੁੰਦੀ ਆ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਤਿਆਗਾ ਹੋਇਆ ਹੁੰਦਾ। ਉਹ ਹੀ ਧਰਮ ਨੂੰ ਚਲਾਉਂਦੇ ਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਤਿਆਗ ਦਿੱਤਾ ਹੁੰਦਾ। ਉਹੀ ਮੁਲਕ ਨੂੰ ਸੰਭਾਲਦੇ ਆ। ਦੇਖਣ ਨੂੰ ਭਾਵੇਂ ਹੋਰ ਸਰਕਾਰਾਂ ਬੜੀਆਂ ਹੁੰਦੀਆਂ, ਅਤੇ ਉਹੀ ਆਪਣੀ ਕੌਮ ਵਾਸਤੇ ਕਰਦੇ ਆ ਜਿਨ੍ਹਾਂ ਨੇ ਆਪਣਾ ਆਪ ਤਿਆਗ ਦਿੱਤਾ ਹੋਇਆ ਹੁੰਦਾ। ਭਾਵੇਂ ਉਹ ਸਾਹਮਣੇ ਹੋਣ ਅਤੇ ਚਾਹੇ ਉਹ ਲੁਕਵੇਂ ਰੂਪ ਦੇ ਵਿੱਚ ਸੇਵਾ ਕਰਦੇ ਹਨ, ਉਹ ਕੌਮ ਨੂੰ ਚਲਾਉਂਦੇ ਹਨ। ਕਈ ਵਾਰੀ ਸਾਨੂੰ ਉਹਨਾਂ ਦਾ ਪਤਾ ਨਹੀਂ ਲੱਗਦਾ, ਅਸੀਂ ਉਹਨਾਂ ਦੇ ਵਿਰੁੱਧ ਵੀ ਹੁੰਦੇ ਹਾਂ, ਪਰ ਅਸਲੀਅਤ ਤੌਰ 'ਤੇ ਉਹ ਕੌਮ ਦੀ ਸੇਵਾ ਕਰ ਰਹੇ ਹੁੰਦੇ ਹਨ। ਹੁਣ ਸਾਡੇ ਵਿੱਚ ਇਹੀ ਆ ਕਿ ਬੈਠ ਕੇ ਵਿਚਾਰ ਕਰਨ ਦੀ ਨਾ ਤਾਂ ਹਿੰਮਤ ਹੈ, ਜਾਂ ਕੁਟਲਨੀਤਾ ਸਾਡੇ ਵਿੱਚ ਆ ਜਾਂਦੀ ਆ, ਨਾ ਅਸੀਂ ਵਿਚਾਰ ਸੁਣਨਾ ਚਾਹੁੰਦੇ ਹਾਂ, ਕਈ ਵਾਰੀ ਅਸੀਂ ਦੱਸਣਾ ਵੀ ਨਹੀਂ ਚਾਹੁੰਦੇ। ਇਸ ਕਰਕੇ ਜੋ ਸਾਡੀ ਕੌਮ ਹੈ, ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਆ ਵੀ ਖੱਤਰੀਆਂ ਨੇ ਧਰਮ ਛੱਡ ਦਿੱਤਾ ਆ ਅਤੇ ਮਲੇਸ਼ਾਂ ਦੀ ਭਾਖਿਆ ਗਈ, ਮਲੇਸ਼ ਭਾਖਿਆ ਗਈ। ਸੋ ਇਸ ਕਰਕੇ ਸਾਡਾ ਇਸ ਵੇਲੇ ਹਾਲਾਤ ਉਹ ਹੋ ਚੁੱਕੀ ਆ। ਤੁਸੀਂ ਦੇਖਦੇ ਆ ਜਿੰਨੇ ਵੀ ਸਿਆਸੀ ਲੀਡਰ ਜਾਂ ਧਾਰਮਿਕ ਲੀਡਰ ਹੈ, ਉਹ ਸਮੇਂ ਅਨੁਸਾਰ ਬੜਕਾਂ ਵੀ ਬੜੀਆਂ ਮਾਰਦੇ ਆ, ਅਤੇ ਜਦੋਂ ਕੌਮ ਦੀ ਧਰਮ ਦੀ ਅਸਲੀ ਗੱਲ ਕਰਨੀ ਹੁੰਦੀ ਆ ਅਤੇ ਜਥੇਦਾਰਾਂ ਤੱਕ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਆ। ਹਾਲਾਂਕਿ ਉਸ ਗੱਲ ਦੇ ਵਿੱਚ ਜ਼ਰੂਰੀ ਨਹੀਂ, ਆਪਾਂ ਸਾਰੀਆਂ ਕੌਮਾਂ ਦਾ, ਸਾਰੇ ਧਰਮਾਂ ਦਾ, ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ ਅਤੇ ਸਾਨੂੰ ਕਰਨਾ ਵੀ ਚਾਹੀਦਾ। ਪਰ ਜਦੋਂ ਗੱਲ ਤੁਹਾਡੇ ਧਰਮ ਦੇ ਬਰਖਲਾਫ ਜਾਂ ਤੁਹਾਡੀ ਕੌਮ ਦੇ ਬਰਖਲਾਫ ਆਉਂਦੀ ਹੈ, ਤਾਂ ਸਾਨੂੰ ਜਵਾਬ ਵੀ ਦੇਣਾ ਚਾਹੀਦਾ, ਭਾਵੇਂ ਉਹ ਕੋਈ ਵੀ ਹੋਵੇ। ਅਸੀਂ ਪੱਕੇ ਤੌਰ 'ਤੇ ਕਿਸੇ ਦੇ ਬੈਰੀ ਨਹੀਂ ਹਾਂ, ਦੁਸ਼ਮਣ ਨਹੀਂ ਹਾਂ, ਪਰ ਜੇ ਕੋਈ ਸਾਡੇ ਉੱਤੇ ਆ ਕੇ ਵਧੀਕੀ ਕਰਦਾ ਅਤੇ ਫਿਰ ਸਾਡੇ ਚੁੱਪ ਕਰਕੇ ਬਹਿਣਾ, ਉਹ ਵੀ ਸਾਡੇ ਆਪਣੇ ਆਪ ਦੇ ਨਾਲ ਦੁਸ਼ਮਣੀ ਹੈ। ਵਿਚਾਰ ਰੱਖਣੇ ਚਾਹੀਦੇ ਆ, ਔਰ ਉਹਨਾਂ ਦੇ ਵਿਚਾਰਾਂ ਦੇ ਉੱਤੇ ਰਲ ਮਿਲ ਕੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ। ਔਰ ਜੇਕਰ ਕੋਈ ਲੀਡਰ ਕਿਸੇ ਪਾਸੇ ਨੂੰ ਗਲਤ ਲਿਜਾਂਦਾ, ਗਲਤ ਗੱਲ ਕਰਦਾ, ਅਤੇ ਉਸ ਦੀ ਕੌਮ ਨੂੰ ਵਿਰੋਧਤਾ ਵੀ ਕਰਨੀ ਚਾਹੀਦੀ ਆ। ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਜੇ ਕੋਈ ਗੱਲ ਗਲਤ ਕਰ ਦਿੱਤੀ ਆ, ਕਿਉਂਕਿ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸਰਵਉੱਚਤਮ ਜਗ੍ਹਾ ਹੈ ਔਰ ਸਤਿਕਾਰਯੋਗ ਹੈ, ਸਭ ਤੋਂ ਪਵਿੱਤਰ ਜਗ੍ਹਾ ਹੈ। ਰਾਜਨੀਤਿਕ ਕੰਮਾਂ ਵਾਸਤੇ, ਖਾਲਸੇ ਦੇ ਉਪਦੇਸ਼ ਦੇਣ ਵਾਸਤੇ, ਫੈਸਲੇ ਕਰਨ ਵਾਸਤੇ ਉੱਥੇ ਦੇ ਜਥੇਦਾਰ ਨੂੰ ਬੜਾ ਸਤਿਕਾਰ ਦਿੱਤਾ ਗਿਆ। ਪਰ ਜੇਕਰ ਉਹ ਕੋਈ ਗੱਲ ਗਲਤ ਕਰਦਾ, ਕੋਈ ਗਲਤ ਹੁਕਮਨਾਮਾ ਸਾਹਿਬ ਕੌਮ ਦੇ ਨਾਂ ਕੱਢਦਾ,
ਤੇ ਉਸ ਦਾ ਕੌਮ ਵਿਰੋਧ ਕਰ ਦਿੰਦੀ ਆ ਔਰ ਉਹਨੂੰ ਵਾਪਸ ਲੈਣਾ ਪੈਂਦਾ। ਸੋ ਇਸ ਕਰਕੇ ਸਾਨੂੰ ਇਸ ਇੱਦਾਂ ਦੇ ਕਾਰਜਾਂ ਦੇ ਵਿੱਚ ਜੇ ਕੋਈ ਵੀ ਲੀਡਰ ਗਲਤ ਬਿਆਨ ਦਿੰਦਾ, ਸਾਰੀ ਕੌਮ ਵਿਚਾਰੇ ਔਰ ਵਿਚਾਰ ਕੇ ਮਾੜੇ ਬਿਆਨ ਦੀ ਵਿਰੋਧਤਾ ਕਰਨੀ ਚਾਹੀਦੀ ਆ। ਜੇ ਕੋਈ ਚੰਗੀ ਗੱਲ ਹੈ ਤੇ ਉਹਦੀ ਸਲਾਹਤਾ ਕਰਨੀ ਚਾਹੀਦੀ ਆ। ਐਵੇਂ ਹੀ ਭੰਡੀ ਜਾਣਾ ਜਾਂ ਐਵੇਂ ਹੀ ਸਤਿਕਾਰ ਕਰੀ ਜਾਣਾ, ਇਹ ਦੋਵੇਂ ਚੀਜ਼ਾਂ ਸਾਡੇ ਖਾਲਸੇ ਵਾਸਤੇ, ਸਿੱਖਾਂ ਵਾਸਤੇ, ਆਮ ਸਿੱਖਾਂ ਵਾਸਤੇ ਵੀ ਇਹ ਸਾਡੇ ਸੋਭਨੀਕ ਨਹੀਂ ਹਨ। ਸੋ ਦਾਸ ਇਸ ਕਰਕੇ ਜੋ ਵੀ ਸਾਰੇ ਸਿੰਘ ਆਏ ਹੋਏ, ਜੋ ਸਿਮਰਜੀਤ ਸਿੰਘ ਜੀ ਮਾਂ ਜਾਂ ਉਹਨਾਂ ਦੇ ਸਪੁੱਤਰ, ਉਹਨਾਂ ਨੇ ਭਗਤ ਸਿੰਘ ਉਹਨਾਂ ਦੀ ਫੋਟੋ ਲਾਉਣ ਵਾਸਤੇ ਵੀ ਦੱਸੋ ਤੁਹਾਡੇ ਕੋਲ ਕੀ ਹੱਕ ਆ ਇਕੱਲਿਆਂ ਕੋਲ ਕਿ ਤੁਸੀਂ ਫੋਟੋ ਲਾਉਣ ਦਾ ਬਿਆਨ ਦੇ ਦਿਓ। ਜਿਹੜੀ ਕਪਤਾਨ ਸਿੰਘ ਨੇ ਗੱਲ ਕਹੀ ਆ, ਇਹ ਵਾਕਿਆ ਹੀ ਕਈ ਵਾਰੀ ਹੌਲੀ ਨਾ ਇਹ ਗੱਲ ਸਹਿ ਦੀ ਨਹੀਂ ਪੈਸੇ ਦੀ ਆ। ਇਹ ਲਿਆਉਣੀ ਉੱਥੇ ਹੁੰਦੀ ਆ ਉਹਨਾਂ ਨੂੰ, ਪਰ ਇੱਕਦਮ ਆਪਾਂ ਵੀ ਕੁਛ ਨਹੀਂ ਕਿਸੇ ਨੂੰ ਕਹਿ ਸਕਦੇ। ਕਿਸੇ ਨੂੰ ਮਨਾਉਣਾ ਵੀ ਹੋਵੇ ਜਾਂ ਕਿਸੇ ਨੂੰ ਕੋਈ ਗੱਲ ਦੁੱਖ ਦੀ ਵੀ ਕਹਿਣੀ ਆ ਤਾਂ ਉਹ ਵੀ ਥੋੜ੍ਹਾ ਜਿਹਾ ਵਿਚਾਰ ਕੇ ਕਹਿੰਦੇ ਆ। ਇਸ ਕਰਕੇ ਜਿਹੜੀ ਚੀਜ਼ ਬੇਰੁੱਤੀ, ਬੇਵਜ੍ਹਾ, ਬੇਮੌਸਮੀ ਕੋਈ ਗੱਲ ਕੀਤੀ ਜਾਵੇ, ਇਹਦਾ ਮਤਲਬ ਆ ਉੱਥੇ ਕੁਛ ਨਾ ਕੁਛ ਗਲਤ ਜ਼ਰੂਰ ਹੈ। ਸੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਕੰਡੈਮ ਕਰਨਾ ਚਾਹੀਦਾ, ਇਹਦੀ ਵਿਰੋਧਤਾ ਕਰਨੀ ਚਾਹੀਦੀ, ਨਿੰਦਣਾ ਚਾਹੀਦਾ ਅਤੇ ਨਿੰਦਣਯੋਗ ਵੀ ਹੈ। ਇਹ ਤੋਂ ਕਿਸੇ ਨੂੰ ਕੋਈ ਕਿਸੇ ਦਾ ਭੈ ਪਿਆਰ ਇਹ ਮਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਨਾ ਵੈਰ, ਨਾ ਪਿਆਰ, ਨਾ ਡਰ। ਇਹ ਚੀਜ਼ਾਂ ਤੋਂ ਰਹਿਤ ਹੋ ਕੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਫੈਸਲੇ ਕਰਨੇ ਚਾਹੀਦੇ ਆ। ਦਾਸ ਵੱਲੋਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਟੀਵੀ ਡਲ ਵੇਖੋ ਤੋਂ ਸਾਡੇ ਵੱਲੋਂ ਇਹੀ ਵਿਚਾਰ ਹੈ, ਇਹ ਬਿਲਕੁਲ ਗਲਤ ਕੀਤਾ ਗਿਆ। ਅਤੇ ਔਰ ਕਦੀ ਵੀ ਇਹ ਸੂਰਵੀਰ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਆ ਉਹ ਸਾਡੇ ਅਜਾਇਬ ਘਰਾਂ ਦੇ ਵਿੱਚ ਲੱਗਣੀਆਂ ਚਾਹੀਦੀਆਂ, ਲੱਥਣੀਆਂ ਨਹੀਂ ਚਾਹੀਦੀਆਂ। ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਅਸੀਂ ਕਦੇ ਚੀਚੀ 'ਤੇ ਸੱਟ ਨਹੀਂ ਲਵਾਈ। ਫਿਰ ਵੀ ਅਸੀਂ ਆਪਣੇ ਆਪ ਨੂੰ ਕੌਮ ਦੇ ਲੀਡਰ ਸੁਹਿਰਦ ਕਹਿੰਦੇ ਹਾਂ, ਅਤੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਉਹਨਾਂ ਨੂੰ ਨਿੰਦੀਏ ਤਾਂ ਬਹੁਤ ਹੀ ਮਾੜੀ ਗੱਲ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਜਥੇਦਾਰ ਚਰਨ ਸਿੰਘ ਜੀ, ਸੋ ਜਿਨ੍ਹਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਹੋਏ, ਇੱਕ ਧਿਆਨ ਦਿਵਾ ਕੇ ਗਏ ਨੇ। ਜੋ ਸਿਮਰਜੀਤ ਸਿੰਘ ਜੀ ਮਾਨ, ਉਹਨਾਂ ਦੇ ਸਪੁੱਤਰ ਇਮਾਨ ਸਿੰਘ ਮਾਨ ਨੇ ਬਿਆਨ ਦਿੱਤਾ ਹੈ ਕਿ ਸਿੱਖ ਅਜਾਇਬ ਘਰ 'ਚੋਂ ਭਗਤ ਸਿੰਘ ਦੀ ਫੋਟੋ ਲਾਹ ਦੇਣੀ ਚਾਹੀਦੀ ਹੈ। ਸੋ ਇਮਾਨ ਸਿੰਘ ਮਾਨ ਨੂੰ ਇੰਨਾ ਵੀ ਸੋਚਣਾ ਚਾਹੀਦਾ ਹੈ ਕਿ 8 ਸਾਲ ਮੇਰਾ ਪਿਓ ਸਰਦਾਰ ਸਿਮਰਜੀਤ ਸਿੰਘ ਮਾਨ ਕਰੀਬ 8 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ, ਅਤੇ ਸਮੇਂ ਸਿਰ ਇਹਨਾਂ ਦੇ 25 ਤੋਂ 30 ਮੈਂਬਰ ਆਉਂਦੇ ਰਹੇ ਨੇ। ਕਈਆਂ ਹਲਕਿਆਂ 'ਚੋਂ ਇਹਨਾਂ ਦੇ ਮੈਂਬਰ ਜਿੱਤ ਕੇ, ਅਤੇ ਉਦੋਂ ਕਿਉਂ ਨਹੀਂ ਗੱਲ ਜਿਹੜੀ ਕੀਤੀ। ਜਿਹੜੀ ਫੋਟੋ ਭਗਤ ਸਿੰਘ ਦੀ ਸਿੱਖ ਅਜਾਇਬ ਘਰ 'ਚ ਲੱਗੀ ਆ, ਕਰੀਬ 1966 ਦੇ ਵਿੱਚ ਪੰਥ ਦੀ ਪ੍ਰਵਾਨਗੀ ਨਾਲ ਲੱਗੀ ਆ ਜਾਂ ਕਤਰਤਾ ਦੇ ਨਾਲ ਲੱਗੀ ਆ। ਨਾ ਕੋਈ ਇਕੱਲਾ ਬੰਦਾ ਲਾ ਸਕਦਾ ਅਤੇ ਨਾ ਕੋਈ ਇਕੱਲਾ ਬੰਦਾ ਲਾ ਸਕਦਾ। ਸੋ ਧੰਨਵਾਦ ਬਾਬਾ ਚਰਨ ਸਿੰਘ ਜੀ ਹੁਣਾਂ ਦਾ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਲਖਾ ਸਿੰਘ ਜੀ, ਗੁਰੂ ਨਾਨਕ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਤੋਂ, ਉਹ ਬੋਲਣਗੇ। ਉਹਨਾਂ ਤੋਂ ਬਾਅਦ ਸਰਦਾਰ ਅਮਰੀਕ ਸਿੰਘ ਜੀ ਦੇਵਕਨ, ਗੁਰਦੁਆਰਾ ਗੁਰੂ ਕਾ ਨਿਵਾਸ, ਵੁਲਵਰਹੈਂਪਟਨ ਤੋਂ, ਉਹ ਬੋਲਣਗੇ। ਸੋ ਸਾਰਿਆਂ ਹੀ ਆਇਆਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਲਖਾ ਸਿੰਘ ਜੀ, ਗੁਰੂ ਨਾਨਕ ਸਿੱਖ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਪ੍ਰਬੰਧਕਾਂ ਦਾ ਆਉਣ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ, ਕਿਉਂਕਿ ਇਹ ਬੜੀ ਦੁਖਦਾਈ ਗੱਲ ਸੀ। ਰਣਧੀਰ ਸਿੰਘ ਹੋਣਾ ਨੇ ਇਹਦਾ ਚੱਕਣ ਚੱਕਿਆ, ਮੈਨੂੰ ਵੀ ਫੋਨ ਕੀਤਾ ਅਤੇ ਮੈਂ ਆਪਣੇ ਵੁਲਵਰਹੈਂਪਟਨ ਸਾਰੇ ਹੀ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਫੋਨ ਕੀਤਾ ਅਤੇ ਬੜੀ ਇਹ ਮੈਂ ਖੁਸ਼ੀ ਵੀ ਮਹਿਸੂਸ ਕਰਦਾ ਕਿ ਇਸ ਗੱਲ 'ਤੇ ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਸਾਰੇ ਹੀ ਆਇਆਂ ਨੂੰ ਮੈਂ ਵੀ ਜੀ ਆਇਆਂ ਕਹਿੰਦਾ ਹਾਂ। ਇੱਕ ਗੱਲ ਮੈਂ ਨਾਲ ਕਹਿ ਦਿਆਂ ਕਿ ਅੱਜ ਮੁੱਦਾ ਸਿਰਫ ਆਪਣਾ ਸਿਮਰਜੀਤ ਸਿੰਘ ਦੇ ਮਾਨ ਦੇ ਬਾਰੇ ਆ, ਕਿਉਂਕਿ ਸਿੱਖਾਂ ਦੇ ਮੁੱਦੇ ਬਹੁਤ ਆ। ਜੇ ਆਪਾਂ ਸਾਰੇ ਮੁੱਦਿਆਂ ਨੂੰ ਲੈ ਕੇ ਇੱਥੇ ਬੈਠੇ ਗੱਲਾਂ ਭਾਵੇਂ ਸਾਰੀ ਰਾਤ 2 ਦਿਨ ਕਰੀ ਚੱਲੀਏ, ਲੇਕਿਨ ਸਮਾਂ ਇੰਨਾ ਜ਼ਿਆਦਾ ਨਹੀਂ। ਕਿਉਂਕਿ ਮੈਂ ਤਾਂ ਰਣਧੀਰ ਸਿੰਘ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ, ਮੈਂ ਕਿਹਾ ਠੀਕ ਹੈ ਇਕੱਠੇ ਤਾਂ ਹੋ ਜਾਵਾਂਗੇ, ਪਰ ਸ਼੍ਰੋਮਣੀ ਕਮੇਟੀ ਐਡੀ ਤਾਂ ਨਹੀਂ ਉਹਦੇ ਚਿੱਠੀ ਲਿਖਣ ਨਾਲ ਕਿਤੇ ਫੋਟੋ ਲਾ ਦੇਣ ਲੱਗੇ। ਉਹ ਫੋਟੋ ਲਾਉਣ ਦੀ ਗੱਲ ਨਹੀਂ, ਲੇਕਿਨ ਜਿਹੜੀ ਗੱਲ ਇਹ ਆ ਰਹੀ ਆ ਨਾ, ਇਹਦੇ 'ਤੇ ਜਿਸ ਤਰ੍ਹਾਂ ਦੱਸਿਆ ਗਿਆ, ਜੇ ਕਿਤੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਵਾਰੀ ਉਹ ਕਹਿੰਦਾ ਤਾਂ ਬਈ ਭਗਤ ਸਿੰਘ ਜਿਹੜਾ ਟੈਰਰਿਸਟ ਸੀਗਾ, ਅਤੇ ਫਿਰ ਜਿੱਤ ਕੇ ਦਿਖਾਲਦਾ
ਲੇਕਿਨ ਸਾਡੀ ਬਦਕਿਸਮਤੀ ਆ ਕਿ ਅਸੀਂ ਜਦੋਂ ਕਿਸੇ ਦੇ ਹੱਥ 'ਚ ਪਾਵਰ ਦੇ ਦਿੰਦੇ ਆ, ਉਹਦਾ ਪਤਾ ਨਹੀਂ ਉਹਨੂੰ ਕੀ ਹੋ ਜਾਂਦਾ, ਕੀ ਉਹਦੇ ਹੱਥ 'ਚ ਪਾਵਰ ਆਈ। ਅੱਗੇ ਵੀ ਇੰਨੇ ਚਿਰ ਦਾ ਜਿਸ ਤਰ੍ਹਾਂ ਦੱਸਿਆ ਗਿਆ ਕਿ ਉਹ 8 ਸਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਅਤੇ 31 ਮੈਂਬਰ ਉਹਦੇ ਨਾਲ ਸੀ। 31 ਉਹਦੇ ਮੈਂਬਰ ਸੀਗੇ ਉਸ ਵੇਲੇ। ਇਹਨੂੰ ਉਦੋਂ ਯਾਦ ਨਹੀਂ ਆਇਆ ਵੀ ਇੱਥੇ ਫੋਟੋ ਲੱਗੀ ਹੋਈ ਹੈ। ਲੇਕਿਨ ਇਹ ਜਿਹੜੀ ਗੱਲ ਆ, ਪਤਾ ਨਹੀਂ ਸਿੱਖਾਂ ਨੂੰ ਕਿਹੜੇ ਤਰੀਕੇ ਰਾਹ, ਅੱਜ ਮੈਂ ਤਾਂ ਇਹ ਗੱਲ ਕਹੂੰਗਾ ਕਿ ਮਾਨ ਜਿੱਦਣ ਦਾ ਬਣਿਆ ਔਰ ਉਦਣ ਦੀਆਂ ਹੀ ਇਹਦੀਆਂ ਬੇਤੁਕੀਆਂ ਗੱਲਾਂ ਨੇ। ਐਂ ਲੱਗਦਾ ਕਿ ਪੰਜਾਬ ਦੇ ਵਿੱਚ ਫਿਰ ਨੌਜਵਾਨਾਂ ਦੀ ਜਿਹੜੀ ਸ਼ਾਮਤ ਆ ਰਹੀ ਆ, ਕਿਉਂਕਿ ਇਹੋ ਜਿਹੇ ਮੁੱਦੇ ਖੜੇ ਕਰ ਰਿਹਾ ਜਿਹਦੇ 'ਚ ਨੌਜਵਾਨ ਭੜਕ ਉੱਠਣ ਹਰ ਗੱਲ ਦੇ ਉੱਤੇ ਕਿੰਤੂ ਪਰੰਤੂ। ਸੋ ਇਸ ਗੱਲ ਨੂੰ ਅਸੀਂ ਸਾਰੇ ਕੰਡੈਮ ਕਰਦੇ ਹਾਂ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਗੱਲ ਜਿਹੜੀ ਆ ਵੀਡੀਓ ਟੈਲੀਵਿਜ਼ਨਾਂ ਰਾਹੀਂ ਜਾਊਗੀ। ਇਹ ਦੇਖ ਕੇ ਮਤ ਸਮਝਣਾ ਵੀ ਆ ਕਦੇ ਨਹੀਂ 15-20 ਬੰਦੇ ਬੈਠੇ ਆ। ਇਹ ਸਾਰੇ ਹੀ ਗੁਰਦੁਆਰਿਆਂ ਦੇ ਪ੍ਰਬੰਧਕ ਹਨ। ਇਹਨਾਂ 15-20 ਦੇ ਮਗਰ ਇੱਥੇ ਲੱਖਾਂ ਬੰਦੇ ਆ। ਸੋ ਇਹ ਉਹਨਾਂ ਦੀ ਆਵਾਜ਼ ਆ। ਇਸ ਗੱਲ ਨੂੰ ਅਸੀਂ ਕੰਡੈਮ ਕਰਦੇ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ। ਸਾਰਿਆਂ ਦਾ ਧੰਨਵਾਦ ਕਰਦਾ ਅਤੇ ਇਸੇ ਗੱਲ ਦੇ ਉੱਤੇ ਹੀ ਗੱਲ ਜਿਹੜੀ ਆਪਾਂ ਅੱਜ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਲੱਖਾ ਸਿੰਘ ਜੀ, ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ, ਵੁਲਵਰਹੈਂਪਟਨ। ਸੋ ਉਹਨਾਂ ਨੇ ਆਪਣੇ ਜਿਹੜੇ ਉਹ ਵਿਚਾਰ ਰੱਖੇ ਨੇ। ਸੋ ਹੁਣ ਸਰਦਾਰ ਅਮਰੀਕ ਸਿੰਘ ਜੀ, ਦੇਵਗਨ, ਗੁਰਦੁਆਰਾ ਗੁਰੂ ਕਾ ਨਿਵਾਸ, ਵੁਲਵਰਹੈਂਪਟਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਡੇ ਵੀਰ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਿਬਾਨਾਂ ਇੱਥੇ ਆਏ ਨੇ, ਉਹਨਾਂ ਨੂੰ ਜੀ ਆਇਆਂ ਆਖਦੇ ਆ। ਇਹ ਜੋ ਗੱਲਾਂ ਹਨ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਜੋ ਇਲੈਕਸ਼ਨ ਦੇ ਬਾਅਦ ਵਿੱਚ ਕੀਤੀਆਂ, ਉਹ ਕੋਈ ਵਧੀਆ ਗੱਲ ਨਹੀਂ ਕੀਤੀ। ਜਿੱਦਾਂ ਕਿ ਪਹਿਲੋਂ ਬੁਲਾਰੇ ਕਹਿ ਗਏ ਕਿ ਜੇ ਪਹਿਲੋਂ ਕਿਤੇ ਕੀਤੀ ਹੁੰਦੀ ਤਾਂ ਇਹਨੂੰ ਕੋਈ ਇੱਕ ਵੋਟ ਵੀ ਨਹੀਂ ਸੀ ਮਿਲਣੀ। ਜਿੱਦਾਂ ਪਹਿਲੀਆਂ ਵੀ ਇਹਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ। ਅਸੀਂ ਸੋਚਦੇ ਹਾਂ ਕਿ ਭਗਤ ਸਿੰਘ ਜੀ ਹੁਣੀ, ਸ਼ਹੀਦ ਭਗਤ ਸਿੰਘ ਜੀ ਸੰਨ 1947 ਅਤੇ ਅੱਜ ਆਪਾਂ 2022 'ਚ ਬੈਠੇ ਹਾਂ। ਕਿ ਅੱਜ ਇਸ ਇਕੱਲੇ ਬੰਦੇ ਨੂੰ ਜਾਂ ਇਹਦੇ ਪੁੱਤਰ ਨੂੰ ਇਹ ਯਾਦ ਆਈ ਆ ਕਿ ਭਗਤ ਸਿੰਘ ਦੀ ਫੋਟੋ ਹਟਾਈ ਜਾਵੇ। ਇੰਨੇ ਵਰ੍ਹਿਆਂ ਤੋਂ ਭਗਤ ਸਿੰਘ ਦੇ ਬੁੱਤ ਜਿਹੜੇ ਖਟਕੜਾਂ ਦੇ ਵਿੱਚ, ਉਹਨਾਂ ਦੇ ਪਿੰਡ ਫਿਰੋਜ਼ਪੁਰ ਚਲ ਜਾਈਏ, ਹੋਰ ਅਨੇਕਾਂ ਥਾਂ 'ਤੇ ਬੁੱਤ ਲੱਗੇ ਆ। ਕਿਉਂ ਉਦੋਂ ਉਹਨਾਂ 'ਤੇ ਹਾਰ ਪਏ ਆ ਸ਼ਹੀਦ ਭਗਤ ਸਿੰਘ ਕਹਿ ਕੇ, ਰਾਜਗੁਰੂ ਸੁਖਦੇਵ ਜੀ ਹੁਣੀ। ਅਗਰ ਜੇ ਇੱਦਾਂ ਦੇ ਲੀਡਰ ਬਿਆਨਬਾਜ਼ੀ ਕਰਨ ਲੱਗ ਜਾਣ, ਸਾਡੇ ਜਿਹੜੇ ਯੋਧੇ ਵੀਰ ਜਾਂ ਮਾਵਾਂ ਦੇ ਪੁੱਤ ਕਿੱਦਾਂ ਕੁਰਬਾਨੀਆਂ ਅੱਗੇ ਦੇਣਗੇ। ਸਾਨੂੰ ਸਿਮਰਜੀਤ ਸਿੰਘ ਮਾਨ ਜੀ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ ਹੈ। ਇਹ ਬਹੁਤ ਨਿੰਦਣਯੋਗ ਆ। ਸੋ ਮੈਂ ਬਾਹਲਾ ਅੱਗੇ ਨਹੀਂ ਜਾਣਾ ਚਾਹੁੰਦਾ। ਇੱਦਾਂ ਦੀਆਂ ਗੱਲਾਂ ਸਾਨੂੰ ਬਿਆਨਬਾਜ਼ੀਆਂ ਜਿਹੜੀਆਂ ਇਹਨਾਂ ਲੀਡਰਾਂ ਤੋਂ ਸੰਚੇਤ ਰਹਿਣਾ ਚਾਹੀਦਾ ਹੈ, ਬਚਣਾ ਜ਼ਰੂਰ ਚਾਹੀਦਾ। ਸਿਮਰਜੀਤ ਮਾਨ ਨੇ ਜਿੱਦਣ ਤੋਂ ਵੀ ਇਹ ਲੀਡਰਸ਼ਿਪ ਲਈ ਆ, ਮੇਰਾ ਖਿਆਲ ਨਹੀਂ ਵੀ ਇਹਨੇ ਕੋਈ ਵੀ ਚੰਗਾ ਕੰਮ ਇਹਨੇ ਕਿਹਾ ਹੋਊਗਾ। ਦਾਸ ਇੱਥੇ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਅਮਰੀਕ ਸਿੰਘ ਜੀ, ਦੇਵਗਨ, ਗੁਰਦੁਆਰਾ ਗੁਰੂ ਕਾ ਨਿਵਾਸ, ਵੁਲਵਰਹੈਂਪਟਨ। ਸੋ ਮੈਂ ਬੜੇ ਸਤਿਕਾਰ ਨਾਲ ਬੇਨਤੀ ਕਰੂੰਗਾ ਸਰਦਾਰ ਬਲਰਾਜ ਸਿੰਘ ਜੀ, ਮੁੱਖ ਸੇਵਾਦਾਰ, ਗੁਰੂ ਨਾਨਕ ਸਿੱਖ ਗੁਰਦੁਆਰਾ ਕੈਨਕ ਰੋਡ, ਉਹ ਆ ਜਾਣ। ਅਤੇ ਉਹਨਾਂ ਦੇ ਮਗਰ ਸਰਦਾਰ ਜਸਵਿੰਦਰ ਸਿੰਘ ਜੀ, ਗੁਰਦੁਆਰਾ ਬਾਬੇ ਕੇ, ਉਹਨਾਂ ਦਾ ਜਿਹੜਾ ਸਮਾਂ ਹੋਏਗਾ। ਸੋ ਇਸੇ ਤਰ੍ਹਾਂ ਆਪਾਂ ਜਿਹੜੇ ਆਪਣੇ ਵਿਚਾਰ ਰੱਖਣੇ ਨੇ, ਜਿਹਦੇ ਨਾਲ ਪੰਥਕ ਜਿਹੜੀਆਂ ਰਵਾਇਤਾਂ ਉਹ ਕਾਇਮ ਰਹਿਣ ਅਤੇ ਕਿਸੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਲਾਕਾਰਾ ਉੱਠ ਕੇ ਪੰਥ ਦੇ ਉੱਪਰ, ਸ਼ਹੀਦਾਂ ਦੇ ਉੱਪਰ, ਕੁਰਬਾਨੀ ਕਰਨ ਵਾਲੇ ਸਿੰਘਾਂ ਦੇ ਉੱਪਰ, ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਿੱਖਾਂ ਦਾ ਨਾਂ ਰੋਸ਼ਨ ਕਰਨ ਵਾਲੇ ਕਿਸੇ ਵੀ ਸ਼ਹੀਦਾਂ ਦੇ ਉੱਤੇ ਉਂਗਲ ਜਿਹੜੀ ਉਹ ਨਾ ਉਠਾਈ ਜਾਵੇ। ਸਰਦਾਰ ਬਲਰਾਜ ਸਿੰਘ ਜੀ, ਗੁਰੂ ਨਾਨਕ ਸਿੱਖ ਗੁਰਦੁਆਰਾ ਕੈਨਕ ਰੋਡ, ਵੁਲਵਰਹੈਂਪਟਨ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਸਿਆਣੇ ਮੇਰੇ ਵੀਰ ਬੈਠੇ ਹੋ, ਸੀਨੀਅਰ ਬੈਠੇ ਹੋ, ਬਹੁਤ ਸੁਲਝੇ ਹੋਏ ਇਨਸਾਨ ਬੈਠੇ ਹੋ, ਸਾਰੇ ਮੇਰੇ ਵੀਰ ਜਿਨ੍ਹਾਂ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਦਿੱਤੇ, ਜੋ ਆਪਣੀ ਗੱਲ ਇੰਡੀਆ ਦੇ ਵਿੱਚ ਚੱਲ ਰਹੀ ਹੈ। ਭਗਤ ਸਿੰਘ ਦਾ ਨਾਂ ਲੈਂਦਿਆਂ ਅਸੀਂ ਨਿੱਕੇ ਨਿੱਕੇ ਵੀ ਹੁੰਦੇ ਸੀ, ਅਤੇ ਜਦੋਂ ਉਹਨਾਂ ਦੀ ਕੁਰਬਾਨੀ ਦੀ ਗੱਲ ਕਰਨੀ ਤਾਂ ਆਪਣੇ ਮਨ ਦੇ ਵਿੱਚ, ਸਰੀਰ ਦੇ ਵਿੱਚ ਜੋਸ਼ ਭਰ ਜਾਣਾ ਕਿ ਭਗਤ ਸਿੰਘ ਦਾ ਨਾਂ ਲਿਆ ਵੀ ਕਿੱਡੀ ਵੱਡੀ ਕੁਰਬਾਨੀ ਦੇ ਕੇ ਗਏ ਆ। ਆਪਾਂ ਸਿੱਖਾਂ ਦੀਆਂ 92% ਕੁਰਬਾਨੀਆਂ ਨੂੰ ਚੇਤੇ ਰੱਖੀਏ ਅਤੇ ਦੂਜੇ ਪਾਸੇ
ਹਿੰਦੂ ਮੁਸਲਮਾਨ ਸਿੱਖਾਂ ਨੇ ਰਲ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜਿੰਨਾ ਕੁ ਯੋਗਦਾਨ ਉਹਨਾਂ ਨੇ ਪਾਇਆ, ਇਹਦਾ ਮਤਲਬ ਜੇ ਭਗਤ ਸਿੰਘ ਹੁਣੀ ਅੱਤਵਾਦੀ ਆ ਤੇ ਬਾਕੀ ਸਾਰੇ ਜਿਹੜੇ ਗੁਲਾਟੀਏ ਆ, ਜਿੰਨੇ ਮੇਰੇ ਵੀਰ ਸਾਰੇ ਧਰਮਾਂ ਦੇ ਆ, ਉਹਨਾਂ ਨੂੰ ਫਿਰ ਆਪਾਂ ਕਿਹੜਾ ਦਰਜਾ ਦੇਣ ਲੱਗੇ ਆ। ਮਾਨ ਸਾਹਿਬ, ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹੋ ਜਿਹੇ ਬਿਆਨ ਦੇ ਕੇ ਇੰਨਾ ਗਲਤ ਕੰਮ ਕਰਨਾ ਬਹੁਤ ਮਾੜੀ ਗੱਲ ਆ, ਬੜਾ ਨਿੰਦਣਯੋਗ ਆ। ਤੇ ਦੂਸਰੀ ਗੱਲ ਆ, ਜਦੋਂ ਦੇ ਉਹਨਾਂ ਦੀ ਸ਼ਹੀਦੀ ਹੋਈ ਆ ਉਦੋਂ ਤੋਂ ਉਹਨਾਂ ਦੇ ਪਿੰਡ ਵਿੱਚ ਜਿੱਥੇ ਉਹਨਾਂ ਨੂੰ ਜਗ੍ਹਾ ਬਣੀ ਫਿਰੋਜ਼ਪੁਰ, ਉੱਥੇ ਲੱਖਾਂ ਦੀ ਤਾਦਾਦ ਵਿੱਚ ਮੇਲੇ ਲੱਗਦੇ ਆ। ਬਾਹਰਲੀਆਂ ਕੰਟਰੀਆਂ ਵਿੱਚ ਉਹਨਾਂ ਦੇ ਦਿਨ ਮਨਾਏ ਜਾਂਦੇ ਆ, ਉਹਨਾਂ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ, ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਆ। ਸੋ ਆਪਾਂ ਇਹੋ ਜਿਹੇ ਗਲਤ ਬਿਆਨ ਦੇ ਕੇ ਕੌਮ ਨੂੰ ਪੁੱਠੇ ਰਾਹ ਨਾ ਪਾਓ। ਸੋ ਬੇਨਤੀ ਹੈ ਕਿ ਆਪਾਂ ਸਹੀ ਬਿਆਨ ਦਈਏ ਤਾਂ ਕਿ ਉਹਨਾਂ ਦੀਆਂ ਸ਼ਹੀਦੀਆਂ 'ਤੇ ਧੱਬਾ ਨਾ ਲੱਗੇ। ਬਹੁਤ ਹੀ ਸਤਿਕਾਰਯੋਗ ਆ ਜਿਨ੍ਹਾਂ ਨੇ ਸ਼ਹੀਦੀ ਦਿੱਤੀ, ਸ਼ਹੀਦੀ ਦੇਣੀ ਕੋਈ ਨਿੱਕੀ ਜਿਹੀ ਗੱਲ ਨਹੀਂ। ਸੋ ਮੈਂ ਇਕੱਲਾ ਹਿੰਦੁਸਤਾਨ ਦੀ ਨਹੀਂ ਗੱਲ ਕਰਦਾ, ਬਾਹਰਲੇ ਵਰਲਡ ਦੇ ਵਿੱਚ ਵੀ ਉਹਨਾਂ ਨੂੰ ਕਦੀ ਚੇਤੇ ਨਹੀਂ ਭੁਲਾਇਆ ਜਾਊਗਾ। ਉਹਨਾਂ ਦੇ ਬਿਆਨਾਂ ਦਾ ਕਿਸੇ ਵੀ ਕੌਮ ਦੇ, ਕਿਸੇ ਪੰਥ 'ਤੇ, ਕਿਸੇ ਵੀਰ 'ਤੇ ਕੋਈ ਅਸਰ ਨਹੀਂ ਪੈਣਾ। ਸੋ ਇਹ ਬਹੁਤ ਨਿੰਦਣਯੋਗ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਬਲਰਾਜ ਸਿੰਘ ਜੀ, ਗੁਰੂ ਨਾਨਕ ਸਿੱਖ ਗੁਰਦੁਆਰਾ ਕੈਨ ਕਰੋੜ ਵੁਲਵਰਹੈਂਪਟਨ। ਹੁਣ ਸਰਦਾਰ ਜਸਵਿੰਦਰ ਸਿੰਘ ਜੀ, ਗੁਰਦੁਆਰਾ ਬਾਬੇ ਕੇ ਬਰਮਿੰਘਮ ਤੋਂ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠੀਆਂ ਗੁਰੂ ਪਾਤਸ਼ਾਹ ਦੀਆਂ ਸਤਿਕਾਰਯੋਗ ਸੰਗਤਾਂ, ਸਤਿਗੁਰ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਮੇਰੇ ਤੋਂ ਜਿੰਨੇ ਇਸ ਗੁਰੂ ਚਰਨਾਂ ਦੇ ਵਿੱਚ ਬੈਠੇ ਹੋ, ਮੇਰੇ ਤੋਂ ਸਾਰੇ ਸੀਨੀਅਰ ਹੋ, ਮੇਰੇ ਤੋਂ ਵੱਡੇ ਹੋ। ਅਸੀਂ ਪਹਿਲੋਂ ਵੀ 2 ਪ੍ਰੋਗਰਾਮ ਸਿੱਖ ਚੈਨਲ ਦੇ ਉੱਤੇ ਇਹਦੇ ਬਾਬਤ ਕਰ ਚੁੱਕੇ ਹਾਂ। ਬਲਹਾਰ ਸਿੰਘ ਜੀ ਨਹੀਂ ਆਏ ਰਾਮੇਵਾਲ, ਅਸੀਂ ਇਕੱਠਿਆਂ ਨੇ ਇਹਦੇ ਬਿਹਾਫ ਦੇ ਉੱਤੇ 2 ਪ੍ਰੋਗਰਾਮ ਪਹਿਲੋਂ ਕੀਤੇ ਆ। ਪੰਜਾਬ ਦੀ ਹਮੇਸ਼ਾ ਸਾਡੇ ਦੀ ਬਦਕਿਸਮਤੀ ਰਹੀ ਹੈ। ਜਿਹੜੇ ਲੀਡਰਾਂ ਦੇ ਅਸਲ ਮੁੱਦੇ ਹੁੰਦੇ ਆ, ਉਹ ਅਸਲ ਮੁੱਦਿਆਂ ਨੂੰ ਛੱਡ ਕੇ ਪਤਾ ਨਹੀਂ ਕਿਹਦੀ ਝੋਲੀ ਵਿੱਚ ਪੈ ਜਾਂਦੇ ਆ। ਕਿਉਂਕਿ ਮੇਰੀ ਸੋਚ ਦੇ ਮੁਤਾਬਕ ਜੇ ਇੰਨੇ ਪੜ੍ਹੇ ਲਿਖੇ ਬੰਦੇ, IAS ਅਫੀਸਰ, ਬੜੇ ਅਹੁਦਿਆਂ 'ਤੇ ਰਹਿ ਚੁੱਕੇ ਮਾਨ ਸਾਹਿਬ, ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਤੇ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ। ਮਾਨ ਸਾਹਿਬ ਨੇ ਨਹੀਂ ਮੰਨਣਾ ਸ਼ਹੀਦ ਭਗਤ ਸਿੰਘ ਨੂੰ, ਉਹ ਨਾ ਮੰਨਣ। ਉਹਨਾਂ ਦਾ ਲੜਕਾ ਉਹਨੇ ਨਹੀਂ ਮੰਨਣਾ, ਉਹ ਨਾ ਮੰਨਣ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਸ਼ਹੀਦ ਨਾ ਮੰਨੇ। ਪਰ ਇਹ ਇਕੱਲੇ ਭਗਤ ਸਿੰਘ ਸ਼ਹੀਦ ਦੀ ਗੱਲ ਨਹੀਂ ਹੈ। ਇਹਦੇ ਪਿੱਛੇ ਕੋਈ ਹੋਰ ਸਾਜ਼ਿਸ਼ਾਂ ਨੇ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ। ਕਿਉਂਕਿ ਜਦੋਂ ਬੰਦਾ ਕਿਸੇ ਦੀ ਝੋਲੀ ਦੇ ਵਿੱਚ ਡਿੱਗਿਆ ਹੁੰਦਾ, ਜਦੋਂ ਕੋਈ ਬੰਦਾ ਕਿਸੇ ਦੇ ਕੋਲੇ ਵਿਕ ਜਾਂਦਾ, ਉਦੋਂ ਇੱਦਾਂ ਦੇ ਬਿਆਨਬਾਜ਼ੀਆਂ ਕਰਦੇ ਆ। ਹਾਲਾਂਕਿ ਪੰਜਾਬ ਦੇ ਇੰਨੇ ਮੁੱਦੇ ਹੈ। ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਪਾਣੀ ਹੈ। ਉਹ ਤੋਂ ਵੱਡਾ ਮੁੱਦਾ ਪੰਜਾਬ ਦਾ ਕਿ ਪੰਜਾਬ ਦੀ ਜਿੰਨੀ ਜਨਤਾ ਹੈ, ਨਵੀਂ ਯੰਗ ਜਨਰੇਸ਼ਨ ਆ, ਉਹ ਸਾਰੀ ਵਿਦੇਸ਼ਾਂ ਨੂੰ ਭੱਜੀ ਜਾਂਦੀ ਆ। ਪੰਜਾਬ ਖਾਲੀ ਹੋ ਰਿਹਾ ਹੈ। ਉਹਨਾਂ ਮੁੱਦਿਆਂ 'ਤੇ ਅਸੀਂ ਗੱਲ ਨਹੀਂ ਕਰ ਰਹੇ। ਪੰਜਾਬ ਦੇ ਜਿੰਨੇ ਵੀ ਬੰਦੀ ਸਿੱਖ ਹੈ, ਅਸੀਂ ਉਹਨਾਂ ਮੁੱਦਿਆਂ 'ਤੇ ਨਹੀਂ ਗੱਲ ਕਰ ਰਹੇ। ਹਾਲਾਂਕਿ ਉਹ ਆਪਣੀਆਂ ਸਜ਼ਾਵਾਂ ਭੁਗਤ ਕੇ ਵੀ ਉਹਨਾਂ ਨੂੰ 10-10, 20-20 ਸਾਲ ਫੇਰ ਹੋ ਚੱਲੇ ਆ। ਉਹ ਸਜ਼ਾਵਾਂ ਤੋਂ ਉੱਪਰ ਹੋਰ ਸਜ਼ਾ ਕੱਟ ਰਹੇ ਆ, ਜਿਹੜੀ ਕਿ ਕਿਸੇ ਕਾਨੂੰਨ ਦੀ ਧਾਰਾ ਥੱਲੇ ਨਹੀਂ ਆ ਰਹੀ। ਉਹ ਗੌਰਮੈਂਟਾਂ ਦੇ ਜ਼ੋਰ ਦੇ ਨਾਲ ਸਿੱਖਾਂ ਦੇ ਉੱਤੇ ਇਹ ਜ਼ੁਲਮ ਹੋ ਰਿਹਾ। ਉਹਨਾਂ ਗੱਲਾਂ ਲਈ ਮਾਨ ਸਾਹਿਬ ਨੂੰ ਨਹੀਂ ਦਿਸ ਰਿਹਾ। ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਆ, ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ, ਪੰਜਾਬ ਦੇ ਬੰਦੀ ਸਿੱਖਾਂ ਦੀ ਗੱਲ ਕਰੋ। ਪੰਜਾਬ ਚੰਡੀਗੜ੍ਹ ਨੂੰ ਅੱਜ ਤੱਕ ਨਹੀਂ ਮਿਲਿਆ। ਪੰਜਾਬ
ਦਿੱਲੀ ਤੱਕ ਸਾਡਾ ਪੰਜਾਬ ਸੀ, ਉਹ ਇੱਕ ਮੁੱਠੀ ਸਾਡੇ ਕੋਲੇ ਪੰਜਾਬ ਰਹਿ ਗਿਆ। ਅਸੀਂ ਇਹ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਉਹਨਾਂ ਦੇ ਬੇਟੇ ਅਮਾਨ ਸਿੰਘ ਜੀ ਮਾਨ, ਜੋ ਉਹਨਾਂ ਨੇ ਬਿਆਨ ਦਿੱਤੇ ਹੈ, ਅੱਜ ਉਹ ਕਹਿੰਦੇ ਕਿ ਭਗਤ ਸਿੰਘ ਦੀ ਫੋਟੋ ਅਜਾਇਬ ਘਰ 'ਚੋਂ ਲਾ ਦਿਓ। ਕੱਲ੍ਹ ਨੂੰ ਸਾਡੇ ਪੰਥ ਦੇ ਜਿੰਨੇ ਵੀ ਸ਼ਹੀਦ ਹੋਏ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਸ਼ਹੀਦ ਹੋਏ ਹੈ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਸਿੰਘ ਜੀ, ਫਿਰ ਕੱਲ੍ਹ ਨੂੰ ਕੋਈ ਉੱਠ ਕੇ ਪੰਜਾਬ ਦਾ ਇੱਦਾਂ ਦਾ ਪੜ੍ਹਿਆ ਲਿਖਿਆ ਬੰਦਾ ਉਹ ਕਵੇ ਵੀ ਭਾਈ ਤਾਰੂ ਸਿੰਘ ਹੋਣਾ ਦੀ ਵੀ ਫੋਟੋ ਲਾ ਦਿਓ। ਅਸੀਂ ਉਹਨਾਂ ਦੇ ਬਿਆਨਾਂ ਦੀ ਮੈਂ ਗੁਰਦੁਆਰਾ ਬਾਬੇ ਕੇ ਦੇ ਵੱਲੋਂ ਪਰਜੋਰ ਨਿੰਦਾ ਕਰਦਾ ਕਿ ਇੱਦਾਂ ਦੇ ਬਿਆਨ ਮਾਨ ਸਾਹਿਬ ਨੂੰ ਨਹੀਂ ਕਰਨੇ ਚਾਹੀਦੇ। ਫਿਰ ਜੇ ਇੱਦਾਂ ਦੇ ਬਿਆਨ ਕਰਨੇ ਆ ਤਾਂ ਉਹ ਆਪਦੇ ਘਰੇ ਬੈਠ ਕੇ ਕਰਨ, ਉਹਨਾਂ ਨੂੰ ਪਾਰਲੀਮੈਂਟ ਦੇ ਮੈਂਬਰ ਬਣਨ ਦੀ ਕੋਈ ਲੋੜ ਨਹੀਂ। ਉਹ ਜਿਹੜਾ ਹੈਗਾ ਸਮਾਂ ਆਪਦਾ, ਜਿਹੜੀ ਉਹਨਾਂ ਦੀ ਪਿਛਲੀ ਲਾਈਫ ਆ, ਉਹਨੂੰ ਆਪਦਾ ਘਰੇ ਬੈਠ ਕੇ ਗੁਜ਼ਾਰ ਲੈਣ। ਪੰਥ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਲੋਕਾਂ ਦੇ ਵਿਸ਼ਵਾਸ ਨਾਲ, ਲੋਕਾਂ ਦੀਆਂ ਸ਼ਰਧਾ ਦੇ ਨਾਲ ਖਲਵਾੜ ਨਾ ਕਰ। ਇੰਨਾ ਕੁਛ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਜਸਵਿੰਦਰ ਸਿੰਘ ਜੀ, ਗੁਰਦੁਆਰਾ ਬਾਬੇ ਕੇ। ਸੋ ਮੈਂ ਬੇਨਤੀ ਕਰੂੰਗਾ ਭਾਈ ਨਿਰਮਲ ਸਿੰਘ ਜੀ, ਗੁਰਦੁਆਰਾ ਬਾਬਾ ਸੰਗ ਸਮੈਦਕ ਤੋਂ, ਉਹ ਆ ਜਾਣ, ਉਹ ਆਪਣੀ ਹਾਜ਼ਰੀ ਲਵਾਉਣਗੇ। ਔਰ ਉਹਨਾਂ ਤੋਂ ਮਗਰੋਂ ਡਾਕਟਰ ਸਾਧੂ ਸਿੰਘ ਜੀ, ਉਹ ਜਿਹੜੀ ਆਪਣੀ ਹਾਜ਼ਰੀ ਭਰਨਗੇ। ਸੋ ਇਸੇ ਤਰੀਕੇ ਦੇ ਨਾਲ ਸੀ ਅੱਜ ਦੀ ਜਿਹੜੀ ਇਹ ਇਕੱਤਰਤਾ ਹੈ, ਇਹ ਮਿਡਲੈਂਡ ਦੇ ਸਮੂਹ ਗੁਰਦੁਆਰੇ ਸਾਹਿਬਾਨਾਂ ਦੀ ਜਿਹੜੀ ਇਕੱਤਰਤਾ ਹੈ, ਜਿਸ ਦੇ ਵਿੱਚ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾ ਰਹੀ ਹੈ। ਜਿਵੇਂ ਬੁਲਾਰੇ ਦੱਸ ਕੇ ਗਏ ਨੇ ਵੀ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ, ਇਹ ਪੰਜਾਬ 'ਚ ਹੀ ਨਹੀਂ ਜਾਂ ਭਾਰਤ 'ਚ ਹੀ ਨਹੀਂ, ਇੱਥੇ ਇੰਗਲੈਂਡ ਦੇ ਗੁਰੂ ਘਰਾਂ ਦੇ ਵਿੱਚ ਵੀ ਸ਼ਹੀਦੀ ਦਿਹਾੜੇ ਦੇ ਅਖੰਡ ਪਾਠ ਸਾਹਿਬ ਕਰਾਏ ਜਾਂਦੇ ਸੀ। ਮੋਰਾਂ ਵਾਲੀ ਨਗਰ ਤੋਂ ਜਾਂ ਜਿਹੜੇ ਉਹ ਲਾਗੇ ਚਾਗੇ ਦੇ ਨਗਰ ਨੇ, ਅਤੇ ਇੱਥੇ ਸਮੈਦਕ ਦੇ ਵਿੱਚ ਜਾਂ ਮਿਡਲੈਂਡ ਦੇ ਵਿੱਚ ਤੁਹਾਨੂੰ ਪਤਾ ਹੋਊਗਾ, ਤੁਸੀਂ ਪੁਰਾਣੇ ਸੱਜਣ ਇੱਥੇ ਰਹਿੰਦੇ ਹੋ, ਸਾਨੂੰ ਤਾਂ ਚਲੋ ਥੋੜ੍ਹਾ ਸਮਾਂ ਹੋਇਆ ਇੱਥੇ ਆਇਆਂ ਨੂੰ, ਅਤੇ ਇੱਥੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਕਰਾ ਕੇ ਦਿਹਾੜੇ ਜਿਹੜੇ ਮਨਾਏ ਜਾਂਦੇ ਸੀ। ਸੋ ਭਾਈ ਨਿਰਮਲ ਸਿੰਘ ਜੀ, ਗੁਰਦੁਆਰਾ ਬਾਬਾ ਸੰਘ। ਧੰਨਵਾਦ ਹੈ ਸਤਿਗੁਰੂ ਜੀ ਦਾ, ਜਿਨ੍ਹਾਂ ਨੇ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਾਏ ਆ ਸਾਰਿਆਂ ਦੇ। ਅਸਲ ਵਿੱਚ ਇਹ ਵੱਡੇ ਭਾਗ ਵੀ ਕਹਿ ਸਕਦੇ ਹਾਂ ਆਪਾਂ। ਸਾਨੂੰ ਕੋਈ ਐਸਾ ਸ਼ਖਸ ਸਾਰਿਆਂ ਨੂੰ ਇਕੱਠੇ ਕਰ ਦਿੰਦਾ, ਜਿਹਦੇ ਕਾਰਨ ਕਰਕੇ ਸਤਿਗੁਰੂ ਜੀ ਦੇ ਵੀ ਦਰਸ਼ਨ ਹੋ ਜਾਂਦੇ, ਆਪਦੇ ਪਿਆਰਿਆਂ ਦੇ ਵੀ। ਆਓ ਰਸਨਾ ਕਰੀਏ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੁੱਦੇ ਵਾਕਿਆ ਹੀ ਕਪਤਾਨ ਸਾਹਿਬ ਦੇ ਕਹਿਣ ਵਾਂਗੂ ਉਹ ਸਿੰਘ ਸਾਹਿਬ ਕਹਿ ਕੇ ਗਏ ਬਹੁਤ ਆ, ਪਰ ਹੁਣ ਇਸ ਵੇਲੇ ਕੋਈ ਮੁੱਦਾ ਆਪਣੇ ਕੋ ਜੋ ਪੰਜਾਬ ਦੇ ਵਿੱਚ ਭਖਿਆ ਹੋਇਆ ਬਿਆਨਬਾਜ਼ੀ ਦਾ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿੱਤ ਬਤ ਰਹੀ ਉੱਠ ਗੌਰ, ਨਾਨਕ ਫਾਸੀ ਗੱਲ ਪਰ। ਆਪਣੇ ਵੱਸ ਦੀ ਗੱਲ ਹੀ ਨਹੀਂ। ਆਪਾਂ ਨੂੰ ਬਹੁਤ ਚਿਰ ਪਹਿਲਾਂ ਵੀ ਇੱਕ ਸੱਟ ਲੱਗ ਚੁੱਕੀ ਆ, ਸਾਰਾ ਪੰਜਾਬ ਉਮੜ ਕੇ ਆ ਗਿਆ ਇਹਨਾਂ ਦੇ ਮਗਰ। ਬਾਬਾ ਜੋਗਿੰਦਰ ਸਿੰਘ ਜੀ ਹੁਣਾਂ ਨੇ, ਆਪਾਂ ਨੂੰ ਪਤਾ ਹੈ, ਹਰਦੀਪ ਸਿੰਘ ਜੀ ਡਿਬਡਬਾ, ਉਹਨਾਂ ਦੇ ਵੀ ਜੋ ਉਸ ਟਾਈਮ ਦਾ ਸੰਘਰਸ਼ ਕੀਤਾ ਹੋਇਆ, ਉਹ ਸਾਨੂੰ ਅਜੇ ਵੀ ਯਾਦ ਆ। ਮੈਂ ਛੋਟਾ ਸੀ, ਅਸੀਂ ਪੜ੍ਹੇ ਹਾਂ, ਪਰ ਅਸੀਂ ਹੰਢਾਇਆ ਨਹੀਂ। ਕਈ ਬਹੁਤ ਸਿਆਣੇ ਇੱਥੇ ਸਿੰਘ ਬੈਠੇ ਆ ਜਿਨ੍ਹਾਂ ਨੇ ਉਸ ਚੀਜ਼ ਨੂੰ ਆਪਣੇ ਪਿੰਡੇ 'ਤੇ ਹੰਢਾਇਆ। ਉਸ ਵਕਤ ਵੀ ਉਹ ਜਿਹੜਾ ਕਿਰਪਾਨ ਦਾ ਮਸਲਾ ਆਇਆ ਸੀ, ਪਰ ਉਹ ਸਮਾਂ ਸੀ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ। ਉਹ ਬਹੁਤ ਸਾਰੇ ਜਿੱਦਾਂ ਪਾਣੀਆਂ ਦਾ ਵੱਡਾ ਮਸਲਾ ਸੀ, ਉਸ ਟਾਈਮ 'ਤੇ ਸੁਲਝਾਇਆ ਜਾ ਸਕਦਾ ਸੀ, ਪਰ ਹੁਣ ਤਾਂ ਕਈ ਸੂਏ, ਕਈ ਨਹਿਰਾਂ ਉੱਧਰ ਨੂੰ ਮੋੜ ਦਿੱਤੀਆਂ। ਪੰਜਾਬ ਦੀ ਜਵਾਨੀ ਦਾ ਮੂੰਹ ਹੀ ਮੋੜ ਦਿੱਤਾ ਹੋਰ ਕਿਸੇ ਬੰਨੇ। ਮੈਂ ਤਾਂ ਬੇਨਤੀ ਕਰਦਾ ਸਤਿਗੁਰੂ ਨੂੰ ਕਿ ਆਪ ਹੀ ਸਤਿਗੁਰੂ ਜੀ ਬਖਸ਼ੋ, ਕਿਰਪਾ ਕਰੋ। ਇਹ ਆਪਣੇ ਸਿੱਖੋ, ਆਪਣੇ ਸਿੰਘੋ ਵੱਸ ਦੀ ਗੱਲ ਨਹੀਂ ਆ। ਇਹ ਸਤਿਗੁਰੂ ਜੀ ਆਪ ਹੀ ਕਿਰਪਾ ਕਰਨ, ਕੋਈ ਇਹੋ ਜਿਹਾ ਸਿੱਖ ਲੀਡਰ ਸਾਨੂੰ ਦੇਣ ਜਿਹਦੇ ਨਾਲ ਸਾਡੇ ਸਿੱਖੀ ਦੇ ਜੋ ਬੂਟੇ ਮੁਰਝਾ ਰਹੇ ਉਹਨਾਂ ਨੂੰ ਪਾਣੀ ਦਿੱਤਾ ਜਾਵੇ, ਅਤੇ ਆਉਣ ਵਾਲੀ ਫੁਲਵਾੜੀ, ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਉਹਨੂੰ ਸਹੀ ਰਾਹ 'ਤੇ ਤੋਰਿਆ ਜਾਵੇ। ਹੁਣ ਦੇਖੋ ਕਿੱਥੇ ਜਾ ਕੇ ਇੱਕ ਲੀਡਰ, ਚੁਣਿਆ ਹੋਇਆ ਲੀਡਰ, ਅਤੇ ਪੈਰ ਰੱਖਣਾ ਦਲੀਜ ਦੇ ਵਿੱਚ, ਅਤੇ ਉਹ ਪਿੱਛੇ ਮੋੜ ਦੇ ਸਾਰੇ ਸੰਘਰਸ਼ ਨੂੰ ਸਤਿਆਨਾਸ਼ ਕਰ ਦਿੱਤਾ ਜਾਂਦਾ ਹੈ। ਉਸ ਟਾਈਮ 'ਤੇ ਦੁੱਖ ਲੱਗਦਾ ਉਸ ਚੀਜ਼ ਦਾ ਵੀ ਜਿਨ੍ਹਾਂ ਨੇ ਆਪਣੀ ਕੁਰਬਾਨੀ ਕੀਤੀ ਹੁੰਦੀ ਆ। ਮੈਂ ਇੱਕੋ ਹੀ ਬੇਨਤੀ ਕਰਦਾ, ਇਹੋ ਜਿਹੇ ਬਿਆਨਬਾਜ਼ੀ ਜਿਹੜੀ ਹੈਗੀ ਆ,
ਉਹ ਆਪਣੇ ਲੀਡਰਾਂ ਨੂੰ ਸੰਕੋਚਣੀ ਚਾਹੀਦੀ ਆ। ਆਪਾਂ ਵੈਸੇ ਇੱਕ ਗੱਲ ਜ਼ਰੂਰ ਆ ਕਿ ਆਪਾਂ ਨੂੰ ਸੰਤ ਜਰਨੈਲ ਸਿੰਘ ਜੀ ਵਰਗਾ ਲੀਡਰ ਮਿਲਣਾ ਨਹੀਂ, ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ। ਸੰਤ ਕਹਿ ਦੇਣਾ ਸੌਖਾ ਹੈ, ਸੰਤ ਦੀ ਪਰਿਭਾਸ਼ਾ ਬੜੀ ਵੱਡੀ ਹੈ ਅਤੇ ਸੰਤ ਬਣਨਾ ਬੜਾ ਔਖਾ। ਉਹ ਸੰਤ ਸੀ ਪੂਰਨ, ਉਹੋ ਜਿਹਾ ਲੀਡਰ ਸਾਨੂੰ ਮਿਲਣਾ ਬੜਾ ਔਖਾ ਹੈ। ਆਪਾਂ ਬੇਨਤੀ ਕਰੀਏ ਸਤਿਗੁਰ ਦੇ ਚਰਨਾਂ 'ਚ, ਸੱਚੇ ਸਤਿਗੁਰੂ ਜੀ ਸਾਨੂੰ ਕੋਈ ਲੀਡਰ ਇਹੋ ਜਿਹਾ ਬਖਸ਼ ਦਿਓ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਅੱਗੇ ਵੱਧ ਸਕੇ, ਸਿੱਖੀ ਦੇ ਫੁਲਵਾੜੀ ਦੇ ਬੂਟੇ ਨੂੰ ਪਾਣੀ ਲਾ ਸਕੇ ਜੀ। ਇੱਥੇ ਜੀ ਖਿਮਾ ਦਾ ਜਾਚ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੁਲਵਰਹੈਂਪਟਨ ਅਤੇ ਬਰਮਿੰਘਮ ਵਿਸਵਰਮ ਦੇ ਗੁਰਦੁਆਰੇ ਇਕੱਠੇ ਹੋ ਕੇ ਜੋ ਕਿ ਸਿਮਰਨਜੀਤ ਸਿੰਘ ਮਾਨ ਨੇ ਅਤੇ ਉਹਦੇ ਸਪੁੱਤਰ ਨੇ ਬਿਆਨ ਦਿੱਤਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਜੋ ਅਜਾਇਬ ਘਰ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੱਗੀ ਹੈ ਉਸ ਨੂੰ ਉਤਾਰਿਆ ਜਾਵੇ। ਇਸ ਗੱਲ ਲਈ ਸਮੁੱਚੇ ਗੁਰਦੁਆਰਿਆਂ ਦੇ ਪ੍ਰਬੰਧਕ ਇਕੱਠੇ ਹੋਏ ਜਿਹੜੇ ਕਿ ਇਸ ਗੱਲ ਦੀ ਵਿਰੋਧਤਾ ਕਰਦੇ ਅਤੇ ਕੰਡੈਮ ਕਰਦੇ। ਉਹਦਾ ਬੜਾ ਨਿੰਦਣਯੋਗ ਬਿਆਨ ਹੈ। ਅਸੀਂ ਉਹਨੂੰ ਸਾਰੇ ਹੀ ਨਿਮਰਤਾ ਸਹਿਤ ਇਹ ਬੇਨਤੀ ਕਰਦੇ ਕਿ ਉਹ ਇਸ ਬਿਆਨ ਨੂੰ ਲਿਖਤੀ ਰੂਪ ਵਿੱਚ ਵਾਪਸ ਲਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਵਾਦ ਨਾ ਫੈਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਭਾਈ ਨਿਰਮਲ ਸਿੰਘ ਜੀ ਗੁਰਦੁਆਰਾ ਬਾਬਾ ਸੰਗ ਸਮੈਦਕ ਤੋਂ। ਸੋ ਬੇਨਤੀ ਕਰਾਂਗੇ ਡਾਕਟਰ ਸਾਧੂ ਸਿੰਘ ਜੀ ਗੁਰਦੁਆਰਾ ਨਾਨਕਸਰ ਠਾਠ ਵੁਲਵਰਹੈਂਪਟਨ, ਸੋ ਉਹ ਆਪਣੇ ਵਿਚਾਰ ਜਿਹੜੇ ਉਹ ਰੱਖਣਗੇ। ਉਹਨਾਂ ਤੋਂ ਮਗਰੋਂ ਸਰਦਾਰ ਸਰਬਜੀਤ ਸਿੰਘ ਜੀ। ਸੋ ਡਾਕਟਰ ਸਾਧੂ ਸਿੰਘ ਜੀ ਗੁਰਦੁਆਰਾ ਨਾਨਕਸਰ ਠਾਠ ਵੁਲਵਰਹੈਂਪਟਨ। ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਕਤ ਵਿਚਾਰੇ ਸੋ ਬੰਦਾ ਹੋਏ। ਸਮਾਂ ਆਇਆ ਸੀ ਜਦੋਂ 84 ਦਾ ਉਹ ਜ਼ਖਮ ਹਾਲੇ ਅੱਲਾ ਸੀ। ਜਦੋਂ ਪਹਿਲੀ ਵਾਰੀ ਇਹ ਮਾਨ ਸਾਹਿਬ ਗਏ ਤਾਂ ਉਦੋਂ ਕਿਰਪਾਨ ਉੱਥੇ ਦਰਵਾਜ਼ੇ ਵਿੱਚ ਉਡਾ ਕੇ ਬਹਿ ਗਿਆ। ਇੱਥੇ ਆਏ ਸਨ, ਅਸੀਂ ਉਹਨਾਂ ਬੇਨਤੀ ਕੀਤੀ ਸੀ, ਅਸੀਂ ਉਹਨਾਂ ਤੋਂ ਮੰਗ ਕਰਦੇ ਸਾਂ, ਆਸ ਰੱਖਦੇ ਸਾਂ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਤਰਥਾਲੀ ਮਚਾਉਣ 84 ਦਾ ਜੋ ਉੱਥੇ ਹਮਲਾ ਹੋਇਆ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ। ਨਹੀਂ ਹੋਇਆ। ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਸਾਰੀ ਕੌਮ ਇਕੱਠੀ ਹੋਈ, ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ, ਉਹ ਮਸਲਾ ਸੀ ਅਤੇ ਉਹ ਬਿਆਨ ਦੇ ਕੇ ਕਿੱਧਰ ਨੂੰ ਤੋਰਿਆ। ਮੈਂ ਉਹਨੂੰ ਪੁੱਛਣਾ ਚਾਹੁੰਦਾ ਹਾਂ, ਸਿੱਖ ਖਾਲਸੇ ਦੀ ਡੈਫੀਨੇਸ਼ਨ ਕੀ ਹੈ? ਮਜ਼ਲੂਮ ਅਤੇ ਉਹਦਾ ਥੰਮ ਮੰਨਣਾ, ਕਿਸੇ 'ਤੇ ਜ਼ੁਲਮ ਹੁੰਦਾ ਥੰਮਣਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਕਿਉਂ ਦਿੱਤੀ ਸੀ? ਕਿਹਦੇ ਲਈ ਦਿੱਤੀ ਸੀ? ਆਪਣੇ ਲਈ, ਦੂਸਰੇ ਧਰਮ ਵਾਸਤੇ। ਅਤੇ ਜਲ੍ਹਿਆਂਵਾਲੇ ਬਾਗ ਦੇ ਵਿੱਚ 2,500 ਬੰਦਾ ਉਹਨੇ ਭੁੰਨ ਕੇ ਰੱਖ ਦਿੱਤਾ ਅਤੇ ਉੱਥੇ ਉਹਨੂੰ ਸਰੋਪਾ ਦਿੰਦੇ। ਸ਼ਰਮ ਨਹੀਂ ਆਉਂਦੀ ਕਹਿੰਦੇ ਇਹਨੂੰ? ਥੋੜ੍ਹਾ ਬਹੁਤ ਸੰਕੋਚ ਲੈਂਦੇ। ਹੁਣ ਦੂਸਰੀ ਗੱਲ ਭਗਤ ਸਿੰਘ ਦੀ, ਉਹ ਦੁਨੀਆ ਪੂਜਦੀ ਹੈ। ਸ਼ਹੀਦਾਂ ਕੀ ਚਿਤਾਂ ਉੱਪਰ ਲੱਗेंगे हर बरस मेले बतन पर मर मिटने वालों का जाहे जहे आखिरी निशान होगा। ਦੁਨੀਆ ਗਾਉਂਦੀ ਹੈ ਪਰ ਉਹਨੂੰ ਕਹਿੰਦਾ ਅੱਤਵਾਦੀ ਹੈ। ਤਫੀ ਕਰਤਾਰ ਸਿੰਘ ਸਰਾਭਾ, ਉਹ ਗਦਰੀ ਬਾਬੇ ਉੱਠ ਕੇ ਕੈਨੇਡਾ ਦੀ ਧਰਤੀ ਤੋਂ ਆਏ ਸਨ, ਅਮਰੀਕਾ ਤੋਂ, ਉਹਨਾਂ ਨੂੰ ਕੀ ਕਹੋਗੇ? ਜੋ ਕਿ ਆਖਿਆ ਗਿਆ ਇਹ ਸਾਜ਼ਿਸ਼ ਤਾਂ ਨਹੀਂ ਕਿ ਜੇ 92% ਆਜ਼ਾਦੀਆਂ ਵਾਸਤੇ ਅਸੀਂ ਕੁਰਬਾਨੀਆਂ ਦਿੱਤੀਆਂ ਉਹਨੂੰ ਮਿੱਟੀ ਵਿੱਚ ਮਿਲਾਉਣ ਦੀ। ਖਾਲਸਾ ਜੀ, ਇਹ ਸੋਚਣਾ ਪਵੇਗਾ। ਬੜਾ ਹੀ ਮੰਦਭਾਗੇ ਬਿਆਨ ਆ ਰਹੇ ਨੇ। ਪਤਾ ਨਹੀਂ ਉਹ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀ ਰਜਾ ਹੈ। ਅਤੇ ਆਪਾਂ ਤੇ ਅਰਦਾਸ ਹੀ ਕਰ ਸਕਦੇ ਹਾਂ, ਸਤਿਗੁਰੂ ਆਪਣੇ ਪੰਥ ਦੀ ਰੱਖਿਆ ਆਪ ਕਰੋ। ਅਤੇ ਇਹੋ ਜਿਹੇ ਜੋ ਬਿਆਨ ਦਿੱਤੇ ਜਾ ਰਹੇ ਨੇ, ਅਸੀਂ ਵੈਰੀ ਸਟਰੋਂਗਲੀ ਉਹਨੂੰ ਕੰਡੈਮ ਕਰਦੇ ਹਾਂ ਕਿ ਇਹੋ ਜਿਹੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ ਸੀ। ਖਾਸ ਕਰਕੇ ਇਸ ਮੌਕੇ ਦੇ ਉੱਤੇ ਜਦੋਂ 30 ਸਾਲਾਂ ਦੇ ਸਾਡੇ ਭਰਾ ਅੰਦਰ ਬੈਠੇ ਨੇ, ਉਹਨਾਂ ਨੂੰ ਛਡਾਉਣ ਵਾਸਤੇ ਮੁਹਿੰਮ ਚੱਲੀ ਹੈ ਅਤੇ ਉਦੋਂ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ। ਇਹ ਸਨ ਡਾਕਟਰ ਸਾਧੂ ਸਿੰਘ ਜੀ ਨਾਨਕਸਰ ਠਾਠ ਗੁਰਦੁਆਰਾ ਵੁਲਵਰਹੈਂਪਟਨ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਸਰਬਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰ, ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਰਦਾਰ ਸਰਬਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਦੋਂ ਮਾਨ ਸਾਹਿਬ ਇਸ ਵਾਰੀ ਪਾਰਲੀਮੈਂਟ ਵਿੱਚ ਗਏ ਆ, ਜਿਹੜਾ ਸੀਮਤ ਸਮਾਂ ਮਿਲਿਆ ਉਹਦੇ ਵਿੱਚ ਸੁਪਰੀਮ ਕੋਰਟ ਵਿੱਚ ਕੋਈ ਵੀ ਸਿੱਖ ਨਾ ਜੱਜ ਨਾ ਹੋਣ ਦਾ ਮੁੱਦਾ ਉਠਾਇਆ। ਉਸ ਤੋਂ ਪਹਿਲਾਂ ਜਦੋਂ ਦਿੱਲੀ ਗਏ ਆ ਇਸ ਸਹੁੰ ਚੁੱਕ ਸਮਾਗਮ ਲਈ, ਉਹ ਜਿਹੜੇ ਦਿੱਲੀ ਦੇ ਵਿੱਚ ਇਲਾਕੇ ਆ ਜੋ ਸਰਦਾਰ ਬਘੇਲ ਸਿੰਘ ਜੀ ਨੇ ਜਿੱਤੇ ਸੀ, ਉਹਨਾਂ ਦੀ ਗੱਲ ਕੀਤੀ ਹੈ ਕਿ ਸਿੱਖ ਕੌਮ ਦੇ ਆ, ਜਦ ਕਿ ਚੁਣਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ 'ਚ ਹੀ ਕੇਂਦਰ ਸਰਕਾਰ ਤੋਂ ਜਗ੍ਹਾ ਮੰਗ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਭਿਉਰਾ ਨੇ ਜਦੋਂ ਜੇਲ੍ਹ ਤੋੜ ਕੇ ਫਰਾਰ ਹੋਏ ਸੀਗੇ, ਉਸ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਦਿੱਤਾ ਸੀ ਕਿ ਇਹ ਕੌਮ ਦੇ ਹੀਰੇ ਆ, ਕੌਮ ਇਹਨਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦੇਵੇ। ਅਤੇ ਉਹ ਜਿਹੜਾ ਮਨੂਵਾਦੀ ਗੋਦੀ ਮੀਡੀਆ, ਉਹਦੇ ਵਿੱਚ ਹਾਹਾਕਾਰ ਮਚ ਗਈ ਸੀ। ਇਹ 10 ਸਾਲ ਪਹਿਲਾਂ ਦੀ ਗੱਲ ਆ। ਅਤੇ ਉਹਨਾਂ ਨੇ ਦੂਜੇ ਦਿਨ ਹੀ ਪੁੱਛਣਾ ਸ਼ੁਰੂ ਕਰਤਾ ਕਿ ਉਹ ਤਾਂ ਅੱਤਵਾਦੀ ਆ ਅਤੇ ਤੁਸੀਂ ਉਹਨਾਂ ਲਈ ਦਰਵਾਜ਼ੇ ਖੋਲ੍ਹਣ ਦੀ ਗੱਲ ਕਰਦੇ ਆ। ਤਾਂ ਉਹ ਕਹਿੰਦੇ ਕਿ ਅਕਸਰ ਇੱਦਾਂ ਹੁੰਦਾ, ਜਦੋਂ ਰਾਜ ਕਿਸੇ ਹੋਰ ਦਾ ਹੁੰਦਾ ਅਤੇ ਜਿਹੜੇ ਆਜ਼ਾਦੀ ਲਈ ਸੰਘਰਸ਼ ਕਰਦੇ ਆ, ਜਾਨਾਂ ਵਾਰਦੇ ਆ, ਉਹ ਉਹਨਾਂ ਲਈ ਅੱਤਵਾਦੀ ਹੁੰਦੇ ਆ। ਅਤੇ ਜਦੋਂ ਦੇਸ਼ ਆਜ਼ਾਦ ਹੋ ਜਾਂਦਾ ਅਤੇ ਉਹ ਆਪਣੀ ਕੌਮ ਦੇ ਸ਼ਹੀਦ, ਆਪਣੀ ਕੌਮ ਦੇ ਯੋਧੇ ਬਣ ਜਾਂਦੇ ਆ। ਪੱਤਰਕਾਰਾਂ ਵੱਲੋਂ ਬਾਰ-ਬਾਰ ਖੱਲ ਉਧੇੜਨ ਤੋਂ ਬਾਅਦ ਜਦੋਂ ਇਸ ਗੱਲ ਦੀ ਵਾਲ ਦੀ ਖੱਲ ਉਧੇੜੀ ਅਤੇ ਤਾਂ ਉਹਨਾਂ ਨੇ ਉਦਾਹਰਣ ਦਿੱਤੀ ਸੀ ਕਿ ਦੇਖੋ, ਜਿਵੇਂ ਭਗਤ ਸਿੰਘ ਅੰਗਰੇਜ਼ਾਂ ਲਈ ਅੱਤਵਾਦੀ ਸੀਗਾ, ਪਰ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਅਤੇ ਹੁਣ ਉਹ ਦੇਸ਼ ਭਗਤ ਆ, ਕੌਮ ਇੱਥੇ ਇੰਡੀਆ ਲਈ ਸ਼ਹੀਦ ਆ। ਉਹ ਕਹਿੰਦੇ ਫਿਰ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ ਆ। ਉਹ ਕਹਿੰਦੇ ਮੈਂ ਅੱਤਵਾਦੀ ਕਹਿੰਦਾ ਨਹੀਂ, ਪਰ ਮੈਂ ਤੁਹਾਨੂੰ ਉਦਾਹਰਣ ਦਿੱਤੀ ਆ ਕਿ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ, ਤਾਰਾ ਅਤੇ ਭਿਉਰਾ ਨੂੰ ਤੁਸੀਂ ਅੱਤਵਾਦੀ ਕਹਿੰਦੇ, ਅੰਗਰੇਜ਼ ਵੀ ਅੱਤਵਾਦੀ ਕਹਿੰਦੇ ਸੀਗੇ। ਫਿਰ ਇਹਦੇ 'ਤੇ ਹਾਈ ਕੋਰਟ ਵਿੱਚ ਕੇਸ ਚੱਲਿਆ ਸੀਗਾ ਔਰ ਕੇਸ ਬਾਇੱਜ਼ਤ ਜਿੱਤੇ ਸੀਗੇ। ਜਿਹੜੀ ਗੱਲ ਮਾਨ ਦੇ ਨਾਨੇ ਦੀ ਕੀਤੀ ਹੈ, ਉਹ ਬਘਿਆੜ ਦੇ ਪਾਣੀ ਪੀਣ ਵਾਲੀ ਗੱਲ ਆ ਕਿ ਉਹ ਲੇਲੇ ਨੂੰ ਖਾਣਾ ਚਾਹੁੰਦਾ ਸੀਗਾ ਅਤੇ ਕਹਿੰਦਾ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸੀ, ਕਹਿੰਦਾ ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸੀ, ਕਹਿੰਦਾ ਤੂੰ ਨਹੀਂ ਤਾਂ ਤੇਰਾ ਪਿਓ ਹੋਊਗਾ। ਜਿਹਦਾ ਵਿਰੋਧ ਕਰਨਾ ਹੁੰਦਾ, ਮਾਨ ਨੇ ਗਦਾਰਾਂ ਦਾ ਕੈਲੰਡਰ ਛਾਪਿਆ, ਉਹਦੇ ਵਿੱਚ ਆਪਣੇ ਨਾਨੇ ਦਾ ਨਾਂ ਲਿਖਿਆ ਗਦਾਰ ਵਜੋਂ। ਜਦੋਂ ਸ਼੍ਰੋਮਣੀ ਕਮੇਟੀ ਦੇ ਚੁਣ ਕੇ ਆਏ ਸੀ, ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਨਾਨੇ ਦੀ ਗਲਤੀ ਦੀ ਮਾਫੀ ਮੰਗੀ ਸੀ, ਮੀਡੀਆ ਵਿੱਚ ਗਲਤੀ ਦੀ ਮਾਫੀ ਮੰਗੀ ਸੀ। ਜਦੋਂ 89 ਵਿੱਚ ਜਿੱਤ ਕੇ ਆਏ ਸੀ, ਕੌਮ ਨੇ ਜਿਤਾਇਆ ਸੀ, ਕੌਮ ਨੇ ਹੀ ਉਹਨਾਂ ਨੂੰ ਕਿਰਪਾਨ 'ਤੇ ਖੜਨ ਲਈ ਕਿਹਾ ਸੀਗਾ। ਬਾਅਦ ਵਿੱਚ ਜੇ ਤਾਂ ਜਿੱਤ ਜਾਂਦੇ ਤਾਂ ਫਿਰ ਵਾਹ ਹੋਣੀ ਸੀ। ਹਾਰੇ ਦਾ ਸਾਥੀ ਕੋਈ ਨਹੀਂ ਬਣਦਾ ਹੁੰਦਾ, ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨ ਵਾਲੇ ਹੁੰਦੇ ਸਾਰੇ। ਦੂਜੀ ਵਾਰੀ ਫਿਰ ਜਦੋਂ ਜਿੱਤੇ, ਉਹਨਾਂ ਨੇ ਉਸ ਵੇਲੇ ਦੇ ਜਥੇਦਾਰ ਸਾਹਿਬ ਨੂੰ ਪੁੱਛਿਆ ਅਤੇ ਉਹ ਕਹਿੰਦੇ ਚਲੋ ਤੁਸੀਂ ਸਹੁੰ ਚੁੱਕ ਲਓ, ਜਾਓ। ਪਾਰਲੀਮੈਂਟ ਸਪੀਚਿਸ ਆਫ ਸਰਦਾਰ ਸਿਮਰਨਜੀਤ ਸਿੰਘ ਮਾਨ YouTube 'ਤੇ ਦੇਖ ਸਕਦੇ ਹਾਂ। ਔਰ ਜਥੇਦਾਰ ਮੋਹਨ ਸਿੰਘ ਤੌੜ ਮੁਰਾਰਜੀ ਦੇਸਾਈ ਨੇ ਬਣਨਾ ਸੀ ਪ੍ਰਧਾਨ ਮੰਤਰੀ। ਬਾਦਲ ਦੇ 8 MP ਜਿੱਤੇ ਸੀਗੇ, ਜਥੇਦਾਰ ਮੋਹਨ ਸਿੰਘ ਤੌੜ 3.5 ਫੁੱਟੀ ਕਿਰਪਾਨ ਲੈ ਕੇ ਖੜੇ ਸੀ, ਅੜੇ ਸੀਗੇ। ਮੁਰਾਰਜੀ ਦੇਸਾਈ ਨੇ ਬਾਕੀ ਸੱਤਾ ਨੂੰ ਕਿਹਾ ਸੀਗਾ ਤੁਸੀਂ ਆ ਜਾਓ, ਇਹਨੂੰ ਸੋਰਟ ਆਊਟ ਕਰ ਲੈਣ ਦਿਓ, ਹੱਲ ਕਰ ਲੈਣ ਦਿਓ। ਉਹ ਕਹਿੰਦੇ ਨਹੀਂ, ਇਹ ਸਾਡਾ ਜਥੇਦਾਰ ਆ, ਜਦ ਤੱਕ ਇਹ ਨਹੀਂ ਆਉਂਦਾ ਅਸੀਂ ਨਹੀਂ ਹੋਣਾ। ਪਾਰਲੀਮੈਂਟ ਇੰਡੀਆ ਦੀ ਵਿੱਚ ਜਥੇਦਾਰ ਮੋਹਨ ਸਿੰਘ ਤੌੜ ਆਪਣੀ 3.5 ਫੁੱਟੀ ਕਿਰਪਾਨ ਨਾਲ ਗਿਆ ਸੀ, ਕਿਉਂਕਿ ਸਰਕਾਰੀ ਧਿਰ ਨੂੰ ਉਹਨਾਂ ਨੇ ਮਦਦ ਦੇਣੀ ਸੀ। ਯਾਸਰ ਅਰਾਫਤ PLO ਦਾ ਚੇਅਰਮੈਨ ਆ, ਇੰਡੀਆ ਨਾਲ ਉਹਦਾ ਕੋਈ ਨਾਤਾ ਨਹੀਂ, ਇੰਦਰਾ ਗਾਂਧੀ ਨੂੰ ਮੰਨਦਾ ਸੀਗਾ, ਆਪਣੇ ਲੋਡਡ ਰਿਵਾਲਵਰ ਨਾਲ ਲੋਕ ਸਭਾ ਰਾਜ ਸਭਾ 'ਚ ਜਾ ਚੁੱਕਾ। ਮਨਮੋਹਨ ਸਿੰਘ ਦਾ 10 ਸਾਲ ਦਾ ਕਾਰਜਕਾਲ ਸੀਗਾ। ਪ੍ਰਿਯੰਕਾ ਗਾਂਧੀ ਵਿਜ਼ਿਟਿੰਗ ਗੈਲਰੀ ਵਿੱਚ ਗਈ ਸੀ, ਉਹਦੇ ਨਾਲ ਸਾਰੇ ਬਾਡੀਗਾਰਡ ਲੋਡਡ ਹਥਿਆਰਾਂ ਦੇ ਨਾਲ ਗਏ ਸੀਗੇ। ਇਹ ਜਿਹੜੀ ਗੱਲ ਆ, ਹੁਣ ਉਹ ਜਦੋਂ ਜਿੱਤ ਗਏ ਆ ਅਤੇ ਕਿਉਂਕਿ ਇੰਡੀਆ ਦੇ ਵਿੱਚ ਚਿੱਤ ਚੇਤੇ ਨਹੀਂ ਸੀ, ਜਿਵੇਂ ਸਾਰੇ ਬੜੇ ਖੁਸ਼ ਆ ਕਿ ਜ਼ਮਾਨਤਾਂ ਜ਼ਬਤ ਹੁੰਦੀਆਂ, ਉਹ ਵੀ ਬਹੁਤ ਖੁਸ਼ ਸੀ ਕਿ ਜ਼ਮਾਨਤ ਇਸ ਵਾਰੀ ਵੀ ਜ਼ਬਤ ਹੋ ਜਾਣੀ ਆ, ਪਰ ਜਿੱਤ ਗਏ। ਉਸ ਗੋਦੀ ਮੀਡੀਆ ਨੂੰ ਪੇਡ ਇੱਥੇ ਕਰੋੜਾਂ ਰੁਪਇਆ ਦੇ ਕੇ ਮਗਰ ਲਾਇਆ ਗਿਆ ਕਿ ਭੜਕਾਓ, ਹਰੇਕ ਮੁੱਦੇ 'ਤੇ ਭਟਕਾਓ। ਉਹੀ ਗੱਲਾਂ ਬਾਰ-ਬਾਰ ਕਰ ਰਹੇ ਆ। ਪਰ ਜਿਹੜਾ ਮੁੱਦਾ ਹਾਈ ਕੋਰਟ ਵਿੱਚ ਇੱਕ ਵਾਰੀ ਜਿੱਤ ਚੁੱਕਿਆ, ਦੁਬਾਰਾ ਉਹਦਾ ਕੇਸ ਨਹੀਂ ਹੋ ਸਕਦਾ। ਅਤੇ 5 ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਅਤੇ 5 ਵਾਰੀਆਂ ਦਾ ਉਹਦਾ ਜਿਹੜਾ ਕਾਰਜਕਾਲ ਆ, ਕੌਮ ਲਈ ਕਿੰਨੀ ਕੁ ਚੜ੍ਹਦੀ ਕਲਾ ਦੇ ਕੰਮ ਕੀਤੇ ਆ, ਉਹ ਆਪਾਂ ਸਾਰਿਆਂ ਨੂੰ ਪਤਾ। ਅਤੇ ਜਦੋਂ ਸਾਡੇ ਸਤਿਕਾਰਯੋਗ ਸ਼ਖਸੀਅਤ ਕਹਿੰਦੀ ਹੈ ਕਿ ਸਵੇਰ ਸ਼ਾਮ ਉਹਦੀ ਚੜ੍ਹਦੀ ਕਲਾ ਲਈ ਪਾਠ ਕਰਿਆ ਕਰੋ, ਉਦੋਂ ਸਾਡੀ ਕੋਈ ਹੰਗਾਮੀ ਮੀਟਿੰਗ ਨਹੀਂ ਹੁੰਦੀ ਕਿ ਜਿਸ ਵਿਅਕਤੀ ਨੇ 5 ਸਾਲ ਮੁੱਖ ਮੰਤਰੀ ਬਣ ਕੇ ਪੰਜਾਬ ਪੰਥ ਦਾ, ਕੌਮ ਦਾ ਘਾਣ ਕੀਤਾ, ਉਹਦੀ ਚੜ੍ਹਦੀ ਕਲਾ ਦੇ ਪਾਠ ਅਸੀਂ ਕਿਵੇਂ ਕਰ ਸਕਦੇ ਹਾਂ। ਬਾਕੀ ਦਾਸ ਨੂੰ ਬੇਨਤੀ ਇਹ ਕਰਨੀ ਚਾਹੁੰਦਾ, ਹੁਕਮ ਹੋਇਆ ਸੀਗਾ ਗੁਰੂ ਨਾਨਕ ਗੁਰਦੁਆਰਾ ਐਡਵਰਡ ਸਟਰੀਟ ਵੈਸਟ ਬ੍ਰੋਮਿਚ ਵੱਲੋਂ ਨੁਮਾਇੰਦੇ ਵਜੋਂ ਆਉਣ ਲਈ। ਮੈਨੂੰ ਪਤਾ ਹੈ ਕਿ ਬਹੁਤ ਗਿਣਤੀ, ਕਿਉਂਕਿ ਇੰਡੀਆ ਵਿੱਚ ਵੀ ਬਹੁਤ ਗਿਣਤੀਆਂ ਜ਼ੁਲਮ ਕਰਦੀਆਂ ਘੱਟ ਗਿਣਤੀ ਦੇ ਦਲਿਤਾਂ 'ਤੇ, ਅਤੇ ਬਹੁਤ ਗਿਣਤੀ ਦਾ ਫੈਸਲਾ ਇੱਥੇ ਥੋਪਿਆ ਜਾਵੇਗਾ।
ਉਹਨਾਂ ਨੇ ਕਿਹਾ ਸੀਗਾ ਕਿ ਸਾਡਾ ਨਾਮ ਵਿੱਚ ਨਾ ਲਿਖਿਓ, ਅਸੀਂ ਵੱਖਰੇ ਤੌਰ ਤੇ ਵਿਚਾਰ ਕੇ ਸੋਚਾਂਗੇ ਅਸੀਂ ਕੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਰਬਜੀਤ ਸਿੰਘ ਜੀ, ਜਿਹੜੇ ਆਪਣੇ ਵਿਚਾਰ ਰੱਖ ਕੇ ਗਏ ਨੇ ਔਰ ਨਾਲ ਉਹ ਕਹਿ ਕੇ ਗਏ ਨੇ ਵੀ ਜਿੱਦਾਂ ਮੀਡੀਆ ਨੇ ਗੱਲ ਮੂੰਹ 'ਚ ਪਾਤੀ ਤੇ ਜਿਹੜਾ ਅਮਾਨ ਸਿੰਘ ਮਾਨ ਉਹਨਾਂ ਦਾ ਸਪੁੱਤਰ ਉੱਥੇ ਫੋਟੋ ਲਾਉਣ ਵਾਸਤੇ ਮੈਮੋਰੰਡਮ ਦੇ ਕੇ ਆਇਆ ਲਿਖਤੀ, ਆਪ ਉੱਥੇ ਜਿਹੜਾ ਉਹ ਮੈਮੋਰੰਡਮ ਫੜਾ ਕੇ ਆਇਆ, ਲਿਖਤੀ ਜਿਹੜਾ ਉਹ ਦੇ ਕੇ ਆਇਆ ਵਾ ਫੋਟੋ ਲਾਉਣ ਵਾਸਤੇ ਜਿਹੜਾ। ਇਸ ਕਰਕੇ ਕਈ ਵਾਰੀ ਚਲੋ ਜਿੱਦਾਂ ਵੀ ਆਪਾਂ ਜੁੜੇ ਹੋਈਏ ਬੰਦਾ ਉਸ ਹਿਸਾਬ ਦੇ ਨਾਲ ਆਪਾਂ ਜਿਹੜੀ ਉਹ ਗੱਲ ਕਰਦੇ ਹਾਂ, ਪਰ ਉਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਵਿਚਾਰਨਾ ਪਏਗਾ ਵੀ ਇਹਨਾਂ ਚੀਜ਼ਾਂ ਦਾ ਪੰਥ ਨੂੰ ਕੋਈ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ, ਜਾਂ ਜਿਹੜੀ ਗੱਲ ਆ ਇਹ ਕਿਹੜੇ ਬੰਨੇ ਨੂੰ ਜਿਹੜੀ ਜਾਂਦੀ ਆ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਬਲਵਿੰਦਰ ਸਿੰਘ ਜੀ ਝੇੜੂ ਉਹ ਆਣ ਕੇ ਥੋੜ੍ਹਾ ਸਮਾਂ ਜਿਹੜਾ ਉਹ ਆਪਣੇ ਵਿਚਾਰ ਜਿਹੜੇ ਉਹ ਰੱਖਣਗੇ। ਸੋ 2-4 ਬੁਲਾਰੇ ਹੋਰ ਨੇ, ਕੋਈ ਹੋਰ ਵੀ ਸੱਜਣ ਬੋਲਣਾ ਚਾਹਵੇ ਤੇ ਜ਼ਰੂਰ ਆਪਣੇ ਵਿਚਾਰ ਜਿਹੜੇ ਆ ਉਹ ਰੱਖ ਸਕਦੇ ਨੇ। ਸਰਦਾਰ ਬਲਵਿੰਦਰ ਸਿੰਘ ਜੀ ਝੇੜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਗੁਰੂ ਘਰ ਦਾ ਧੰਨਵਾਦੀ ਹਾਂ ਕਿ ਜਿੰਨੀ ਮੀਟਿੰਗ ਸੱਦੀ ਆ ਅਤੇ ਆਪਾਂ ਨੂੰ ਆਪਣੇ ਵਿਚਾਰ ਦੱਸਣ ਦਾ ਮੌਕਾ ਦਿੱਤਾ। ਅਤੇ ਗੱਲ ਹੈਗੀ ਸਿਮਰਜੀਤ ਮਾਨ ਦੀ। ਕਈ ਵਾਰੀ ਬੰਦੇ ਸੋਚਦੇ ਖਰੇ ਈਰਖਾ ਨਾਲ ਗੱਲ ਕਰਦੇ ਆ। ਜਦੋਂ ਮਾਨ ਜੇਲ੍ਹ 'ਚੋਂ ਆਇਆ ਸੀ, ਅਸੀਂ 6 ਲੱਖ ਰੁਪਈਆ ਘੱਲਿਆ ਸੀ। ਅਸੀਂ ਸੋਚਿਆ ਜੇਲ੍ਹ ਤੋਂ ਆਇਆ ਅਤੇ ਉਹਦਾ ਬਿਨਾਂ ਕੋਈ ਉਹਨੇ ਗੱਲਬਾਤ ਨਹੀਂ ਹੋਈ ਸੀ। ਉੱਦਾਂ ਕਿ ਬੰਦਾ ਮੌਕਾ ਦੇਣਾ ਚਾਹੀਦਾ। ਪਹਿਲਾਂ ਸਾਨੂੰ ਤਾਂ ਕਹਿੰਦੇ ਸੀ ਕਿ ਇਹ ਬੰਦੇ ਨੇ ਸੇਵਾ ਕੀਤੀ ਆ, ਜੋ ਮੈਂ ਫੌਜੀ ਸੀਗਾ, ਪੁਲਿਸ ਸੀਗਾ। ਅਤੇ ਹੁਣ ਗੱਲ ਆਈ ਆ ਕਿ ਆ ਜਿਹੜੇ ਬਿਆਨ ਦੀ ਆਪਣੇ ਰੂੜ ਸਿੰਘ ਦੀ ਵੀ ਗੱਲ ਆਈ ਆ, ਉਹ ਨਾਨੇ ਦੀ, ਅਤੇ ਮਾਨ ਦੀ ਵੀ ਆਈ ਆ। ਕਰਤਾਰ ਸਿੰਘ ਸਵਾਬੇ ਨੂੰ 19 ਸਾਲ ਦੇ ਸੀ, ਉਹਨੂੰ ਫਾਂਸੀ ਦਿੱਤੀ ਆ। ਭਗਤ ਸਿੰਘ 22 ਸਾਲ ਦਾ ਜਦੋਂ ਉਹਨੂੰ ਫਾਂਸੀ ਦਿੱਤੀ ਆ। ਆਪਣੇ ਊਧਮ ਸਿੰਘ ਸੀ ਇੱਥੇ, ਉਹਨੂੰ 44-45 ਫਾਂਸੀ ਦਿੱਤੀ ਆ। ਕਾਹਦੇ ਦਿੱਤੀ ਆ? ਕਰਕੇ ਉਹ ਅੱਤਵਾਦੀ ਸੀਗੇ। ਜਿਨ੍ਹਾਂ ਦੀ ਨਿਗਾਹ 'ਚ ਨਾ ਇੱਕ ਦਿਨ ਦੇ ਆਦਮੀ ਜਿਹੜੇ ਅਜੂਰ ਦੇ ਆ, ਆਪਣੇ ਮੈਂਡੇਲਾ ਹੋਇਆ, ਜਿਹੜੇ ਉੱਥੇ ਹਕੂਮਤ ਸੀ ਉਹਨਾਂ ਦੀ ਨਿਗਾਹ 'ਚ ਉਹ ਅੱਤਵਾਦੀ ਸੀਗਾ। ਇਸ ਕਰਕੇ 22 ਸਾਲ ਜੇਲ੍ਹ ਦਿੱਤਾ। ਹੁਣ ਜੇ ਆਪਣੇ ਜਿਹੜੇ ਜੇਲ੍ਹਾਂ ਸਿੰਘ ਹੈ ਨਾ, ਉਹ ਅੱਤਵਾਦੀ ਕਰਕੇ ਉਹਨੂੰ ਜੇਲ੍ਹ ਸਜ਼ਾ ਦਿੱਤੀ ਆ ਕਿ ਜਿਹੜੀ ਸਮੇਂ ਦੀ ਹਕੂਮਤ ਆ ਉਹਨੂੰ ਅੱਤਵਾਦੀ ਕਹਿੰਦੇ ਆ। ਜੇ ਮਾਨ ਵੀ ਉੱਥੇ ਖੜਾ, ਉਹ ਲਾਈਨ 'ਚ ਖੜਾ, ਉਹ ਵੀ ਅੱਤਵਾਦੀ ਕਹੂਗਾ। ਉਹ ਜੇਲ੍ਹਿਆਂ ਨੂੰ ਵੀ ਅਤੇ ਭਗਤ ਸਿੰਘ ਨੂੰ ਵੀ ਅਤੇ ਆਪਣੇ ਸਰਾਬੇ ਨੂੰ ਵੀ ਅਤੇ ਊਧਮ ਸਿੰਘ ਨੂੰ ਵੀ। ਇਹ ਦੇਖੋ ਖੜਾ ਕਿੱਥੇ ਆ, ਉਹਦਾ ਮੁੰਡਾ ਕਿੱਥੇ ਖੜਾ। ਜਿਨ੍ਹਾਂ ਦੇ ਹੱਕ ਲਈ ਕੋਈ ਲੜਦਾ ਉਹ ਫਰੀਡਮ ਫਾਈਟਰ ਕਹਿੰਦੇ ਆ, ਜਿਨ੍ਹਾਂ ਦੇ ਵਿਰੁੱਧ ਲੜਦਾ ਉਹ ਅੱਤਵਾਦੀ ਕਹਿੰਦੇ ਆ। ਮਾਨ ਦੇ ਬਿਆਨ ਸੀਗੇ ਕਿ ਜਿਹੜਾ ਬੰਦਾ ਨਾ ਇੱਕ ਨੌਜਵਾਨ ਪੁਲਿਸ ਇਹਨੂੰ ਗੋਰੇ ਨੂੰ ਮਾਰ ਦੇਵੇ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਮਾਰ ਦੇ, ਉਹਨੂੰ ਆਪਾਂ ਅੱਤਵਾਦੀ ਕਹਿੰਦੇ ਕੀ ਆ। ਇਹ ਮਾਨ ਦੇ ਬਿਆਨ ਆ। ਅਤੇ ਉਹ ਕਿੱਥੋਂ ਬੈਠ ਕੇ ਗੱਲ ਕਰਦਾ? ਜਿਨ੍ਹਾਂ ਨੇ ਇਹ ਬਿਆਨ ਸੁਣਦੇ ਸੀ ਉਹਨੀ ਫਾਂਸੀ ਦਿੱਤੀ ਸੀ। ਜੇ ਉਹ ਕਹਿੰਦੇ ਸੀ ਕਿ ਇੱਕ ਨੌਜਵਾਨ ਪੁਲਿਸ ਨੂੰ ਮਾਰਿਆ ਅਤੇ ਇੱਕ ਸਿੱਖ ਨੂੰ ਮਾਰਿਆ, ਉਹਨੂੰ ਫਾਂਸੀ ਦੇਣੀ ਚਾਹੀਦੀ ਆ। 6 ਦਿਨ ਪਹਿਲਾਂ ਫਾਂਸੀ ਦੇ ਦਿੱਤੀ ਸੀ। ਉਹਨੂੰ ਪਤਾ ਕਿ ਲੋਕਾਂ ਨੇ ਮੁਜ਼ਾਹਰੇ ਕਰਨੇ ਆ। ਆਪਾਂ ਨੂੰ ਸੋਚੋ ਕਰਕੇ ਇਹ ਜਿਹੜੀ ਗੱਲ ਆ, ਇਹ ਆਪਾਂ ਸੋਚਾਂ ਕਿ ਜਿਹੜੇ ਬੰਦੇ ਬਿਆਨ ਦਿੰਦੇ ਆ, ਇਹ ਨਹੀਂ ਆਪਾਂ ਉਹਨਾਂ ਦੀ ਸੋਚ ਕਿੱਥੇ ਆ, ਉਹਨਾਂ ਪਰਿਵਾਰ ਦੀ ਸੋਚ ਕਿੱਥੇ ਆ, ਉਹਨਾਂ ਦੀ ਰਹਿਣੀ ਬਹਿਣੀ ਸੋਚ ਕਿੱਥੇ ਆ, ਉਹ ਕਿੱਥੋਂ ਆਏ ਆ, ਪਰਿਵਾਰ ਉਹਨਾਂ ਕੀ ਉਹਨਾਂ ਦੀ ਦੇਣ ਬਹਿਣ। ਇਸ ਕਰਕੇ ਵੀਰੋ, ਜਿਹੜੇ ਇਹ ਬਿਆਨ ਆ ਨਾ, ਇਸ ਸੋਚ ਦੇ ਬਿਆਨ ਆ, ਇਹ ਬਦਲਨੇ ਨਹੀਂ। ਤਦੇ ਉਸ ਮੁੰਡੇ ਨੇ ਬਿਆਨ ਦਿੱਤੇ ਉਹਦੇ ਨੇ ਕਿ ਪਰਿਵਾਰ ਦੀ ਸੋਚ ਇਹ ਆ ਕਿ ਜਿਹਨੇ ਇਹ ਜ਼ੁਲਮ ਕੀਤਾ ਨਾ, ਭਾਵੇਂ ਸੈਂਡੇ ਨੂੰ ਮਾਰਿਆ ਜਾਂ ਆਪਣੇ ਪੁਲਿਸ ਨੂੰ ਮਾਰਿਆ ਜਾਂ ਆਪਣੇ ਹੋਰ ਇੱਥੇ ਫਾਂਸੀ ਦਿੱਤੀ ਆ, ਉਹਨਾਂ ਦੀ ਨਿਗਾਹ 'ਚ ਗੋਰੇ ਅੱਤਵਾਦੀ ਕਹਿੰਦੇ, ਗੋਰਿਆਂ ਨੂੰ ਫਾਂਸੀ ਦਿੱਤੀ ਸੀ। ਭਾਈ ਜਿੰਦੇ ਸੁੱਖੇ ਨੂੰ ਅੱਤਵਾਦੀ ਕਹਿ ਕੇ ਫਾਂਸੀ ਦਿੱਤੀ ਆ ਸਮੇਂ ਦੀ ਹਕੂਮਤ ਨੇ। ਬਿਆਨ ਸਿੰਘ ਸਤਵੰਤ ਸਿੰਘ ਨੂੰ ਅੱਤਵਾਦੀ ਕਰਕੇ ਫਾਂਸੀ ਦਿੱਤੀ ਆ ਸਮੇਂ ਦੀ ਹਕੂਮਤ ਨੇ। ਆਪਾਂ ਫੋਟੋ ਲਾਈਆਂ ਹਨ। ਉਹ ਜਿਹੜੇ ਹਿੰਦੂ ਆ ਉਹ ਕਹਿੰਦੇ ਫੋਟੋ ਲਾਓ ਬਿਆਨ ਸਿੰਘ ਸਤਵੰਤ ਸਿੰਘ ਦੀਆਂ, ਆਪਣੇ ਜਿੰਦੇ ਸੁੱਖੇ ਫੋਟੋ ਲਾਓ। ਇਹੀ ਮਾਨ ਪਰਿਵਾਰ ਕਹਿ ਰਿਹਾ। ਇਸ ਕਰਕੇ ਆਪਾਂ ਨੂੰ ਵੀਰੋ ਸੋਚ ਲਓ, ਇਹ ਕਿੱਥੇ ਖੜਾ ਅਤੇ ਆਪਾਂ ਕਿੱਥੇ ਖੜੇ ਹਾਂ। ਵਾਹਿ ਖਾਲਸਾ, ਵਾਹਿ ਫਤਿਹ। ਬਹੁਤ ਧੰਨਵਾਦ ਜੀ। ਇਹ ਸਨ ਭਾਈ ਬਲਵਿੰਦਰ ਸਿੰਘ ਜੀ ਝੇੜੂ। ਸੋ ਵਿਚਾਰ ਜਿਹੜੇ ਉਹ ਆਪੋ ਆਪਣੇ ਨੇ। ਮੈਂ ਬੇਨਤੀ ਕਰੂੰਗਾ ਸਰਦਾਰ ਪਰਮਜੀਤ ਸਿੰਘ ਜੀ ਢਾਡੀ ਗੁਰੂ ਨਾਨਕ ਗੁਰਦੁਆਰਾ ਵੈਨਸਪੀਡ ਵੱਲੋਂ ਉਹ ਬੋਲਣਗੇ। ਇਹਨਾਂ ਤੋਂ ਮਗਰੋਂ ਭਾਈ ਰਣਧੀਰ ਸਿੰਘ ਜੀ ਬੋਲਣਗੇ। ਹੋਰ ਕੋਈ ਬੁਲਾਰਾ ਜੇ ਕੋਈ ਬੋਲਣਾ ਚਾਹਵੇ ਤਾਂ ਜ਼ਰੂਰ ਮੈਨੂੰ ਨਾਂ ਦੇ ਦਿਓ। ਮੇਰੇ ਕੋਲ ਇਸ ਤੋਂ ਬਾਅਦ ਕੋਈ ਨਾਂ ਨਹੀਂ। ਹੋਰ ਕੋਈ ਸੱਜਣ ਗੁਰੂ ਘਰਾਂ ਦੇ ਨੁਮਾਇੰਦੇ ਹੋਰ ਵੀ ਆਏ ਨੇ, ਕਈਆਂ ਦੇ ਮੈਂ ਨਾਂ ਨਹੀਂ ਜਾਣਦਾ। ਜ਼ਰੂਰ ਆਪਣੀ ਹਾਜ਼ਰੀ ਜਿਹੜੀ ਉਹ ਲਵਾਉਣ ਦਾ ਯਤਨ ਕਰੋ ਜੀ। ਭਾਈ ਪਰਮਜੀਤ ਸਿੰਘ ਜੀ ਢਾਡੀ, ਗੁਰੂ ਨਾਨਕ ਗੁਰਦੁਆਰਾ ਵੈਨਸਪੀਡ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਆਪਾਂ ਨੂੰ ਸਾਰਿਆਂ ਨੂੰ ਪਤਾ ਪਿਆ ਅੱਜ ਕਿਸ ਮਕਸਦ ਲਈ ਆਪਾਂ ਇਕੱਤਰ ਹੋਏ ਹਾਂ। ਮਸਲਾ ਚੱਲਦਾ ਸਿਮਰਜੀਤ ਸਿੰਘ ਦੇ ਬਿਆਨ ਦਾ। ਮੇਰੇ ਖਿਆਲ ਆਪਾਂ ਨੂੰ ਕੋਈ ਗੱਲ, ਜਿੰਨੇ ਕੁ ਆਪਾਂ ਬੈਠੇ ਹਾਂ ਸਾਰੇ ਹੀ ਤਕਰੀਬਨ ਗੁਰੂ ਘਰਾਂ ਨੂੰ ਬਿਲੋਂਗ ਕਰਦੇ ਹਾਂ, ਗੁਰੂ ਘਰਾਂ ਦੇ ਵਿੱਚ ਵਿਚਰਦੇ ਹਾਂ, ਸਾਰਿਆਂ ਨੂੰ ਹਰੇਕ ਗੱਲ ਦਾ ਪਤਾ ਹੈ। ਜਿਹੜੀ ਗੱਲ ਆਪਾਂ ਕਹਿੰਦੇ ਹਾਂ ਕਿ ਬਿਆਨ ਦਿੱਤਾ ਵੀ ਉਹ ਮੀਡੀਆ ਨੇ ਉਹਦੇ ਮੂੰਹ 'ਚ ਪਾ ਦਿੱਤਾ, ਉਹਨੇ ਜੀ ਗੱਲ ਕਹਿ ਦਿੱਤੀ, ਮੈਂ ਨਹੀਂ ਮੰਨਣ ਨੂੰ ਤਿਆਰ। ਉਹ ਸਾਡਾ ਲੀਡਰ ਹੀ ਕਾਹਦਾ ਜਿਹਦੇ ਕੋਲੋਂ ਮੂੰਹ 'ਚੋਂ ਬਿਆਨ ਦੇ ਕੇ ਤਾਂ ਜਿਹੜਾ ਮਰਜ਼ੀ ਉਹ ਪੱਤਰਕਾਰ ਆਣ ਕੇ ਲੈ ਜਾਏ? ਉਹ ਲੀਡਰ ਨਹੀਂ। ਲੀਡਰ ਕਦੇ ਪੱਤਰਕਾਰਾਂ ਦਾ ਠੋਕ ਕੇ ਜਵਾਬ ਦੇ ਦੇਊਗਾ, ਪਰ ਉਹ ਇਹ ਨਹੀਂ ਵੀ ਉਹਨਾਂ ਦੀ ਗੱਲ 'ਚ ਉਲਝ ਕੇ, ਜਿਹੜਾ ਉਲਝ ਗਿਆ ਲੀਡਰ ਨਹੀਂ ਹੁੰਦਾ। ਉਲਝ ਸਕਦੇ ਸਾਡੇ ਵਰਗੇ ਜਿਹੜੇ ਹੈਗੇ, ਜਿਨ੍ਹਾਂ ਨੂੰ ਨਹੀਂ ਪਤਾ, ਜਿਨ੍ਹਾਂ ਨੂੰ ਨਹੀਂ ਗੱਲ ਕਰਨਾ ਪਤਾ, ਜਿਨ੍ਹਾਂ ਕੋਲ ਕੋਈ ਸਾਡੀ ਹਿਸਟਰੀ ਬਾਰੇ ਨਹੀਂ ਪਤਾ ਜਾਂ ਸਾਨੂੰ ਆਪ ਨੂੰ, ਪਰ ਜਿਹੜੇ ਜਾਣਦੇ ਆ ਨਾ ਉਹ ਪੱਤਰਕਾਰਾਂ ਨੂੰ ਪਾਣੀ ਪਾ ਦਿੰਦੇ ਆ। ਸੰਤ ਜਰਨੈਲ ਸਿੰਘ ਸੀ ਨਾ, ਬੜੇ ਪੱਤਰਕਾਰ ਆਏ, ਕੰਨਾਂ ਨੂੰ ਹੱਥ ਲਾ ਲਾ ਕੇ ਮੁੜਦੇ ਰਹੇ। ਬਾਬਾ ਜੋਗਿੰਦਰ ਸਿੰਘ ਸੀ, ਪੱਤਰਕਾਰ ਆਏ, ਹੋਰ ਵੀ ਆਏ। ਪਰ ਮੈਂ ਇੱਕ ਬੇਨਤੀ ਕਰ ਜਾਵਾਂ, ਅਸੀਂ ਜਿਸ ਜਥੇਬੰਦੀ ਨੂੰ ਆਪਾਂ ਬਿਲੋਂਗ ਕਰਦੇ ਹਾਂ, ਕਰਨਾ ਚਾਹੀਦਾ, ਉਹਦਾ ਵਫਾਦਾਰ ਹੋਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਅਸੀਂ ਸਿੱਖ ਹਾਂ ਤਾਂ ਸਿੱਖੀ ਸਭ ਤੋਂ ਪਹਿਲਾਂ, ਜਥੇਬੰਦੀ ਨਹੀਂ। ਅਸੀਂ ਸਿੱਖ ਪਹਿਲਾਂ, ਜਿੱਥੇ ਸਿੱਖੀ ਦਾ ਨੁਕਸਾਨ ਹੁੰਦਾ ਹੋਵੇ, ਭਾਵੇਂ ਆਪਣਾ ਹੀ ਹੋਵੇ, ਘਰ ਦਾ ਹੀ ਹੋਵੇ, ਭਰਾ ਹੀ ਹੋਵੇ, ਉੱਥੇ ਉਹਨੂੰ ਕਹਿ ਦੇਣਾ ਚਾਹੀਦਾ, ਭਾਈ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ। ਮੈਂ ਸਾਰੇ ਮੇਰੇ ਵੀਰ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਆ। ਮੇਰਾ ਪਰਸਨਲੀ ਵਿਚਾਰ ਆ, ਭਾਈ ਆਪਣੇ ਸਾਧੂ ਸਿੰਘ ਜੀ ਉਦੋਂ ਜਨਰਲ ਸਕੱਤਰ ਹੁੰਦੇ ਸੀ, ਜਦੋਂ ਐਂਬੈਸਡਰ ਕਾਰ ਜਿਹੜੀ ਸੀ ਉਹ ਇੰਗਲੈਂਡ ਵਾਲਿਆਂ ਲੈ ਕੇ ਦਿੱਤੀ ਸੀ, ਇੱਥੋਂ ਪੈਸੇ ਭੇਜੇ ਸੀ, ਇਹਨਾਂ ਨੂੰ ਪਤਾ ਹੋਣਾ, ਜਿਹੜੀ ਬਾਅਦ ਵਿੱਚ ਮਾਣ ਨੂੰ ਬਾਬਾ ਜੋਗਿੰਦਰ ਸਿੰਘ ਨੇ ਦੇ ਦਿੱਤੀ ਸੀ। ਦੂਸਰੀ ਗੱਲ, ਆਪਾਂ ਅੱਜ ਇੱਕ ਸਾਰੇ ਹੀ ਜਿੰਨੇ ਗੁਰੂ ਘਰ ਆ, ਮੈਂ ਸਾਰਿਆਂ ਦੀ, ਕਿਉਂਕਿ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜੇ ਆਪਾਂ ਇੱਕ ਮਤਾ ਪਾਸ ਕਰੀਏ, ਸ਼੍ਰੋਮਣੀ ਕਮੇਟੀ ਨੂੰ ਕਹੀਏ, ਜੇ ਇੱਕ ਇਮਾਨ ਆਣ ਕੇ ਤੁਹਾਨੂੰ ਚਿੱਠੀ ਦੇ ਜਾਂਦਾ ਵੀ ਇੱਥੋਂ ਫੋਟੋ ਲਾ ਦਿਓ, ਅਸੀਂ ਇੰਗਲੈਂਡ ਦੇ ਗੁਰਦੁਆਰੇ ਜਿੰਨੇ ਵੀ ਆ ਸਾਰੇ, ਅਸੀਂ ਕਹਿੰਦੇ ਹਾਂ ਕਿ ਉੱਥੇ ਉਹਦੀ ਸ਼ਹੀਦੀ ਫੋਟੋ ਲੱਗਣੀ ਚਾਹੀਦੀ ਆ, ਨੰਬਰ 1। ਦੂਸਰੀ ਗੱਲ ਇਹ, ਸਾਡੇ ਗੁਰਦੁਆਰੇ ਵਿੱਚ ਹਰੇਕ ਸਾਲ ਭਗਤ ਸਿੰਘ ਦਾ ਨੌਜਵਾਨ ਉੱਥੇ ਜਿਹੜੇ ਵੈਂਸਫੀਲਡ ਰਹਿੰਦੇ, ਟਰੱਕ ਡਰਾਈਵਰ, ਹੋਰ ਵੀ ਕਾਫੀ, ਉਹ ਹਰੇਕ ਸਾਲ ਅਖੰਡ ਪਾਠ ਕਰਾਉਂਦੀ ਸੀ। ਆਹ ਕਰੋਨਾ ਦਾ ਕਰਕੇ ਨਹੀਂ ਹੋਇਆ, ਹੁਣ ਅਗਲੇ ਸਾਲ ਦਾ ਉਹਨਾਂ ਦਾ ਫੇਰ ਬੁੱਕ ਆ, ਉਹ ਪਹਿਲਾਂ ਵੀ ਕਰਾਉਂਦੇ। ਗੁਰੂ ਘਰ ਪਰਿਵਾਰ ਉਹਨਾਂ ਦੇ ਗੁਰੂ ਘਰ ਆਣ ਕੇ ਸੇਵਾ ਕਰਦੇ ਆ, ਅਤੇ ਅਸੀਂ ਕੀ ਉਹਨਾਂ ਨੂੰ ਜੋੜ ਰਹੇ, ਸਿੱਖੀ ਨਾਲ ਕਿ ਤੋੜ ਰਹੇ ਹਾਂ? ਆਪਾਂ ਨੂੰ ਆਪਣੇ ਅੰਦਰ ਵੀ ਝਾਤੀ ਮਾਰਨੀ ਪੈਣੀ ਹੈਗੀ ਆ। ਸੋ ਇਹ ਬੇਨਤੀ ਆ ਮੇਰੀ ਕਿ ਜਿਹੜੇ ਗੁਰੂ ਘਰ ਆ, ਉਹ ਇੱਥੇ ਇੰਗਲੈਂਡ ਦੇ ਵਿੱਚ ਸ਼ਹੀਦ ਊਧਮ ਸਿੰਘ ਦੇ ਨਾਂ ਦੇ ਟੂਰਨਾਮੈਂਟ ਹੁੰਦੇ ਆ, ਬਾਕੀ ਸ਼ਹੀਦਾਂ ਦੇ ਨਾਂ 'ਤੇ ਹੁੰਦੇ ਆ। ਪਹਿਲੀ ਗੱਲ ਤਾਂ ਜਾਂ ਤਾਂ ਕੋਈ ਪੜ੍ਹਿਆ ਹੋਵੇ ਹਿਸਟਰੀ, ਇਹਨਾਂ ਦੀ ਹਿਸਟਰੀ ਕੀ ਆ, ਕਿਸੇ ਨੇ ਕਰਤਾਰ ਸਿੰਘ ਸਰਾਭਾ ਪੜ੍ਹਿਆ ਹੋਵੇ ਪੂਰਾ, ਮੈਂ ਵੀ ਸ਼ਾਇਦ ਨਾ ਪੜ੍ਹਦਾ, ਕਿਉਂਕਿ ਅਸੀਂ ਢਾਡੀਆਂ ਦੇ ਨਾਲ ਸਾਨੂੰ ਮਾੜਾ ਮੋਟਾ ਸਾਨੂੰ ਦੇਖਣਾ ਪੈਂਦਾ ਵੀ ਜੇ ਸਟੇਜ 'ਤੇ ਚੱਲ ਗਿਆ ਤਾਂ ਕੀ ਬੋਲਣਾ। ਭਾਈ ਬਹੁਤ ਕੁਛ ਉਹਨਾਂ ਨੇ, ਬਹੁਤ ਵੱਡੀ ਕੁਰਬਾਨੀ ਕੀਤੀ ਆ। ਲੁਧਿਆਣੇ ਦੇ ਵਿੱਚ ਕਰਤਾਰ ਸਿੰਘ ਸਰਾਭੇ ਦਾ ਪਿਓ ਇੰਨਾ ਅਮੀਰ ਸੀ, ਪਹਿਲੀ ਕਾਰ ਉਹਨਾਂ ਦੇ ਘਰ ਆਈ ਸੀਗੀ। ਤਾਂ ਮੈਂ ਉਹਨਾਂ ਦਾ ਜਿਹੜਾ ਸਟੈਕਟਨ ਗੁਰਦੁਆਰਾ ਆ ਅਮਰੀਕਾ 'ਚ, ਮੈਂ ਉੱਥੇ ਵੀ ਗਿਆ, ਉੱਥੇ ਉਹਨਾਂ ਦੀਆਂ ਫੋਟੋ ਲੱਗੀਆਂ, ਉੱਥੇ ਉਹਨਾਂ ਦੇ ਵਿੱਚੋਂ ਇੱਕੋ ਹੀ ਬੰਦਾ ਜੀਂਦਾ ਸੀ। ਉਹ ਕਹਿੰਦਾ ਮੈਂ ਉਦੋਂ 7 ਸਾਲ ਦਾ ਸੀ, 8 ਸਾਲ ਦਾ, ਉਹ ਬਜ਼ੁਰਗ ਮੈਨੂੰ ਮਿਲਿਆ ਵੀ ਗਦਰੀ ਬਾਬਿਆਂ 'ਚੋਂ। ਮੈਨੂੰ ਪਤਾ ਨਹੀਂ ਸੀ, ਜਦ ਮੱਥਾ ਟੇਕਣ ਗਿਆ ਤਾਂ ਅਸੀਂ ਪੁੱਛਿਆ ਵੀ ਇੱਥੇ ਕੋਈ ਉਹਨਾਂ ਵੇਲਿਆਂ ਦਾ ਕੋਈ ਬੰਦਾ ਹੋਊਗਾ ਕਮੇਟੀ ਦੇ ਵਿੱਚ। ਮੈਂ ਉਹਦੀਆਂ ਮਿਲ ਕੇ ਵੀ ਆਇਆ, ਮੈਂ ਫੋਟੋ ਵੀ ਖਿੱਚ ਕੇ ਲਿਆਇਆ। ਉਹਨਾਂ ਨੇ ਇਹਨਾਂ ਦੀਆਂ ਹਿਸਟਰੀਆਂ ਵੀ ਦੱਸੀਆਂ। ਜਿਹੜੇ ਲੋਕ ਸਾਡਿਆਂ ਨੇ, ਆਪਾਂ ਕਹਿੰਦੇ ਨਾ 93% ਸ਼ਹੀਦੀਆਂ ਦਿੱਤੀਆਂ, ਹਿੰਦੁਸਤਾਨ ਦੀ ਗੌਰਮੈਂਟ ਨੇ ਉਹਨਾਂ ਨੂੰ ਬਿਲਕੁਲ ਸ਼ਹੀਦ ਨਹੀਂ ਮੰਨਿਆ। ਇਹ ਹਿੰਦੁਸਤਾਨ ਦੀ ਭੁੱਲ ਜਾਓ, ਗੌਰਮੈਂਟ ਨੇ ਨਹੀਂ ਸ਼ਹੀਦ ਮੰਨਿਆ। ਅਸੀਂ ਸਿੱਖ ਕੌਮ ਤਾਂ ਅਸੀਂ ਪੰਜਾਬੀ ਮੰਨਦੇ ਹਾਂ, ਮਾਣ ਕਰਦੇ ਹਾਂ, ਦੁਨੀਆ ਨੂੰ ਦੱਸਦੇ ਹਾਂ ਕਿ ਉਹ ਸਾਡੇ ਸ਼ਹੀਦ ਆ। ਪਰ ਸਾਨੂੰ ਦੁੱਖ ਉਦੋਂ ਹੋਇਆ ਜਦੋਂ ਸਾਡੇ ਘਰ ਜਿਹੜੇ ਲੀਡਰ ਆ ਉਹ ਇਹਨਾਂ ਤੋਂ ਮੁਨਕਰ ਹੋ ਗਏ, ਉਸ ਵੇਲੇ ਦੁੱਖ ਲੱਗਾ। ਇਸ ਕਰਕੇ ਆਪਾਂ ਸਾਰੇ ਗੁਰੂ ਘਰਾਂ, ਜਿਹੜੇ ਸਾਡੇ ਗੁਰੂ ਘਰਾਂ ਦੇ ਪ੍ਰਬੰਧਕ, ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਇਸ ਗੱਲ 'ਤੇ ਆਪਾਂ ਸਾਰੇ ਸਹਿਮਤ ਹਾਂ ਵੀ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਕਦੇ ਵੀ ਨਹੀਂ ਲਿਥਣੀਆਂ ਚਾਹੀਦੀਆਂ। ਜੇ ਤੁਸੀਂ ਸ਼੍ਰੋਮਣੀ ਕਮੇਟੀ ਵਾਲੇ ਨੇ ਕਿਸੇ ਲਾਈਆਂ, ਤਾਂ ਇਹਨਾਂ ਗੁਰਦੁਆਰਿਆਂ 'ਚ ਅਸੀਂ ਤੁਹਾਨੂੰ ਬਣਨ ਨਹੀਂ ਓ ਦੇਣਾ।
ਕਿਉਂਕਿ ਅਸੀਂ ਜਿਹੜੇ ਨੁਮਾਇੰਦੇ ਅਸੀਂ ਸੰਗਤ ਨੂੰ ਨੁਮਾਇੰਦਗੀ ਕਰਦੇ ਹਾਂ, ਸੰਗਤ ਸਾਡੇ ਨਾਲ ਆ, ਸੰਗਤ ਦਾ ਦਿੱਤਾ ਹੋਇਆ ਸੁਨੇਹਾ ਅਸੀਂ ਦੇ ਰਹੇ ਹਾਂ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਭਾਈ ਆਪਾਂ ਇਕੱਠੇ ਹੋਈਏ। ਆਪਾਂ ਨੂੰ ਇੱਥੇ ਵੀ ਇਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ, ਜਿੱਦਣ ਆਪਾਂ ਇਕੱਠੇ ਹੋ ਗਏ ਸਾਰੇ ਆਪਣਾ ਉਹ ਮਸਲੇ ਹੱਲ ਕਰ ਸਕਦੇ ਹਾਂ। ਜੇ ਕੋਈ ਲਫ਼ਜ਼ ਕਿਸੇ ਦੀ ਸ਼ਾਨ ਦੇ ਖਿਲਾਫ ਕਹਿ ਗਿਆ ਹੋਵਾਂ, ਮੈਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਭਾਈ ਪਰਮਜੀਤ ਸਿੰਘ ਜੀ ਢਾਡੀ, ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਵੁਲਵਰਹੈਂਪਟਨ ਤੋਂ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਮੋਹਨ ਸਿੰਘ ਗੁਰੂ ਨਾਨਕ ਗੁਰਦੁਆਰਾ ਬਿਲਸਟਨ ਤੋਂ, ਉਹ ਆਣ ਕੇ ਇੱਕ ਅੱਧੇ ਮਿੰਟ ਦੀ ਜਿਹੜੀ ਹਾਜ਼ਰੀ ਲਵਾਉਣਗੇ। ਉਹਨਾਂ ਤੋਂ ਬਾਅਦ ਭਾਈ ਰਣਧੀਰ ਸਿੰਘ ਜੀ, ਔਰ ਬਾਅਦ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਨਗੇ ਮੁੱਖ ਸੇਵਾਦਾਰ ਗੁਰੂ ਹਰਿ ਸਾਹਿਬ ਗੁਰਦੁਆਰੇ ਤੋਂ ਭਾਈ ਦਿਆ ਸਿੰਘ ਜੀ ਹੁਣੀ। ਸੋ ਆਪਣਾ ਵਿਚਾਰ ਸਾਂਝੇ ਕਰਨਗੇ ਸਰਦਾਰ ਮੋਹਨ ਸਿੰਘ ਜੀ, ਗੁਰੂ ਨਾਨਕ ਗੁਰਦੁਆਰਾ। ਸਤਿਗੁਰੂ ਦੇ ਪਿਆਰ ਵਿੱਚ, ਸਤਿਕਾਰ ਵਿੱਚ ਇਕੱਤਰ ਮਿਡਲੈਂਡ ਦੇ ਗੁਰੂ ਘਰਾਂ ਦੇ ਮੁੱਖ ਸੇਵਾਦਾਰ ਸਰਬ ਆਇਆਂ ਸੱਜਣਾਂ ਨੂੰ ਜੀ ਆਇਆਂ ਅਤੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਹਿੰਦੇ ਹਨ ਕਿ ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਕਵੀ ਕਹਿੰਦਾ ਮਰਨਾ ਤੇ ਮੌਤ ਨੇ ਛੱਡਣਾ ਨਹੀਂ, ਮਰਨਾ ਪਰ ਮੌਤ ਨੇ ਛੱਡਣਾ ਨਹੀਂ। ਐ ਪਰ ਦੇਸ਼ ਲਈ, ਕੌਮ ਲਈ, ਧਰਮ ਲਈ ਮਰੇ ਤਾਂ ਜਾਣਾ। ਮਰਨਾ ਤੇ ਮੌਤ ਨੇ ਛੱਡਣਾ ਨਹੀਂ, ਐ ਪਰ ਦੇਸ਼ ਲਈ, ਕੌਮ ਲਈ, ਧਰਮ ਲਈ ਮਰੇ ਤਾਂ ਜਾਣਾ। ਬਈ ਕੱਲਿਆਂ ਤਰਨਾ ਕੋਈ ਬਹਾਦਰੀ ਨਹੀਂ, ਲੈ ਕੇ ਡੁੱਬਦੇ ਨੂੰ ਤਰੇ ਤਾਂ ਜਾਣਾ। ਭਲਾ ਭਲੇ ਦਾ ਹਰ ਕੋਈ ਕਰ ਸਕਦਾ, ਓਏ ਭਲਾ ਬੁਰੇ ਦਾ ਕਰੇ ਤਾਂ ਜਾਣਾ। 1947 ਮਾਨ ਸਾਹਿਬ ਉਦੋਂ ਵੀ ਹੋਣਗੇ। ਉਸ ਤੋਂ ਪਹਿਲੋਂ ਜਿਸ ਵੇਲੇ ਬਟਵਾਰਾ ਹੋਇਆ, ਮਾਨ ਸਾਹਿਬ ਨੇ ਅੱਖੀਂ ਦੇਖਿਆ ਹੋਣਾ, 2 ਸਾਲ ਦੇ ਸੀ ਉਦੋਂ, ਤੇ 47 ਤੇ ਉਦੋਂ ਬਾਅਦ ਅੱਜ ਤੱਕ 75 ਸਾਲ ਹੋ ਗਏ। 75 ਸਾਲਾਂ ਬਾਅਦ ਅੱਜ ਉਹਨੂੰ ਚਾਂਸ ਮਿਲਿਆ ਸੀ ਪੰਜਾਬ ਦੀ ਮੁੱਖ ਸੇਵਾਦਾਰ ਬਣ ਕੇ ਪੰਜਾਬ ਨੂੰ ਸਵਾਰਨ ਦਾ। ਉਹਨੂੰ ਮੌਕਾ ਮਿਲਿਆ ਹੈ ਕਿ ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੇ ਭਵਿੱਖ ਦੀ ਗੱਲ ਕਰਨ ਦਾ। ਪਰ ਕੀ ਮੈਂ ਸ਼ਾਬਾਸ਼ੇ ਦੇਵਾਂ ਕਿ ਦੇਸ਼ ਦੇ ਜਿਹੜੇ ਕੌਮ ਜਿਹੜੀ ਆ, ਸਿੱਖ ਕੌਮ, ਕਿ ਇਹਦੇ ਨਾਲ ਕੌਮ ਦਾ ਸਿਰ ਉੱਚਾ ਹੋਇਆ। ਜਿਹੜੇ ਸ਼ਬਦ ਮਾਨ ਸਾਹਿਬ ਨੇ ਵਰਤੇ ਆ ਸ਼ਹੀਦ ਦੇ ਬਾਰੇ ਵਿੱਚ, ਕੀ ਭਗਤ ਸਿੰਘ ਜੀ ਨੇ ਸ਼ਹੀਦੀ ਆਪਣੀ ਮਾਂ ਦੀ ਖਾਤਰ ਦਿੱਤੀ, ਜ਼ਮੀਨ ਦੀ ਖਾਤਰ ਦਿੱਤੀ, ਆਪਣੇ ਘਰ ਦੀ ਖਾਤਰ ਦਿੱਤੀ, ਆਪਣੇ ਆਪ ਲਈ ਸ਼ਹੀਦ ਹੋਇਆ? ਕੀ ਉਹਨੂੰ ਮੁਰੱਬੇ ਮਿਲਣੇ ਸੀ? ਕਿਹੜੀ ਚੀਜ਼ ਦੀ ਖਾਹਸ਼ ਸੀ ਉਸ ਨੂੰ? ਉਹਨੂੰ ਤਾਂ ਇਹੋ ਹੀ ਸੀ ਕਿ ਮੇਰਾ ਦੇਸ਼ ਆਜ਼ਾਦ ਹੋ ਜਾਵੇ। ਆਜ਼ਾਦੀ ਦੀ ਖਾਤਰ ਜਿਸ ਨੌਜਵਾਨ ਨੇ ਚੜ੍ਹਦੀ ਜਵਾਨੀ ਦੇ ਵਿੱਚ ਕਿਹੜਾ ਮਰਨਾ ਚਾਹੁੰਦਾ ਹੈ? ਕੋਈ ਚਾਹੁੰਦਾ ਹੈ? ਨਹੀਂ ਚਾਹੁੰਦਾ। ਪਰ ਜਿਹਨੇ ਦੇਸ਼ ਦੀ ਬਰਬਾਦੀ ਨੂੰ ਦੇਖਿਆ, ਉਹਦੇ ਦਿਲ ਦੇ ਵਿੱਚ ਦੁੱਖ ਉੱਠਿਆ, ਉਹਨੇ ਆਪਣੀ ਜਵਾਨੀ ਨੂੰ ਵਾਰ ਦਿੱਤਾ ਕੌਮ ਦੀ ਖਾਤਰ ਕਿ ਮੇਰੀ ਕੌਮ ਨੂੰ ਲੋਕੀ ਯਾਦ ਕਰਨਗੇ। ਤੇ ਅੱਜ ਉਸ ਸ਼ਹੀਦ ਨੂੰ 75 ਸਾਲਾਂ ਬਾਅਦ ਇੱਕ ਇਨਾਮ ਦਾ ਟੋਕਰਾ ਦਿੱਤਾ ਮਾਨ ਸਾਹਿਬ ਨੇ। ਇਹ ਨਹੀਂ ਸੀ ਸਾਨੂੰ ਚਾਹੀਦਾ ਉਹਨਾਂ ਦੇ ਕੋਲੋਂ। ਉਹਨਾਂ ਨੂੰ ਚਾਹੀਦਾ ਸੀਗਾ ਕਿ ਮੈਂ ਪੰਜਾਬ ਦਾ ਕੁਛ ਮੂੰਹ ਮੱਥਾ ਬਣਾਉਣ ਦੀ ਗੱਲ ਕਰਾਂ, ਜਾ ਕੇ ਪਾਰਲੀਮੈਂਟ ਦੇ ਵਿੱਚ ਮੈਂ ਪੰਜਾਬ ਦੇ ਬਾਰੇ ਵਿੱਚ ਬੋਲਾਂ, ਤਾਂ ਕਿ ਮੈਨੂੰ ਲੋਕ ਚੰਗਾ ਕਹਿਣ।
ਹੁਣ ਅਸੀਂ ਚੰਗਾ ਕਹੀਏ ਕਿ ਕੀ ਕਹੀਏ, ਇਹ ਸਾਡੇ ਵੱਸ ਤੋਂ ਬਾਹਰ ਹੈ। ਮੈਂ ਇੱਕੋ ਹੀ ਬੇਨਤੀ ਉਹਨਾਂ ਨੂੰ ਕਰਦਾ ਹਾਂ ਕਿ ਜਿਹੜੇ ਆਪਣੇ ਬਚਨ ਕਹੇ ਆ, ਅਸੀਂ ਉਹਨੂੰ ਸ਼ਹੀਦ ਮੰਨਣਾ ਹੈ, ਮੰਨਦੇ ਰਹਿਣਾ ਹੈ। ਉਹਦੀ ਫੋਟੋ ਲੱਗੀ ਆ, ਲੱਗੀ ਰਹਿਣੀ ਆ। ਤੇ ਅੱਜ ਇੱਕ ਸ਼ਹੀਦ ਦੀ ਫੋਟੋ ਉੱਥੋਂ ਹਟਾਈ ਗਈ ਤੇ ਸਾਧ ਸੰਗਤ ਜਿਹੜੇ ਉਹ ਸ਼ਹੀਦ ਗੁਰੂ ਤੇਗ ਬਹਾਦਰ ਦੇ ਨਾਲ ਹੋਏ, ਜਿਨ੍ਹਾਂ ਸ਼ਹੀਦਾਂ ਨੇ ਇਸ ਸਿੱਖੀ ਵਿੱਚ ਰਗਾਂ ਦਾ ਖੂਨ ਪਾ ਕੇ ਤਾਂ ਇਸ ਸਿੱਖੀ ਨੂੰ ਜਿੰਦਾ ਰੱਖਿਆ, ਉਹਨਾਂ ਨੂੰ ਕੀ ਕਵਾਂਗੇ। ਮੈਂ ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਕਈ ਦਫਾ ਦਾਸ ਬੇਨਤੀ ਕਰਦਾ ਹੁੰਦਾ ਸਟੇਜ 'ਤੇ ਕਿ ਇਹ ਰਬੜ ਦੀ ਜ਼ੁਬਾਨ ਹੈ, ਇਹ ਰਬੜ ਦੀ ਜ਼ੁਬਾਨ ਵਿੱਚੋਂ ਨਿਕਲਿਆ ਹੋਇਆ ਬੋਲ ਤੇ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਸਾਧ ਸੰਗਤ ਕਦੀ ਮੁੜਿਆ ਨਹੀਂ, ਕਦੇ ਵੀ ਮੁੜਿਆ ਨਹੀਂ। ਪਰ ਇੱਕ ਜਗ੍ਹਾ ਹੈਗੀ ਹੈ, ਉਹ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ ਘਰ। ਇੱਥੇ ਜਾ ਕੇ ਜੇ ਫਰਿਆਦੀ ਹੋ ਜਾਵੇ ਉਹ ਬਖਸ਼ਿਆ ਜਾਂਦਾ ਹੈ। ਸੋ ਮੈਂ ਬੇਨਤੀ ਕਰਦਾ ਉਹਨਾਂ ਨੂੰ ਕਿ ਆਪਣੇ ਬੋਲ ਇਹਨਾਂ 'ਤੇ ਸੰਕੋਚ ਕਰੋ ਤੇ ਅੱਗੇ ਵਾਸਤੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੋ, ਤਾਂ ਕਿ ਲੋਕ ਤੁਹਾਡੇ ਕੀਤੇ ਹੋਏ ਕੰਮਾਂ 'ਤੇ ਤੁਹਾਡੀ ਸਲਾਹੁਤ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਸਾਈ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਮੋਹਨ ਸਿੰਘ ਜੀ, ਗੁਰੂ ਨਾਨਕ ਗੁਰਦੁਆਰਾ ਬਲਿਸਟਨ ਤੋਂ, ਗੁਲਬਰਹਟਨ ਤੋਂ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿਵੇਂ ਉਹ ਵਿਚਾਰ ਦੇ ਕੇ ਗਏ ਨੇ ਵੀ ਕਈ ਵਾਰੀ ਰਾਜਨੀਤਿਕ ਲੋਕ ਜਿਹੜੇ ਬਿਆਨ ਦੇ ਦਿੰਦੇ ਨੇ ਔਰ ਬਿਆਨ ਵਾਪਸ ਵੀ ਲਏ ਜਾਂਦੇ ਨੇ। ਸੋ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਸਿੰਘਪੁਰਾ ਨਗਰ, ਜਿੱਥੇ 36 ਸਿੰਘ 40 ਦੇ ਕਰੀਬ ਸਿੰਘ ਸ਼ਹੀਦ ਕਰ ਦਿੱਤੇ ਸੀ, ਤੇ ਉਦੋਂ ਵੀ ਮਾਨ ਸਾਹਿਬ ਨੇ ਉਸੇ ਵੇਲੇ ਮੀਡੀਆ ਨੂੰ ਕਹਿ ਦਿੱਤਾ ਜੀ ਇਹ ਪਾਕਿਸਤਾਨ ਦੀ ਦੇਣ ਆ। ਪਰ ਬਾਅਦ 'ਚ ਉਹਨਾਂ ਨੇ ਬਿਆਨ ਜਿਹੜਾ ਹੀ ਵਾਪਸ ਲੈ ਲਿਆ ਵੀ ਗਲਤੀ ਨਾਲ ਜਾਂ ਭੁਲੇਖੇ ਨਾਲ ਜਾਂ ਜਲਦਬਾਜ਼ੀ ਨਾਲ ਨਿਕਲ ਗਿਆ। ਸੋ ਜੇ ਆਪਾਂ ਵਾਪਸ ਵੀ ਲੈ ਲਈਏ ਬਿਆਨ ਨੂੰ, ਤਾਂ ਆਪਾਂ ਜਿਹੜਾ ਵਾ ਉਹ ਤੁਹਾਡਾ ਪੱਖ ਜਿਹੜਾ ਪੂਰਿਆ ਜਾਂਦਾ, ਜਾਂ ਆਪਾਂ ਫਿਰ ਪੰਥ 'ਚ ਜਿਹੜਾ ਉਹ ਨਾਲ ਰਹਿੰਦੇ ਹਾਂ ਔਰ ਕੌਮ ਦੇ ਸ਼ਹੀਦਾਂ ਦੇ ਨਾਲ ਰਹਿੰਦੇ ਹਾਂ। ਸੋ ਬੇਨਤੀ ਕਰੂੰਗਾ ਸਰਦਾਰ ਰਣਧੀਰ ਸਿੰਘ ਜੀ, ਉਹ ਆਪ ਦੇ ਨਾਲ ਵਿਚਾਰ ਰੱਖਣਗੇ। ਸੋ ਉਹਨਾਂ ਤੋਂ ਮਗਰੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਰਣਧੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਬਹੁਤ ਹੀ ਸ਼ਾਰਟ ਨੋਟਿਸ 'ਤੇ ਇੱਥੇ ਪਹੁੰਚ ਕੇ। ਬਹੁਤ ਸਾਰੇ ਗੁਰੂ ਘਰਾਂ ਦੇ ਨੁਮਾਇੰਦੇ ਨਹੀਂ ਆ ਸਕੇ, ਕਿਉਂਕਿ ਜਿਸ ਤਰ੍ਹਾਂ ਸਮੈਥਕ ਤੋਂ ਉਹਨਾਂ ਨੇ ਵੀ ਆਉਣਾ ਸੀ, ਪਰ ਉਹਨਾਂ ਨੂੰ ਅੱਜ ਜੋ ਕਾਮਨਵੈਲਥ ਗੇਮਾਂ ਦਾ ਅੱਜ ਆਰੰਭਤਾ ਹੋਣੀ ਸੀ, ਬਹੁਤ ਸਾਰਿਆਂ ਨੂੰ ਉੱਥੇ ਮਾਣ ਦੇ ਤੌਰ 'ਤੇ ਗੁਰੂ ਘਰਾਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਗਿਆ। ਇਸ ਕਰਕੇ ਬਹੁਤ ਸਾਰੇ ਕੁਝ ਸੱਜਣ ਨਹੀਂ ਆ ਸਕੇ। ਬਾਕੀ ਇਹ ਜੋ ਮੀਟਿੰਗ ਸੀ ਇਹ ਮਿਡਲੈਂਡ ਤੱਕ ਨਹੀਂ ਸੀ ਪਹੁੰਚ ਹੋਈ, ਬਰਮਿੰਘਮ, ਸੈਂਡਵਲ ਅਤੇ ਵੁਲਵਰਹੈਂਪਟਨ ਅਤੇ ਵਿਲਨਹਾਲ ਤੱਕ ਹੀ ਸੀਮਿਤ ਸੀ। ਸੋ ਹੋ ਸਕਦਾ ਇਹੋ ਮੀਟਿੰਗ ਅਸੀਂ ਨਾ ਵੀ ਬੁਲਾਉਂਦੇ, ਪਰ ਅਸੀਂ ਸੋਚਦੇ ਸੀਗੇ ਵੀ ਮਾਨ ਸਾਹਿਬ ਦਾ ਤਾਂ ਸੁਭਾਅ ਹੀ ਆ ਵੀ ਕਦੀ ਉਹ ਉੱਪਰ ਅਤੇ ਕਦੀ ਥੱਲੇ। ਇਹਨਾਂ ਦੇ ਸੁਭਾਅ ਤੋਂ ਆਪਾਂ ਪਹਿਲਾਂ ਤੋਂ ਜਾਣਦੇ ਹਾਂ, ਅੱਜ ਤੋਂ 38 ਸਾਲ ਤੋਂ ਵੀ। ਪਰ ਜਦੋਂ ਹੋਰ ਅਫਸੋਸ ਹੋਇਆ ਜਦੋਂ ਉਹਨਾਂ ਦਾ ਲੜਕਾ ਵੀ ਨਾਲ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ ਵੀ ਉੱਥੋਂ ਫੋਟੋ ਹੀ ਲਾ ਦਿਓ। ਸੋ ਮਾਨ ਸਾਹਿਬ ਦੀ ਗੱਲ ਦੇ ਉੱਤੇ ਤਾਂ ਸ਼ਾਇਦ ਆਪਾਂ ਇਹ ਮੀਟਿੰਗ ਨਾ ਰੱਖਦੇ, ਪਰ ਜਦੋਂ ਉਹਨਾਂ ਦਾ ਲੜਕਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ ਭਈ ਉੱਥੋਂ ਜੀ ਤੁਸੀਂ ਇਸ ਫੋਟੋ ਨੂੰ ਉਤਾਰ ਦਿਓ, ਫਿਰ ਸੋਚਿਆ ਵੀ ਨਹੀਂ, ਆਪਾਂ ਇੱਥੇ ਬੈਠੇ ਹਾਂ। ਅਸੀਂ ਸ਼ਹੀਦ ਭਗਤ ਸਿੰਘ ਨੂੰ ਬਚਪਨ ਤੋਂ, ਜਦੋਂ ਤੋਂ 5ਵੀਂ 6ਵੀਂ ਦੀ ਕਲਾਸ ਦੇ ਵਿੱਚ ਬੰਦਾ ਸਕੂਲੇ ਜਾਣ ਲੱਗ ਪੈਂਦਾ, ਤਾਂ ਭਗਤ ਸਿੰਘ ਦੀਆਂ ਗੱਲਾਂ ਤਕਰੀਬਨ ਅੱਜ ਤਾਂ ਨਹੀਂ ਪਤਾ ਵੀ ਉੱਥੇ ਸਾਡੇ ਜਿਹੜਾ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਆ ਉਸ ਨੇ ਬਹੁਤ ਕੁਝ ਵਿੱਚੋਂ ਕੱਢ ਦਿੱਤਾ। ਪਹਿਲਾਂ ਗੁਰੂ ਸਾਹਿਬਾਂ ਦਾ ਸਾਰਾ ਇਤਿਹਾਸ ਹੁੰਦਾ ਸੀ, ਸਿੱਖ ਮਿਸਲਾਂ ਦਾ ਸਾਰਾ ਇਤਿਹਾਸ ਹੁੰਦਾ ਸੀ, ਇਹਨਾਂ ਸਾਰੇ ਸ਼ਹੀਦਾਂ ਦਾ ਇਹ ਪੜ੍ਹਾਇਆ ਜਾਂਦਾ ਸੀ ਸਕੂਲਾਂ ਦੇ ਵਿੱਚ ਹੀ। ਸੋ ਇਸ ਕਰਕੇ ਸਾਨੂੰ ਉਸ ਵੇਲੇ ਬੜਾ ਦੁੱਖ ਲੱਗਾ ਕਿ ਨਹੀਂ, ਸਾਨੂੰ ਬਾਹਰ ਬੈਠੇ ਸਿੱਖਾਂ ਨੂੰ ਸਾਨੂੰ ਆਪਣਾ ਪੱਖ ਜ਼ਰੂਰ ਸੰਗਤਾਂ ਤੱਕ ਸਾਂਝਾ ਕਰਨਾ ਚਾਹੀਦਾ ਵੀ ਤੁਹਾਡੇ ਇਸ ਪਰਿਵਾਰ ਦੇ ਬਿਆਨਾਂ ਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ। ਸੋ ਇਸ ਕਰਕੇ
ਜਿਹੜੀ ਗੱਲ ਹੈ ਮਾਨ ਸਾਹਿਬ ਦੇ ਜਿੰਨੀ ਵੀ ਜੇ ਕੋਈ ਕੌਮ ਕਿਸੇ ਨੂੰ ਇੰਨਾ ਨਵਾਜਦੀ ਆ ਤਾਂ ਉਹ ਕਿਸੇ ਗੱਲ ਕਰਕੇ ਨਵਾਜਦੀ ਆ। ਉਹਨਾਂ ਨੂੰ ਬਹੁਤ, ਮੇਰੇ ਖਿਆਲ ਦੇਸ਼ ਦੇ ਵਿੱਚ ਦੂਜੇ ਨੰਬਰ 'ਤੇ ਉਹ ਆ ਜਦੋਂ ਸ੍ਰੀ ਤਰਨਤਾਰਨ ਸਾਹਿਬ ਤੋਂ ਉਹ ਖੜ੍ਹੇ ਹੋਏ ਸੀ, ਇੰਨੀ ਵੱਧ ਗਿਣਤੀ ਨਾਲ ਜੇ ਕਿਸੇ ਨੂੰ ਵੋਟਾਂ ਪਈਆਂ ਸੀ। ਦੂਜਾ, ਕਦੀ ਵੀ ਅਸੀਂ ਬਾਦਲ ਪਰਿਵਾਰ ਦਾ ਪੱਖ ਨਹੀਂ ਪੂਰਿਆ, ਸਦਾ ਹੀ ਅਸੀਂ ਉਹਨਾਂ ਦੀਆਂ ਗਲਤ ਨੀਤੀਆਂ ਦੀ ਵਿਰੋਧਤਾ ਕਰਦੇ ਰਹੇ ਹਾਂ ਔਰ ਅੱਜ ਵੀ ਕਰਦੇ ਹਾਂ ਕਿ ਸਦਾ ਹੀ ਸੋਚੀਦਾ ਸੀ ਵੀ ਸਾਡੇ ਕੌਮ ਦੇ ਗਲੋਂ ਇਹੋ ਕਦੋਂ ਲੱਥਣਗੇ। ਪਰ ਐਸ ਜਿਹੜੀ ਹੁਣ ਇਹਨਾਂ ਨੂੰ ਵੋਟ ਪਈ ਸੀ, ਇੱਥੋਂ ਆਸ ਬੱਝੀ ਸੀ ਵੀ ਸ਼ਾਇਦ ਉਸ ਪਰਿਵਾਰ ਨੂੰ, ਸਾਡੇ ਸਿੱਖ ਜਿਹੜੇ ਪੰਜਾਬ 'ਚ ਵਸਦੇ ਆ, ਉਸ ਪਰਿਵਾਰ ਦੇ ਕੋਲੋਂ ਇਹ ਜਿਹੜੀ ਵਾਂਗਡੋਰ ਆ ਇਹ ਬਦਲ ਜਾਵੇਗੀ ਹੁਣ, ਕਿਉਂਕਿ ਜਿੰਨੀ ਇਹਨਾਂ ਨੂੰ ਇਸ ਟਾਈਮ ਸੰਗਤਾਂ ਨੇ ਵੋਟ ਪਾਈ ਉਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਸੀਗਾ। ਪਰ ਮਾਨ ਸਾਹਿਬ ਦੇ ਇਸ ਬਿਆਨ ਨੇ ਉਹਨਾਂ ਸਾਰਿਆਂ ਦੇ ਵੋਟਰਾਂ ਦੇ, ਜਿਨ੍ਹਾਂ ਨੇ ਇੰਨੀ ਵੋਟ ਪਾ ਕੇ ਜਿਤਾ ਕੇ ਉੱਥੇ ਭੇਜਿਆ, ਉਹਨਾਂ ਨੂੰ ਕਿੰਨੀ ਸੱਟ ਲੱਗੀ ਹੋਏਗੀ। ਉਹ ਬਹੁਤ ਵਿਰਲੇ ਹੋਣਗੇ ਜਿਹੜੇ ਭਗਤ ਸਿੰਘ ਜੀ ਦੇ ਪ੍ਰਤੀ ਇੱਦਾਂ ਦੀ, ਮੇਰੇ ਖਿਆਲ ਦੇ ਵਿੱਚ ਕੋਈ ਉਂਗਲਾਂ 'ਤੇ ਗਿਣਨ ਵਾਲੇ ਹੋਣਗੇ ਜਿਹੜੇ ਉਹਨਾਂ ਨੂੰ ਅੱਤਵਾਦੀ ਸਮਝਦੇ ਹੋਣਗੇ। ਬਾਕੀ ਜਿਹੜੀ ਇਹਨਾਂ ਦੇ ਬੇਟੇ ਨੇ ਗੱਲ ਸ਼ੁਰੂ ਕੀਤੀ ਕਿ ਉਹ ਨਾਸਤਿਕ ਹੈ, ਉਹਦਾ ਭਾਈ ਰਣਧੀਰ ਸਿੰਘ ਜੀ ਦੀ ਬੁੱਕ ਦੇ ਵਿੱਚ ਉਹਨਾਂ ਨੇ ਸਾਰਾ ਹੀ ਖੁਲਾਸਾ ਕੀਤਾ ਹੋਇਆ ਕਿ ਉਹਨਾਂ ਨੇ ਹਰ ਚੀਜ਼ ਨੂੰ ਉਹਨਾਂ ਨੇ ਐਕਸੈਪਟ ਕੀਤਾ ਔਰ ਮੰਨ ਲਿਆ ਸੀ ਕਿ ਮੇਰੇ ਤੋਂ ਭੁੱਲ ਹੋਈ ਆ, ਜੇ ਮੈਂ ਕੇਸ ਵੀ ਕਟਾਏ ਆ ਮੇਰੇ ਤੋਂ ਭੁੱਲ ਹੋਈ ਆ। ਔਰ ਉਹਨਾਂ ਦੀ ਜਿਹੜੀ ਸ਼ਹੀਦੀ ਦੇਣ ਵੇਲੇ ਦੀ ਜਿਹੜੀ ਫੋਟੋ ਹੈ ਉਹਦੇ ਵਿੱਚ 6-6 ਇੰਚ ਦੇ ਉਹਨਾਂ ਦੇ ਸਿਰ ਦੇ ਵਾਲ ਸੀਗੇ ਔਰ ਨੰਗੇ ਸਿਰ ਉਹਨਾਂ ਦੀ ਜਿਹੜੀ ਇੱਕ ਫੋਟੋ ਜੋ ਆਪਾਂ ਦੇਖੀ ਦੀ ਸੀ ਸਿੱਖ ਅਜਾਇਬ ਘਰ ਵਿੱਚ ਲੱਗੀ ਹੋਈ, ਉਹ ਲਾਹੌਰ ਦੇ ਇੱਕ ਫੋਟੋਗ੍ਰਾਫਰ ਨੇ ਉਦੋਂ ਖਿੱਚੀ ਸੀ। ਅਤੇ ਉਸ ਤੋਂ ਪੂਰਾ ਹੈ ਕਿ ਜੇ ਭੁੱਲਿਆ ਘਰ ਆ ਜਾਵੇ ਧਾਰਮਿਕ ਤੌਰ 'ਤੇ ਤਾਂ ਉਹਨੂੰ ਗੁਰੂ ਘਰ ਦੇ ਵਿੱਚ ਸਦਾ ਹੀ ਨਵਾਜਿਆ ਜਾਂਦਾ। ਉਹ ਕੋਈ ਨਾਸਤਿਕ ਨਹੀਂ ਸੀਗਾ ਜਦੋਂ ਉਹਨੇ ਸ਼ਹੀਦੀ ਦਿੱਤੀ ਆ, ਉਸ ਟਾਈਮ ਇੱਕ ਗੁਰੂ ਦਾ ਸਿੱਖ ਸੀਗਾ। ਇਸੇ ਕਰਕੇ ਹੀ ਸ੍ਰੀ ਦਰਬਾਰ ਸਾਹਿਬ ਉਹਨਾਂ ਦੀ ਫੋਟੋ ਲੱਗੀ ਆ ਔਰ ਉਸ ਫੋਟੋ ਦੇ ਥੱਲੇ ਜਿਹੜਾ ਲਿਖ ਕੇ ਵੀ ਸੰਗਤਾਂ ਦੀ ਜਾਣਕਾਰੀ ਲਿੱਤਾ ਹੈ, ਉਹ ਵੀ ਭਾਈ ਰਣਧੀਰ ਸਿੰਘ ਦੀ ਜੇਲ੍ਹ ਚਿੱਠੀਆਂ ਕਿਤਾਬ ਦਾ ਹਵਾਲਾ ਦੇ ਕੇ ਉਹ ਫੋਟੋ ਲਗਾਈ ਗਈ ਹੈ, ਕਿਉਂਕਿ ਉੱਥੇ ਫੋਟੋ ਲੱਗਣੀ ਬੜੀ ਵਿਚਾਰ ਕੇ ਲਾਈ ਜਾਂਦੀ ਆ। ਸੋ ਆਪਾਂ ਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਇੰਨੀ ਕੋਈ ਨਿਆਣੀ ਨਹੀਂ ਹੈ ਕਿ 2-4 ਬੰਦੇ ਉੱਥੇ ਜਾਣ ਅਤੇ ਉਹ ਚਿੱਠੀ ਦੇ ਦੇਣ ਅਤੇ ਉਹ ਫੋਟੋ ਉਤਾਰ ਦੇਣਗੇ। ਸੋ ਬਾਕੀ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੀ ਲੇਲੇ ਵਾਲੀ ਵੀ ਉਹ ਸ਼ੇਰ ਨੂੰ ਖੂਹ 'ਚ ਸਿੱਟ ਦਿੱਤਾ ਸੀ, ਸੋ ਇੱਦਾਂ ਦੀ ਗੱਲ ਨਹੀਂ। ਜੇ ਉੱਥੇ ਕੋਈ ਸ਼ੇਰ ਨਹੀਂ ਸੀ ਆਇਆ ਹੋਇਆ, ਇਹ ਤਾਂ ਸਿਰਫ ਉਹਨਾਂ ਨੂੰ ਅੰਗਰੇਜ਼ਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਸਰੋਪੇ ਦਿੱਤੇ ਗਏ ਔਰ ਉਹਨਾਂ ਚੀਜ਼ਾਂ ਦੀਆਂ ਗਲਤੀਆਂ ਮੰਨ ਕੇ ਪਹਿਲਾਂ, ਔਰ ਅੱਜ ਉਸ ਚੀਜ਼ ਨੂੰ ਇਸ ਤਰ੍ਹਾਂ ਉਭਾਰਿਆ ਗਿਆ ਕਿ ਮੇਰੇ ਨਾਨੇ ਨੇ ਤਾਂ ਸਿੱਖ ਕੌਮ ਨੂੰ ਸ਼ਾਇਦ ਬਚਾ ਲਿਆ, ਦਰਬਾਰ ਸਾਹਿਬ ਦੇ ਉੱਤੇ ਬੰਬ ਡਿੱਗ ਜਾਣਾ ਸੀ। ਸੋ ਇਹ ਕਿੰਨੀਆਂ, ਸੋ ਮੈਂ ਕਹਿੰਦਾ ਵੀ ਉਹਨਾਂ ਦੀਆਂ ਗੱਲਾਂ ਤੋਂ ਸਾਨੂੰ ਕਦੀ ਕੋਈ ਹੈਰਾਨੀ ਨਹੀਂ ਹੁੰਦੀ ਵੀ ਉਹਨਾਂ ਨੇ ਕੱਲ੍ਹ ਨੂੰ ਕੀ ਬਿਆਨ ਦੇ ਦੇਣਾ। ਪਰ ਸਾਨੂੰ ਅਫਸੋਸ ਤਾਂ ਉਦੋਂ ਆਇਆ ਜਦੋਂ ਉਹਨਾਂ ਦਾ ਬੇਟਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੁਛ ਸਿੰਘ ਲੈ ਕੇ ਉੱਥੇ ਚਲੇ ਗਿਆ। ਸਾਡੀ ਕੌਮ ਦੀ ਇਹੋ ਬਦਕਿਸਮਤੀ ਆ। ਹੁਣ ਸਾਨੂੰ ਪੱਕਾ ਲੱਗਦਾ ਸੀਗਾ ਵੀ ਇਹ ਬਾਦਲ ਪਰਿਵਾਰ ਬਿਲਕੁਲ ਪਿੱਛੇ ਕਰ ਦਿੱਤਾ ਆ, ਜਿਹੜਾ ਕਿ ਉੱਥੇ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਪੰਜਾਬ ਦੇ ਵਿੱਚ ਇਸ ਟਾਈਮ ਇਸ ਇਲੈਕਸ਼ਨ ਦੇ ਵਿੱਚ। ਪਰ ਇਸ ਇੱਕ ਨਿਕੰਮੇ ਬਿਆਨ ਨੇ ਉਹਨਾਂ ਨੂੰ ਦੁਬਾਰਾ ਫੇਰ ਜੀਂਦੇ ਕਰ ਦਿੱਤਾ। ਸੋ ਉਹਨਾਂ ਨੂੰ ਜੀਂਦੇ ਸਦਾ ਹੀ ਇਹ ਆਪ ਕਰਦੇ ਆ ਔਰ ਸਾਡੇ ਦੁਆਬੇ ਤੋਂ ਬਹੁਤ ਸਾਰੇ ਸੱਜਣ ਜਿਨ੍ਹਾਂ ਨੇ 25-25 30-30 ਸਾਲ ਇਹਨਾਂ ਦੇ ਨਾਲ ਇਲੈਕਸ਼ਨਾਂ ਲੜੀਆਂ। ਇਲੈਕਸ਼ਨ ਲੜਨੀ ਬਾਦਲ ਨਾਲ ਬੜੀ ਸੌਖੀ ਸੀ, ਲੋਕ ਪੈਸਾ ਦਿੰਦੇ ਸੀ। ਕਾਂਗਰਸ ਨੂੰ ਲੜਨੀ ਬੜੀ ਸੌਖੀ ਹੁੰਦੀ ਸੀ। ਜਦੋਂ ਮਾਨ ਸਾਹਿਬ ਦੇ ਟਿਕਟ ਤੋਂ ਲੜਨਾ ਹੁੰਦਾ ਸੀ ਤਾਂ ਅਗਲੇ ਨੂੰ ਆਪਣਾ ਘਰ ਫੂਕਣਾ ਪੈਂਦਾ ਸੀ। ਅਗਲੇ ਘਰ ਫੂਕ ਜਾਂਦੇ ਸੀ ਅਤੇ ਮਾਨ ਸਾਹਿਬ ਉਹਨਾਂ ਦੀ ਬਾਤ ਨਹੀਂ ਪੁੱਛਦੇ ਸੀ ਹੁੰਦੇ ਔਰ ਤਕਰੀਬਨ ਸਾਰੇ ਹੌਲੀ ਹੌਲੀ ਪਿੱਛੇ ਹਟ ਗਏ। ਸੋ ਜਦੋਂ ਇੱਥੇ ਬੀਬੀ ਬਿਮਲ ਕੌਰ ਖਾਲਸਾ ਆਈ ਆ, ਦਾਸ ਨੂੰ ਸਮਾਂ ਮਿਲਿਆ ਉਹਨਾਂ ਦੇ ਨਾਲ ਸੇਵਾ ਕਰਨ ਦਾ। ਮੈਂ ਕੋਈ ਹਫ਼ਤਾ ਕੁ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਰਿਹਾ। ਉਦੋਂ ਉਹ ਵੀ MP ਸੀਗੇ। ਸੋ ਉਦੋਂ ਵੀ ਮਾਨ ਸਾਹਿਬ ਦੀਆਂ ਕਈ ਬਿਆਨਾਂ ਦੇ ਉੱਤੇ ਕੰਟਰੋਵਰਸੀ ਚੱਲਦੀ ਸੀ ਅਤੇ ਮੇਰੇ ਨਾਲ ਵਿਵੇਕੀ ਸਾਹਿਬ ਸੀਗੇ, ਤਰਸੇਮ ਸਿੰਘ ਸੰਧੂ ਸੀ। ਅਸੀਂ 3-4 ਜਾਣੇ ਪੱਕੇ ਹੁੰਦੇ ਸੀ ਉਹਨਾਂ ਦੇ ਨਾਲ।
ਅਤੇ ਅਸੀਂ ਬੀਬੀ ਜੀ ਨੂੰ ਪੁੱਛਿਆ, ਬੀਬੀ ਜੀ ਵੀ ਇੱਦਾਂ ਦੇ ਬਿਆਨ ਜਾਂ ਇੱਦਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਵੀ ਕੌਮ ਨੇ ਏਡੀ ਵੱਡੀ ਤੁਹਾਨੂੰ ਵੋਟ ਪਾ ਕੇ ਜਿਤਾਇਆ ਆ। ਉਹਨਾਂ ਨੇ ਕੁਛ ਗੱਲਾਂ ਬੀਬੀ ਜੀ ਦੀਆਂ ਮੈਨੂੰ ਹਾਲੇ ਤੱਕ ਯਾਦ ਆ, ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਬੀਬੀ ਜੀ ਕਹਿੰਦੇ ਕਿ ਮਾਨ ਸਾਹਿਬ ਦਾ ਜਿਹੜਾ ਜਨਮ ਆ ਇੱਕ ਬਹੁਤ ਅਮੀਰ ਘਰਾਣੇ ਦੇ ਵਿੱਚ ਹੋਇਆ, ਜਿਹੜਾ ਕਿ ਸਾਨੂੰ ਉਦੋਂ ਇੰਨਾ ਪਤਾ ਨਹੀਂ ਸੀਗਾ। ਅਸੀਂ ਸੋਚਦੇ ਸੀ ਕਿ ਮਾਨ ਸਾਹਿਬ ਵੀ ਜਿੱਦਾਂ ਵੀ ਸਧਾਰਨ ਘਰ ਦੇ ਵਿੱਚੋਂ ਪੜ੍ਹ ਕੇ IPS ਬਣੇ ਆ, ਅਤੇ ਬਹੁਤੀ ਜਾਣਕਾਰੀ ਤਾਂ ਹੁਣ ਇਹਨਾਂ ਦਿਨਾਂ ਵਿੱਚ ਆ ਕੇ ਮਿਲੀ ਆ ਕਿ ਇਹ ਹਜ਼ਾਰਾਂ ਏਕੜਾਂ ਦੇ ਮਾਲਕ ਸੀ ਅੰਗਰੇਜ਼ ਰਾਜ ਦੇ ਵਿੱਚ, ਕਿ ਗੱਡੀ ਵੀ ਸਟੇਸ਼ਨ ਵੀ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ 1-2 ਸਟੇਸ਼ਨ ਵੀ ਆ ਜਾਂਦੇ ਸੀ। ਸੋ ਉਹ ਵੀ ਇਹਨਾਂ ਦੀ ਪਰਿਵਾਰ ਦੇ ਵਿੱਚੋਂ ਇੱਕ ਲੜਕੀ ਨੇ ਕਿਤਾਬ ਲਿਖੀ ਆ, ਉਹਦਾ ਹਵਾਲਾ ਦਿੱਤਾ ਗਿਆ ਸੀ। ਸੋ ਉਹ ਕਹਿੰਦੀ ਇੱਕ ਤਾਂ ਬਹੁਤ ਅਮੀਰ ਘਰ ਦੇ ਵਿੱਚ ਪੜ੍ਹੇ ਜੰਮੇ, ਫਿਰ ਅਮੀਰਾਂ ਦੇ ਬੱਚਿਆਂ ਦੇ ਨਾਲ ਹੀ ਉਹ ਪੜ੍ਹੇ, ਕਿ ਜਿਹੜਾ ਆਮ ਜਿਹੜਾ ਪਿੰਡਾਂ ਦਾ ਜਾਂ ਹੋਰ ਇਹਨਾਂ ਦਾ ਇੰਨਾ ਤਜਰਬਾ ਨਹੀਂ ਸੀ। ਤੀਜਾ ਕਹਿੰਦੀ ਫਿਰ ਇਹਨਾਂ ਦਾ ਜਿਹੜਾ ਨੌਕਰੀ ਸੀ ਉਹ ਵੀ IPS, ਉਹ ਵੀ ਪੁਲਿਸ ਦੇ ਵਿੱਚ ਹੋ ਗਈ, ਵੀ ਉਹ ਪੁਲਿਸ ਦੇ ਸੁਭਾਅ ਦਾ ਜਿਹੜਾ ਹੁੰਦਾ ਆ ਉਹ ਵੀ ਸੁਭਾਅ ਉਹਨਾਂ ਦਾ ਉਹੋ ਜਿਹਾ ਹੈ। ਅਤੇ ਚੌਥਾ ਉਹਨਾਂ ਨੇ ਇਹ ਆਖਿਆ ਵੀ ਜਿਹੜਾ ਇਹਨਾਂ ਦਾ ਆਲਾ ਦੁਆਲਾ ਸੀ ਨਾ, ਉਹ ਕਹਿੰਦੀ ਉਹ ਮਾਨ ਸਾਹਿਬ ਦੇ ਬਹੁਤ ਸਾਰੇ ਭਰੋਸੇਯੋਗ ਬੰਦੇ ਜਿਹੜੇ ਆ ਨਾ, ਮਾਨ ਸਾਹਿਬ ਦੇ ਨਾਲ ਇਮਾਨਦਾਰੀ ਦੇ ਨਾਲ ਨਹੀਂ ਵਿਚਰ ਰਹੇ, ਕਿ ਮਾਨ ਸਾਹਿਬ ਨੂੰ ਜਿਹੜੀ ਸਲਾਹ ਉਹ ਕੋਈ ਪੰਥ ਦੇ ਹਿੱਤ ਵਾਲੀ ਜਾਂ ਹੱਕ ਵਾਲੀ ਦੇਣ, ਭਈ ਉਹ ਸਰਕਾਰ ਨੇ ਬਹੁਤ ਸਾਰੇ ਆਲਾ ਦੁਆਲਾ ਜਿਹੜਾ ਹੈ ਉਹਦੀ ਵੀ ਸ਼ੱਕ ਦੇ ਘੇਰੇ ਵਿੱਚ ਦੇਖਿਆ ਜਾ ਰਿਹਾ। ਅਤੇ ਚੌਥਾ ਉਹਨਾਂ ਨੇ ਕਿਹਾ ਸੀ ਵੀ ਮਾਨ ਸਾਹਿਬ ਨੂੰ ਜਦੋਂ ਜੇਲ੍ਹ ਵਿੱਚ ਸੀਗੇ ਇਹਨਾਂ ਨੂੰ ਟੌਰਚਰ ਵੀ ਕੀਤਾ ਗਿਆ, ਉਹਦੇ ਨਾਲ ਵੀ ਸਿਹਤ ਦੇ ਉੱਤੇ ਮਾਨਸਿਕ ਤੌਰ 'ਤੇ ਅਸਰ ਪਿਆ ਹੋਇਆ, ਜਿਹਦੇ ਉੱਤੇ ਕਿ ਹੁਣ ਕਈਆਂ ਨੇ ਕੰਟਰੋਵਰਸੀ ਕੀਤੀ ਆ ਬਹੁਤ ਸਾਰੀ ਵੀ ਨਹੀਂ ਇਹਨਾਂ ਨੂੰ ਕੁਛ ਨਹੀਂ ਕਿਹਾ। ਚਲੋ ਇਹ ਤਾਂ ਰੱਬ ਜਾਣਦਾ ਜਾਂ ਉਹ ਜਾਣਦੇ ਆ, ਪਰ ਜੋ ਬੀਬੀ ਜੀ ਨੇ ਕਿਹਾ ਮੈਂ ਤੁਹਾਨੂੰ ਦੱਸਿਆ। ਉਹ ਕਹਿੰਦੀ ਇਹਨਾਂ ਗੱਲਾਂ ਦਾ ਕਰਕੇ ਵੀ ਮਾਨ ਸਾਹਿਬ ਦੇ ਜਿਹੜੇ ਬਿਆਨ ਆ ਉਹਨਾਂ ਦਾ ਅਸੀਂ ਵੀ ਕਦੀ ਬੁਰਾ ਨਹੀਂ ਮਨਾਉਂਦੇ ਹੁੰਦੇ, ਭਈ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈਗਾ ਹੈ। ਸੋ ਇਸ ਕਰਕੇ ਸਾਡਾ ਇਹੋ ਹੀ ਕਹਿ ਸਕਦੇ ਹਾਂ ਵੀ ਮਾਨ ਸਾਹਿਬ, ਕੌਮ ਤੁਹਾਨੂੰ ਸਦਾ ਹੀ ਗਾਂਹ ਨੂੰ ਤੋਰਦੀ ਆ। ਜੇ ਤੁਹਾਨੂੰ ਕੌਮ ਨੇ ਗਾਂਹ ਕੀਤਾ ਆ, ਤੁਸੀਂ ਕੌਮ ਨੂੰ ਜੇ ਉਹ 5 ਕਰਮਾਂ ਤੁਹਾਨੂੰ ਗਾਂਹ ਕਰਦੇ, ਤੁਸੀਂ 50 ਕਰਮਾਂ ਪਿੱਛੇ ਨਾ ਸਿੱਟਿਆ ਕਰੋ। ਹੁਣ ਅੱਜ ਇਸ ਦੇ ਬਿਆਨ ਨੇ ਸਾਨੂੰ ਕਿੱਥੇ ਲਿਆ ਕੇ ਸਿੱਟ ਦਿੱਤਾ। ਜਿਹੜੇ ਸੋਚਦੇ ਸੀਗੇ ਵੀ ਇਹਨਾਂ ਦੇ ਕੋਲੋਂ ਦੂਸਰੇ ਅਕਾਲੀ ਦਲ ਤੋਂ ਨੁਮਾਇੰਦਗੀ ਸਿੱਖਾਂ ਦੀ ਖੋਹ ਕੇ ਇਹਨਾਂ ਨੂੰ ਦੇ ਦਿੱਤੀ ਜਾਵੇ, ਉਹ ਹੁਣ ਸਾਰੇ ਸਿੱਖ 100 ਵਾਰੀ ਫਿਰ ਦੁਬਾਰਾ ਸੋਚਣਗੇ ਕਿ ਅਸੀਂ ਇਹਨਾਂ ਨੂੰ ਦਈਏ, ਜਿਹੜੇ ਜਿਨ੍ਹਾਂ ਨੇ ਕੌਮ ਦੇ ਬਦਲੇ, ਦੇਸ਼ ਦੇ ਬਦਲੇ ਜਾਨਾਂ ਦੇ ਦਿੱਤੀਆਂ, ਉਹਨਾਂ ਨੂੰ ਵੀ ਇਹੋ ਅੱਤਵਾਦੀ ਕਹਿੰਦੇ ਆ। ਸੋ ਇੱਥੇ ਸਾਰੇ ਪੰਥਕ ਹਿੱਤੂ ਆ, ਕਿਸੇ ਦਾ ਕੋਈ ਉਹਨਾਂ ਦੇ ਨਾਲ ਨਿੱਜੀ ਵਿਰੋਧ ਨਹੀਂ ਹੈ ਮਾਨ ਸਾਹਿਬ ਦੇ ਨਾਲ। ਸਾਡਾ ਸਿਰਫ ਪਿਆਰ ਉਹਨਾਂ ਸ਼ਹੀਦਾਂ ਨਾਲ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀਆਂ ਦਿੱਤੀਆਂ। ਉਹ ਨਹੀਂ ਦਰਦ ਜਾਣ ਸਕਦੇ ਪਰਿਵਾਰ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਆਪ ਰਾਜ ਕੀਤਾ ਹੋਵੇ। ਇਹ ਉਹ ਜਾਣ ਸਕਦੇ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਜੇਲ੍ਹਾਂ ਕੱਟੀਆਂ ਹੋਣ, ਜਿਨ੍ਹਾਂ ਦੇ ਬਜ਼ੁਰਗ ਤੋਪਾਂ ਦੇ ਸਾਹਮਣੇ ਖੜ੍ਹੇ ਕਰ ਕਰਕੇ ਅੰਗਰੇਜ਼ ਨੇ ਅੜਾਏ ਹੋਣ, ਜਿਨ੍ਹਾਂ ਦਿਆਂ ਨੂੰ ਕਾਲੇ ਪਾਣੀ ਭੇਜਿਆ ਹੋਵੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਉਹਨਾਂ ਨੂੰ ਦੁੱਖ ਹੋਏਗਾ, ਉਹਨਾਂ ਨੂੰ ਪਤਾ ਅੰਗਰੇਜ਼ ਦੇ ਰਾਜ ਦਾ ਕੀ ਸੀਗਾ, ਅੰਗਰੇਜ਼ ਦਾ ਰਾਜ ਕੀ ਸੀਗਾ, ਔਰ ਉਹਨਾਂ ਨੂੰ ਜ਼ਰੂਰ ਦੁੱਖ ਹੋਏਗਾ ਜਿਨ੍ਹਾਂ ਦਾ ਉਦੋਂ ਰਾਜ ਸੀ ਅੰਗਰੇਜ਼ ਦੇ ਸਮੇਂ, ਔਰ ਬਾਅਦ ਵਿੱਚ ਉਹ ਰਾਜ ਉਹਨਾਂ ਦਾ ਖੁੱਸ ਗਿਆ। ਉਹਨਾਂ ਨੂੰ ਜ਼ਰੂਰ ਦੁੱਖ ਹੋਏਗਾ। ਅੱਜ ਤਾਂ ਭਗਤ ਸਿੰਘ 'ਤੇ ਗੱਲ ਆਈ ਆ, ਜਦੋਂ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਮਾਰਿਆ, ਅਡਵਾਇਰ ਨੂੰ ਮਾਰਿਆ, ਕਿਉਂਕਿ ਡਾਇਰ ਤਾਂ ਮੇਰੇ ਖਿਆਲ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ। ਸੋ ਮੇਰੇ ਖਿਆਲ ਵਿੱਚ ਸਰੋਪੇ ਦੇਣ ਵਾਲੇ ਪਰਿਵਾਰ ਨੂੰ ਜ਼ਰੂਰ ਸ਼ਾਇਦ ਅਡਵਾਇਰ ਦਾ ਵੀ ਬਹੁਤ ਸਾਰਾ ਦੁੱਖ ਹੋਵੇ ਕਿ ਉਸ ਨੂੰ ਵੀ ਮਾਰਿਆ, ਉਹ ਵੀ ਅੱਤਵਾਦੀ ਸੀ। ਉਹਦੇ ਨਾਂ ਨੂੰ ਤਾਂ 3 ਨਾਂ ਲੱਗਦੇ ਸੀਗੇ। ਉਹਨੇ ਮੇਰੇ ਖਿਆਲ ਆਜ਼ਾਦ ਮੁਹੰਮਦ ਸਿੰਘ ਲਿਖਿਆ ਹੋਇਆ ਸੀਗਾ। ਹਾਂਜੀ, ਆਪਣੇ ਊਧਮ ਸਿੰਘ ਨੇ ਆਪਣੇ ਨਾਂ ਨੂੰ 3 ਹੀ ਕੌਮਾਂ ਦੇ ਨਾਂ ਲਾਏ ਹੋਏ ਸੀ। ਹੁਣ ਉਹਨੂੰ ਅਸੀਂ ਕਿੱਧਰ ਲਾਵਾਂਗੇ ਵੀ ਉਹ ਤਾਂ ਸਿੱਖ ਸੀਗਾ, ਮੁਸਲਮਾਨ ਸੀ ਜਾਂ ਕੋਈ ਹਿੰਦੂ ਸੀਗਾ। ਸੋ ਇਹ ਜਿਹੜੇ ਪਰਵਾਨੇ ਹੁੰਦੇ ਆ, ਇਹ ਧਰਮਾਂ ਤੋਂ ਉੱਤੇ ਉੱਠ ਕੇ ਕੰਮ ਕਰਦੇ ਆ। ਬਾਕੀ ਜੇ ਉਸ ਏਜ ਦੇ ਵਿੱਚ ਕੋਈ ਸਿੱਖੀ ਤੋਂ ਲਾਂਭੇ ਵੀ ਗਿਆ ਹੋਏਗਾ, ਮੈਂ ਕਹਿੰਦਾ ਉਹਨਾਂ ਨੂੰ ਦੋਸ਼ ਨਹੀਂ ਦਿੱਤਾ ਜਾਂਦਾ। ਜਿੱਦਾਂ ਅੱਜ ਕੱਲ੍ਹ ਦੇ ਸਾਡੇ ਜਥੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਾਫੀਆਂ ਦੇ ਦਿੱਤੀਆਂ ਸੀ, ਕੀ ਸਾਡੇ ਸਿੱਖ ਉਹਨਾਂ ਤੋਂ ਬਹੁਤ ਖੁਸ਼ ਹੋਣਗੇ? ਕੀ ਉਸ ਟਾਈਮ ਦਾ ਜਵਾਨੀ ਜਿਹੜੀ ਸੀ ਜਨਰਲ ਡਾਇਰ ਵਰਗੇ ਨੂੰ ਸਰੋਪੇ ਦੇਣ ਵਾਲੇ ਸਰਬਰਾਹਾਂ ਤੋਂ ਕਿੰਨੀ ਕੁ ਖੁਸ਼ ਹੋਏਗੀ ਕਿ ਉਹ
ਸਿੱਖੀ ਵਿੱਚ ਹੋ ਕੇ ਉਹ ਮਤਲਬ ਉਹਨਾਂ ਨੂੰ ਆਪਣੇ ਰਸਤੇ ਤੋਂ ਪਰੇ ਕਰਨ ਵਾਸਤੇ ਲੀਡਰਸ਼ਿਪ ਦੀਆਂ ਗਦਾਰੀਆਂ ਸਦਾ ਹੀ ਨੌਜਵਾਨਾਂ ਨੂੰ ਪਰੇ ਕਰਦੀਆਂ। ਔਰ ਉਸ ਟਾਈਮ 'ਤੇ ਰਸ਼ੀਆ ਦੇ ਵਿੱਚ ਵੀ ਕੰਮ ਚੱਲ ਰਿਹਾ ਸੀ, ਚਾਈਨਾ ਵਿੱਚ ਵੀ ਚੱਲ ਰਿਹਾ ਸੀ, ਉਹ ਵੀ ਲੜਾਈਆਂ ਲੜ ਰਹੇ ਸੀ। ਜਿਹੜੇ ਬੱਚੇ ਨੈਸ਼ਨਲ ਜਾਂ ਇੰਟਰਨੈਸ਼ਨਲ ਅਖਬਾਰਾਂ ਪੜ੍ਹਦੇ ਸੀ ਉਹਨਾਂ ਦਾ ਉੱਧਰ ਨੂੰ ਝੁਕਾਅ ਹੋ ਜਾਣਾ ਬਹੁਤ ਆਸਾਨ ਸੀ। ਆਪਣੇ ਹੁਣੀ ਲਾ ਲਓ 55 ਤੋਂ 60 ਦੇ ਵਿੱਚ ਕਿੰਨੇ ਬੱਚੇ ਸੀਗੇ ਸਾਡੇ, ਉਹ ਸਿੱਖਾਂ ਦੇ ਬੱਚੇ ਹੀ ਸੀ ਜਿਹੜੇ ਕਮਿਊਨਿਸਟਾਂ ਦੇ ਵਿੱਚ ਨਿਕਸਲਵਾੜੀ ਲਹਿਰ ਦੇ ਵਿੱਚ ਚਲੇ ਗਏ। ਕਿੰਨਿਆਂ ਦੀਆਂ ਜਾਨਾਂ ਗਈਆਂ ਉਹਦੇ ਵਿੱਚ। ਉਹਨਾਂ ਦਾ ਕੋਈ ਨਿੱਜੀ ਸਵਾਰਥ ਤਾਂ ਉਹਨਾਂ ਦਾ ਵੀ ਨਹੀਂ ਸੀ। ਉਹ ਚਾਹੁੰਦੇ ਸੀ ਪੰਜਾਬ ਦੇ ਵਿੱਚ ਜਿਹੜੀ ਰਜਵਾੜਾ ਸ਼ਾਹੀ ਹੈ, ਪੰਜਾਬ ਦੇ ਵਿੱਚ ਗਰੀਬ ਨੂੰ ਕੁਛ ਮਿਲੇ, ਗਰੀਬਾਂ ਲਈ ਵੀ ਕੁਛ ਹੋਵੇ। ਸੋ ਇਸ ਕਰਕੇ ਸ਼ਹੀਦ ਭਗਤ ਸਿੰਘ ਜੀ ਇੱਕ ਪਰਿਵਾਰ ਦੇ ਜਾਂ ਕੁਛ ਹੋਰ ਗਰੁੱਪਾਂ ਦੇ ਕਹਿ ਦੇ ਉੱਤੇ ਉਹਨਾਂ ਦੀ ਸ਼ਹੀਦੀ ਉਹਨਾਂ ਨਾਲੋਂ ਲੱਥਣੀ ਨਹੀਂ। ਉਹਨਾਂ ਦੀਆਂ ਫੋਟੋ ਉੱਥੇ ਰਹਿਣਗੀਆਂ। ਸ਼ਹੀਦਾਂ ਨੇ ਸ਼ਹੀਦ ਹੀ ਰਹਿਣਾ। ਅੱਜ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਅਜਾਇਬ ਘਰ ਵਿੱਚ ਫੋਟੋਆਂ ਲੱਗੀਆਂ ਜਾਂ ਕੋਈ ਲਾਈਆਂ ਨਹੀਂ, ਕਿਉਂਕਿ ਅੱਜ ਤੱਕ ਉਹਨਾਂ ਨੇ ਜਿੰਨਿਆਂ ਦੀ ਵੀ ਫੋਟੋ ਲਾਈ ਆ ਬੜੀ ਸੋਚ ਵਿਚਾਰ ਕੇ ਲਾਈ ਆ। ਅੱਜ ਦੇ ਲੀਡਰਸ਼ਿਪ ਨਾਲੋਂ 1966 ਦੀ ਲੀਡਰਸ਼ਿਪ ਕਿਤੇ ਅਗਾਂਹ ਦੀ ਵਧੀਆ ਸੋਚ ਵਾਲੇ ਹੁੰਦੇ ਸੀ। ਸੋ ਇਸ ਕਰਕੇ ਆਪ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਆਇਆਂ ਦਾ। ਔਰ ਦੁਬਾਰਾ ਫਿਰ ਮਾਨ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਮਾਨ ਸਾਹਿਬ ਤੁਹਾਤੇ ਸਦਾ ਹੀ ਕੌਮ ਯਕੀਨ ਕਰਦੀ ਆ। ਤੁਹਾਨੂੰ ਅੱਜ ਤੀਜੀ ਵਾਰੀ ਤੁਹਾਨੂੰ ਪਾਰਲੀਮੈਂਟ 'ਚ ਭੇਜਿਆ ਆ। ਕਿਰਪਾ ਕਰੋ ਕੌਮ ਦਾ ਕੁਛ ਮੋੜੋ। ਤੁਸੀਂ ਜੇ ਕੁਛ ਕੁਰਬਾਨੀ ਕੀਤੀ ਆ, ਤੁਹਾਨੂੰ ਤਾਂ ਕੌਮ ਨੇ ਦੇ ਦਿੱਤਾ ਬਹੁਤ ਕੁਛ, ਪਰ ਅੱਜ ਤੱਕ ਤੁਹਾਡੇ ਵੱਲੋਂ ਕੁਛ ਨਹੀਂ ਮਿਲਿਆ। ਤੀਜੀ ਵਾਰੀ ਤੁਸੀਂ ਗਏ ਆ। ਹੁਣ ਹੀ ਅਸੀਂ ਚਾਹੁੰਦੇ ਹਾਂ ਜੇ ਕੋਈ ਗਲਤੀ ਫਿਰ ਕੀ ਹੋ ਗਿਆ, ਜੇ ਤੁਸੀਂ ਸਾਡੇ ਤੋਂ ਮੀਡੀਆ ਨੇ ਵੀ ਕਢਾ ਲਿਆ, ਤੁਸੀਂ ਉਸ ਆਪਣੇ ਬਿਆਨ ਨੂੰ ਵਾਪਸ ਲੈ ਲਓ, ਤੁਸੀਂ ਦਰੁਸਤ ਕਰ ਲਓ। ਜੇ ਨਾਨੇ ਦੇ ਪੱਖ ਵਿੱਚ ਅੱਗੇ ਮਾਫੀ ਮੰਗੀ ਸੀਗੀ, ਹੁਣ ਵੀ ਕਹਿ ਦਿਓ ਮੇਰੇ ਤੋਂ ਭੁੱਲ ਹੋ ਗਈ ਆ, ਮੈਂ ਉਹਨਾਂ ਦੀ ਸਲੋਤਾ ਕਰ ਦਿੱਤੀ ਆ। ਸੋ ਇਹ ਤੁਸੀਂ ਇੱਕ ਗਏ ਆ। ਅਸੀਂ ਤਾਂ ਆਸ ਰੱਖਦੇ ਸੀਗੇ ਕਿ ਜੇ 24 ਦੀ ਇਲੈਕਸ਼ਨ ਹੋਣੀ, ਜਿੱਦਾਂ ਹੁਣ ਤੁਹਾਨੂੰ ਵੋਟਾਂ ਪਈਆਂ ਸੀ, ਹੋ ਸਕਦਾ ਜਿੱਦਾਂ ਪਹਿਲਾਂ 10-12 MP ਬਣੇ ਸੀ, ਹੁਣ ਵੀ ਦੁਬਾਰਾ 10 ਬਣ ਸਕਦੇ ਸੀ ਤੁਹਾਡੇ। ਸੋ ਬੇਨਤੀ ਆ ਮਾਨ ਸਾਹਿਬ, ਤੁਸੀਂ ਜ਼ਰੂਰ, ਮੈਂ ਇੱਕ ਜ਼ਰੂਰ ਕਹਾਂਗਾ, ਕਿਸੇ ਵੀ ਪਾਰਟੀ ਦੇ ਨਾਲ ਹੋਵੋ, ਜੇ ਸਾਡਾ ਲੀਡਰ ਆਪਣੇ ਰਸਤੇ ਤੋਂ ਪਰੇ ਜਾਂਦਾ ਆ, ਸਾਨੂੰ ਜ਼ਰੂਰ ਉਹਨਾਂ ਨੂੰ, ਠੀਕ ਹੈ ਜੇ ਤੁਸੀਂ ਪਬਲਿਕ ਤੌਰ 'ਤੇ ਨਹੀਂ ਕਹਿ ਸਕਦੇ, ਸਾਨੂੰ ਉਹਨਾਂ ਨੂੰ ਨਿੱਜੀ ਤੌਰ 'ਤੇ ਫੋਨ ਕਰਕੇ ਮਿਲ ਕੇ ਸਾਨੂੰ ਜ਼ਰੂਰ ਕਹਿਣਾ ਚਾਹੀਦਾ ਵੀ ਤੁਹਾਡੇ ਇੱਦਾਂ ਦੇ ਬਿਆਨਾਂ ਦਾ ਕੌਮ ਨੂੰ ਲਾਭ ਨਹੀਂ ਹੁੰਦਾ, ਇਹਦਾ ਨੁਕਸਾਨ ਹੁੰਦਾ ਆ। ਇਸ ਕਰਕੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਜਿੰਨੇ ਵੀ ਉਹਨਾਂ ਦੇ ਹੋਰ ਵੀ ਨੁਮਾਇੰਦੇ ਆ ਵੀ ਤੁਸੀਂ ਭਾਈ ਜੀ ਬੜੀ ਵਧੀਆ ਰਸਤਾ ਚੱਲਿਆ ਸੀ। ਬਾਕੀ ਮੈਂ ਤਾਂ ਉਦੋਂ ਉੱਥੇ ਸੀਗਾ ਪੰਜਾਬ ਦੇ ਵਿੱਚ ਜਦੋਂ ਇਹ ਇਲੈਕਸ਼ਨ ਹੋਈ ਆ। ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਪਿਆ ਆ ਤਾਂ ਉਹ 2 ਜਾਨਾਂ ਦਾ ਪਿਆ ਆ, ਦੀਪ ਸਿੱਧੂ ਔਰ ਸਿੱਧੂ ਮੂਸੇਵਾਲ। ਇਹ 2 ਸਿੱਧੂਆਂ ਦੀਆਂ ਜਿਹੜੀਆਂ ਜਾਨਾਂ ਗਈਆਂ, ਉਹਦਾ ਕਰਕੇ ਸਰਕਾਰ ਦੇ ਪ੍ਰਤੀ ਲੋਕਾਂ ਦਾ ਗੁੱਸਾ ਬਹੁਤ ਸੀ ਔਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਸੀ ਕਿ ਉਹ ਬਾਦਲਾਂ ਮਗਰ ਤੁਰਦੇ। ਉਹਨਾਂ ਦੇ ਕੋਲ ਹੱਲੇ ਵੀ ਸਭ ਤੋਂ ਵਧੀਆ ਉਹਨਾਂ ਨੇ ਚੁਣਿਆ ਉਸ ਇਲਾਕੇ ਨੇ ਵੀ ਸਾਨੂੰ ਨਾ ਅਸੀਂ ਕਾਂਗਰਸ ਨੂੰ ਵੋਟ ਪਾ ਸਕਦੇ ਸੀ, ਨਾ ਉਹ ਅਕਾਲੀਆਂ ਨੂੰ ਪਾ ਸਕਦੇ ਸੀ ਉਹਨਾਂ ਦੇ ਕਾਰਨਾਮਿਆਂ ਕਰਕੇ। ਹਾਂਜੀ, ਆਪ ਤੋਂ ਉਹ ਨਾਰਾਜ਼ ਸੀ ਲੋਕ ਕਿ ਇਹਨਾਂ ਨੇ ਹੁਣੇ ਹੀ ਜਿਹੜੇ ਰਾਜ ਸਭਾ ਵਿੱਚ ਮੈਂਬਰ ਭੇਜੇ ਆ, ਉਹ ਸਾਰਿਆਂ ਦੇ ਉੱਤੋਂ ਕੋਈ ਵੀ ਖੁਸ਼ ਨਹੀਂ ਸੀਗਾ ਕਿ ਉਹਨਾਂ ਦੇ ਰਾਜ ਸਭਾ ਜਿਹੜੇ ਮੈਂਬਰ ਭੇਜੇ ਆ। ਸੋ ਉਹਨਾਂ ਸਾਰੇ ਕੈਂਡੀਡੇਟਾਂ ਵਿੱਚੋਂ ਇੱਕ ਇਹਨਾਂ ਦੀ ਬਜ਼ੁਰਗ ਸੀਗੀ, ਉਮਰ ਦੇ ਹਿਸਾਬ ਦਾ ਵੀ ਲੋਕਾਂ ਦੇ ਵਿੱਚ ਹਮਦਰਦੀ ਸੀਗੀ ਵੀ ਇਹ ਹੁਣ ਇਸ ਉਮਰ ਵਿੱਚ ਖੜ੍ਹੇ ਆ, 78 ਦੀ ਉਮਰ ਦੇ ਵਿੱਚ। ਸਾਰਿਆਂ ਨੇ ਇਹਨਾਂ ਨੂੰ ਮਾਣ ਦਿੱਤਾ। ਸੋ ਉਹਨਾਂ ਲੋਕਾਂ ਦਾ ਮਾਣ ਰੱਖੋ ਮਾਨ ਸਾਹਿਬ, ਇੱਦਾਂ ਦੀਆਂ ਗੱਲਾਂ ਨੂੰ ਬੰਦ ਕਰੋ। ਔਰ ਮੈਂ ਇਹ ਕਹਾਂਗਾ ਕਿ ਆਪਾਂ ਸਾਰੇ ਇੱਕ ਇਹ ਵੀ ਕਹੀਏ, ਕੋਈ ਜਿੱਦਾਂ ਵੀ ਹੈ, ਪਰ ਸਾਡਾ ਸੁਪਰੀਮ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਆ। ਮੈਂ ਤਾਂ ਆਪਣੇ ਵੱਲੋਂ ਇਹ ਬੇਨਤੀ ਕਰਦਾ ਹਾਂ ਵੀ ਇਸ ਵਾਦ ਵਿਵਾਦ ਦੇ ਉੱਤੇ ਜਥੇਦਾਰ ਸਾਹਿਬ ਜਲਦੀ ਤੋਂ ਜਲਦੀ ਆਪਣਾ ਬਿਆਨ ਦੇ ਕੇ ਸਾਰੀਆਂ ਧਿਰਾਂ ਨੂੰ ਚੁੱਪ ਕਰਾ ਦੇਣ ਅਤੇ ਇਸ ਵਿਵਾਦ ਨੂੰ ਬੰਦ ਕੀਤਾ ਜਾਣਾ ਚਾਹੀਦਾ ਜਲਦੀ ਤੋਂ ਜਲਦੀ। ਨਹੀਂ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਨੌਜਵਾਨਾਂ ਨੂੰ, ਹਰ ਘਰ ਦੇ ਵਿੱਚ ਕਿਸੇ ਦੇ ਵੱਖਰੇ ਖਿਆਲ ਹੋ ਸਕਦੇ ਆ। ਅਸੀਂ ਪਿੰਡਾਂ ਦੇ ਪਿੰਡ, ਘਰਾਂ ਦੇ ਘਰਾਂ ਨੂੰ ਆਪਸ ਵਿੱਚ ਹੀ ਵੰਡ ਸਕਦੇ ਹਾਂ, ਉਹਨਾਂ ਨੂੰ ਬਹਿਸ ਵਸਾਈਏ ਵਿੱਚ ਪਾ ਸਕਦੇ ਹਾਂ। ਇਹ ਲੜਾਈ ਝਗੜੇ ਵੱਲ ਵੀ ਗੱਲ ਜਾ ਸਕਦੀ ਆ, ਕਿਉਂਕਿ ਕਈ ਤਰ੍ਹਾਂ ਇੱਕ ਹੁਣ ਮੂਰਖ ਨੇ ਇੱਕ ਨੇ ਬਿਆਨ ਦਿੱਤਾ ਸੀਗਾ ਖਟਕਲ ਕਲਾਂ ਤੋਂ, ਉਹ ਕਿੰਨਾ ਨਿੰਦਣਯੋਗ ਬਿਆਨ ਸੀਗਾ, ਜਿਨ੍ਹਾਂ ਨੇ ਕਿਹਾ ਸੀ ਮਾਨ ਸਾਹਿਬ ਨਾਲ ਇੱਦਾਂ ਕਰ ਦਿਓ। ਹਾਂਜੀ, ਇਹ ਪੱਗ ਸਾਡੀ ਗੁਰੂ ਸਾਹਿਬਾਂ ਦੀ ਦਿੱਤੀ ਹੋਈ ਆ, ਇਹ ਕਿਸੇ ਬੰਦੇ ਦੀ ਦਿੱਤੀ ਹੋਈ ਨਹੀਂ। ਉਸ ਦਾ ਸਾਰਿਆਂ ਨੂੰ ਦੁੱਖ ਲੱਗਾ ਔਰ ਮੈਂ ਤਾਂ ਕਹਾਂਗਾ ਉਹਨੇ ਮਾਨ ਸਾਹਿਬ ਦਾ ਜਿਹੜਾ ਵਿਰੋਧ ਸੀਗਾ ਉਹ ਬੇਵਕੂਫ ਦੇ ਬਿਆਨ ਨੇ ਉਹਨੂੰ ਬਿਲਕੁਲ ਫਿੱਕਾ ਪਾ ਦਿੱਤਾ ਸੀ। ਹਾਂਜੀ, ਸੋ ਇਸ ਕਰਕੇ
ਹਰ ਇੱਕ ਨੂੰ ਸੰਕੋਚ ਕਰਕੇ ਗੱਲ ਕਰਨੀ ਚਾਹੀਦੀ ਹੈ। ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਮਾਨ ਸਾਹਿਬ ਤੁਹਾਨੂੰ ਕੌਮ ਨੇ ਬੜੇ ਪਿਆਰ ਦੇ ਨਾਲ ਬੜੀਆਂ ਆਸਾਂ ਦੇ ਨਾਲ ਤੁਹਾਨੂੰ ਉੱਥੇ ਭੇਜਿਆ ਆ, ਤਾਂ ਤੁਸੀਂ ਜੇਲ੍ਹਾਂ ਵਿੱਚ ਬੈਠੇ ਜਿਹੜੇ ਆ ਉਹਨਾਂ ਨੂੰ ਪੁੱਛਿਆ ਜਾਣਦਾ, ਜਾਂ ਜਿਹੜੇ ਸ਼ਹੀਦ ਹੋ ਗਏ ਆ ਪਰਿਵਾਰਾਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਦੁੱਖ ਕਿੰਨਾ ਹੈ। ਉਹਨਾਂ ਦੇ ਕਿਸੇ ਬੱਚਿਆਂ ਨੂੰ ਪੁੱਛ ਕੇ ਦੇਖੋ ਕਿੱਦਾਂ ਉਹਨਾਂ ਮਾਈਆਂ ਨੇ ਕਲੀਆਂ ਨੇ ਬੱਚੇ ਪਾਲੇ ਆ। ਕਈ ਤਾਂ ਪਿੰਡਾਂ ਦੇ ਵਿੱਚ ਜਿੱਥੇ ਆਪਣੀ ਰਿਸ਼ਤੇਦਾਰੀਆਂ ਸੀ ਉਹਨਾਂ ਨੇ ਸਾਥ ਦਿੱਤਾ, ਪਰ ਕਈ ਐਸੀਆਂ ਬੀਬੀਆਂ ਸੀ ਜਿਹੜੇ ਸ਼ਹਿਰਾਂ ਵਿੱਚ ਰਹਿੰਦੀਆਂ ਸੀ, ਉਹਨਾਂ ਦੇ ਕਈ ਇਕੱਲੇ ਸੀ। ਉਹਨਾਂ ਬੀਬੀਆਂ ਨੇ ਜਿਹੜਾ ਦੁੱਖ ਸੰਤਾਪ ਹੰਢਾ ਕੇ ਆਪਣੇ ਬੱਚੇ ਪਾਲੇ ਆ। ਸਾਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਸਾਨੂੰ ਕੋਈ ਪੰਜਾਬ ਦੇ ਆਰਥਿਕ ਹੱਕ ਨਹੀਂ ਮਿਲੇ, ਸਾਨੂੰ ਸਾਡੇ ਧਾਰਮਿਕ ਹੱਕ ਨਹੀਂ ਮਿਲੇ, ਸਾਨੂੰ ਸਾਡੇ ਸਮਾਜਿਕ ਹੱਕ ਨਹੀਂ ਮਿਲੇ। ਉਹਨਾਂ ਦੇ ਵਾਸਤੇ ਸਾਡਾ ਪੰਜਾਬ ਦੀ ਜਿਹੜੀ ਖੇਤੀ ਆ ਉਹਦਾ ਆਉਣ ਵਾਲੇ 20 ਸਾਲਾਂ ਵਿੱਚ ਫਿਊਚਰ ਹੀ ਹੈ ਨਹੀਂ ਗਾ ਜੇ ਅਸੀਂ ਕੋਈ ਇਹਦੇ ਵਿੱਚ ਨਾ ਕੋਈ ਵਿਚਾਰ ਕੀਤੀ। ਸੋ ਤੁਸੀਂ ਉਧਰ ਜ਼ਿਆਦਾ ਖਿਆਲ ਕਰੋ ਕਿ ਜਿਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਆ। ਬਾਕੀ ਮੈਂ ਕਹਿੰਦਾ ਹੁੰਦਾ ਵੀ ਇਹ ਸਾਰੀਆਂ ਪਾਰਟੀਆਂ ਵਿੱਚ ਹੀ ਇਹੋ ਚੱਲੀ ਜਾਂਦਾ ਵੀ ਪਹਿਲਾਂ ਪਿਓ ਫਿਰ ਪੁੱਤ। ਇੱਥੇ ਦੇ ਵਾਂਗੂ ਡੈਮੋਕ੍ਰੇਸੀ ਸਾਡੇ ਹੈ ਨਹੀਂ, ਝੂਠ ਆ। ਇੱਥੇ ਅੱਜ ਇੱਕ ਪਾਰਟੀ ਦਾ ਲੀਡਰ ਹਾਰ ਜਾਂਦਾ, ਉਹਦੀ ਜੇਬ ਦੇ ਵਿੱਚ ਅਸਤੀਫਾ ਹੁੰਦਾ ਆ ਉਸ ਦਿਨ ਵੀ ਭਾਈ ਮੈਂ ਨਹੀਂ ਤੁਹਾਨੂੰ ਕਿਸੇ ਪਾਸੇ ਲਾ ਸਕਿਆ, ਹੁਣ ਤੁਸੀਂ ਆਪਣਾ ਲੀਡਰ ਹੋਰ ਚੁਣ ਲਓ। ਜੋ ਇਹ ਬਾਦਲ ਸਾਹਿਬ ਦਾ ਪਰਿਵਾਰ ਉੱਦਾਂ ਹੀ ਦੱਬੀ ਆਉਂਦਾ, ਅਤੇ ਇੱਧਰ ਵੀ ਇਸੇ ਤਰ੍ਹਾਂ ਹੀ ਦੱਬੀ ਗਏ ਆ ਵੀ ਬਹੁਤ ਸਾਰੇ ਸਿਆਣੇ ਬੰਦੇ ਇਸ ਪਾਰਟੀ ਦੇ ਵਿੱਚ ਆਏ ਔਰ ਉਹ ਮੁੜ ਕੇ ਨਿਰਾਸ਼ ਹੋ ਕੇ ਬਾਹਰ ਚਲੇ ਗਏ। ਸੋ ਡੈਮੋਕ੍ਰੇਸੀ ਉਹ ਹੁੰਦੀ ਆ ਜਿੱਥੇ ਸਾਰਿਆਂ ਦੀ ਗੱਲ ਨੂੰ ਸੁਣਿਆ ਜਾਵੇ। ਸੋ ਬੋਲਦਿਆਂ ਕੋਈ ਭੁੱਲ ਹੋ ਗਈ ਹੋਵੇ, ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਵਾਂ, ਮਾਫੀ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਭਾਈ ਰਣਧੀਰ ਸਿੰਘ ਜੀ ਹੁਣੀ। ਸੋ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ। ਸੋ ਮੈਂ ਬੇਨਤੀ ਕਰੂੰਗਾ ਭਾਈ ਦਿਆ ਸਿੰਘ ਹੁਣੀ ਜੇ ਇੱਥੇ ਲਾਗੇ ਹੈਗੇ ਤੇ ਉਹ ਆ ਜਾਣ, ਸਾਰਿਆਂ ਦਾ ਜਿਹੜਾ ਉਹ ਧੰਨਵਾਦ ਕਰਦੇ ਨੇ। ਮੇਰਾ ਖਿਆਲ ਫੋਨ ਆ ਗਿਆ, ਥੱਲੇ ਚਲੇ ਗਏ। ਸੋ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਮੁੱਖ ਸੇਵਾਦਾਰ ਗੁਰੂ ਹਰਿਰਾਏ ਸਾਹਿਬ ਗੁਰਦੁਆਰਾ ਵੈਸਟ ਬਰੋਮ ਵਿੱਚ ਇੱਥੇ ਪਹੁੰਚੇ ਨੇ, ਸਾਰਿਆਂ ਦਾ ਗੁਰਦੁਆਰਾ ਪ੍ਰਬੰਧ ਵੱਲੋਂ ਬਹੁਤ ਜਿਹੜਾ ਉਹ ਧੰਨਵਾਦ। ਅਤੇ ਇਹ ਜਿਹੜਾ ਸਾਰਾ ਪ੍ਰੋਗਰਾਮ ਆ ਸੰਗਤ ਟੀਵੀ ਦੇ ਉੱਤੇ ਅਤੇ ਵਾਜੇਕੌਮ ਟੀਵੀ ਦੇ ਉੱਪਰ ਜਿਹੜਾ ਹੈ ਉਹ ਦਿਖਾਇਆ ਜਾਵੇਗਾ। ਅਤੇ ਉਸ ਦੇ ਨਾਲ ਹੀ ਕਿਉਂਕਿ ਦਾਸ ਕਿਸੇ ਗੁਰੂ ਘਰ ਦਾ ਨੁਮਾਇੰਦਾ ਨਹੀਂ, ਪਰ ਭਾਈ ਦਿਆ ਸਿੰਘ ਹੁਣਾਂ ਦਾ ਹੁਕਮ ਹੋਇਆ ਸੀ ਸਟੇਜ ਦੀ ਕਾਰਵਾਈ ਨਿਭਾਉਣ ਵਾਸਤੇ, ਅਤੇ ਆਪ ਜੀ ਦੀ ਹਾਜ਼ਰੀ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ। ਸੋ ਮੈਂ ਬੇਨਤੀ ਕਰੂੰਗਾ ਭਾਈ ਦਿਆ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਵੈਸਟ ਬਰੋਮ ਜਿੱਥੇ ਅੱਜ ਦੀ ਇਹ ਮੀਟਿੰਗ ਹੋ ਰਹੀ ਆ, ਉਹ ਸੰਗਤਾਂ ਦਾ ਧੰਨਵਾਦ ਕਰਨਗੇ, ਸਾਰੇ ਨੁਮਾਇੰਦਿਆਂ ਦਾ ਧੰਨਵਾਦ ਕਰਨਗੇ ਅਤੇ ਆਪਣੇ ਵਿਚਾਰ ਰੱਖਣਗੇ। ਭਾਈ ਦਿਆ ਸਿੰਘ ਜੀ। ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਦੇ ਸਮੂਹ ਪ੍ਰਬੰਧ ਵੱਲੋਂ ਅਤੇ ਸੰਗਤਾਂ ਵੱਲੋਂ ਸਾਰੇ ਹੀ ਆਏ ਹੋਏ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਇਹ ਦਰਦ ਆਪਣੇ ਦਿਲ ਵਿੱਚ ਲੈ ਕੇ ਇੱਥੇ ਪਹੁੰਚੇ ਹੋ। ਕਿਉਂਕਿ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਬਿਆਨ ਦਿੱਤਾ, ਉਸ ਦੇ ਨਾਲ ਸਾਰੇ ਹੀ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਇੱਕ ਬਹੁਤ ਘਟੀਆ ਬਿਆਨ ਸੀ ਇਹੋ। ਦਿਲ ਦੇ ਵਿੱਚੋਂ ਗੱਲਾਂ ਉਹੋ ਹੀ ਨਿਕਲਦੀਆਂ ਹਨ ਜੋ ਸਾਡੇ ਦਿਲ ਦੇ ਅੰਦਰ ਹੁੰਦੀਆਂ ਹਨ। ਮੀਡੀਆ ਦੇ ਉੱਤੇ ਤਾਂ ਇਲਜ਼ਾਮ ਹੀ ਲਾਇਆ ਜਾਂਦਾ ਕਿ ਉਹਨਾਂ ਨੇ ਕਢਾ ਲਈ, ਜੇ ਦਿਲ ਦੇ ਵਿੱਚ ਨਾ ਹੁੰਦੀ ਤਾਂ ਮੂੰਹ 'ਚੋਂ ਨਿਕਲਣੀ ਨਹੀਂ ਸੀ। ਜੇਕਰ ਉਹਨਾਂ ਨੇ ਕਹਿ ਦਿੱਤਾ ਸੀ ਤਾਂ ਮੁੜ ਕੇ ਮੁੰਡਾ ਉਹਨੂੰ ਪੱਕੀ ਕਰਨ ਗਿਆ ਸ਼੍ਰੋਮਣੀ ਕਮੇਟੀ ਦੇ ਕੋਲ ਆਪਣਾ ਜਥਾ ਲੈ ਕੇ ਕਿ ਉਹਨਾਂ ਦੀ ਫੋਟੋ ਉੱਥੋਂ ਉਤਾਰੀ ਜਾਵੇ। ਇਹ ਕੋਈ ਮੂੰਹ 'ਚੋਂ ਨਿਕਲੀਆਂ ਹੋਈਆਂ ਗੱਲਾਂ ਨਹੀਂ, ਇਹ ਸਾਰਾ ਕੁਛ ਜਾਣ ਬੁੱਝ ਕੇ ਹੀ ਕੀਤਾ ਗਿਆ ਹੈ। ਅਸੀਂ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਦੇ ਸਮੂਹ ਪ੍ਰਬੰਧ ਅਤੇ ਸੰਗਤਾਂ ਵੱਲੋਂ ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਹਦੀ ਵਿਰੋਧਤਾ ਹੀ ਕਰਨੀ ਚਾਹੀਦੀ ਹੈ। ਇਹ ਕੋਈ ਵਧੀਆ ਗੱਲ ਨਹੀਂ ਹੈ। ਸੰਗਤਾਂ ਨੇ ਤਾਂ ਉਹਨਾਂ ਨੂੰ ਮਾਣ ਦਿੱਤਾ ਸੀ, ਹਮੇਸ਼ਾ ਹੀ ਸੰਗਤਾਂ ਮਾਣ ਦਿੰਦੀਆਂ ਹਨ, ਪਰ ਉਹਨਾਂ ਕੋਲ ਸੰਭਿਆ ਹੀ ਨਹੀਂ ਰਹਿੰਦਾ। ਕਿਉਂਕਿ ਥੋੜ੍ਹੇ ਚਿਰ ਬਾਅਦ ਸਮਾਂ ਪਾ ਕੇ ਹਮੇਸ਼ਾ ਹੀ ਪੁੱਠੇ ਸਿੱਧੇ ਬਿਆਨ ਹੀ ਦਿੰਦੇ ਹਨ, ਜਿਹਦੇ ਨਾਲ ਸੰਗਤਾਂ ਗੁੰਮਰਾਹ ਹੁੰਦੀਆਂ ਹਨ। ਇਸ ਬਿਆਨ ਦੇ ਨਾਲ ਜੋ ਉਹਨਾਂ ਨੇ ਹੁਣ ਦਿੱਤਾ ਹੈ ਸ਼ਹੀਦ ਭਗਤ ਸਿੰਘ ਜੀ ਹੁਣਾਂ ਦੇ ਉੱਤੇ, ਇੱਕ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਲਾ ਕੰਮ ਕੀਤਾ ਹੈ ਕਿ ਸਿੱਖ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਹੀ ਨਹੀਂ ਮੰਨਦੇ। ਉਹ ਇੱਕ ਸਿੱਖੀ ਸੋਚ ਵਾਲਾ ਨਹੀਂ ਸੀ, ਬਹੁਤ ਸਿੱਖਾਂ ਤੋਂ ਦੂਰ ਖੜਨ ਵਾਲਾ ਕੰਮ ਕੀਤਾ ਹੈ। ਕਿਉਂਕਿ ਉਹ ਤਾਂ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਇਹ ਸਿੱਖ ਨਹੀਂ ਸੀ, ਪਰ ਅਸੀਂ ਤਾਂ ਉਹਨੂੰ ਆਪਣਾ ਸਿੱਖ ਮੰਨਦੇ ਸੀ ਨਾ, ਕਿਉਂਕਿ ਸਿੱਖ ਪਰਿਵਾਰ ਦੇ ਵਿੱਚੋਂ ਸੀ। ਫਾਂਸੀ ਲੱਗਣ ਤੋਂ ਪਹਿਲਾਂ ਥੋੜ੍ਹਾ ਸਮਾਂ ਉਹ ਸਿੱਖੀ ਦੇ ਵਿੱਚ ਵੀ ਆ ਗਿਆ ਸੀ
ਸੋ ਇਹੋ ਜਿਹਾ ਬਿਆਨ ਇਹਨਾਂ ਨੂੰ ਨਹੀਂ ਦੇਣੇ ਚਾਹੀਦੇ। ਇਹਨਾਂ ਨੂੰ ਬਿਆਨ ਕੋਈ ਸਿੱਖਾਂ ਦੇ ਵਾਸਤੇ, ਕੋਈ ਕੌਮ ਦੀ ਚੜ੍ਹਦੀ ਕਲਾ ਵਾਸਤੇ ਗੱਲਾਂ ਕਰਨੀਆਂ ਚਾਹੀਦੀਆਂ ਹਨ, ਨਾ ਕਿ ਇੱਦਾਂ ਦੇ ਬਿਆਨ ਦੇ ਕੇ ਸਾਡੇ ਜਦੋਂ ਅਸੀਂ ਪਰਿਵਾਰਾਂ ਵਿੱਚ ਬੈਠੇ ਹਾਂ, ਜਥੇਬੰਦੀਆਂ ਵਿੱਚ ਹਾਂ, ਗੁਰੂ ਘਰਾਂ ਵਿੱਚ ਹਾਂ, ਕੋਈ ਇਹਨਾਂ ਦੇ ਹੱਕ ਵਿੱਚ ਹੁੰਦਾ ਹੈ ਅਤੇ ਕੋਈ ਵਿਰੋਧ ਵਿੱਚ ਹੁੰਦਾ ਹੈ, ਸਾਡਾ ਆਪਸ ਵਿੱਚ ਹੀ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ ਹਨ। ਸੋ ਅਸੀਂ ਤਾਂ ਇਹੋ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰ ਇਹਨਾਂ ਨੂੰ ਬੁੱਧੀ ਬਖਸ਼ਣ, ਸੋਝੀ ਬਖਸ਼ਣ ਕਿ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੋਈ ਕੰਮ ਕਰਨ, ਇੱਦਾਂ ਦੇ ਬਿਆਨਾਂ ਤੋਂ ਗੁਰੇਜ਼ ਕਰਿਆ ਕਰਨ। ਸੋ ਦਾਸ ਫਿਰ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ। ਸਾਰਿਆਂ ਨੂੰ ਸਿੰਘਾਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਕਾ ਲੰਗਰ ਤਿਆਰ ਹੈ, ਛਕ ਕੇ ਜਾਣਾ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਦਿਆਲ ਸਿੰਘ ਜੀ, ਮੁੱਖ ਸੇਵਾਦਾਰ ਗੁਰੂ ਹਰਿ ਸਾਹਿਬ ਗੁਰਦੁਆਰਾ ਵੈਸਟ ਬ੍ਰਹਮ ਤੋਂ। ਸੋ ਸਾਰੇ ਹੀ ਗੁਰੂ ਘਰ ਦੇ ਨੁਮਾਇੰਦਿਆਂ ਦਾ, ਸੰਗਤ ਟੀਵੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੁਲਵਰਹੈਂਪਟਨ ਅਤੇ ਬਰਮਿੰਘਮ ਵੈਸਟ ਬ੍ਰਹਮ ਦੇ ਗੁਰਦੁਆਰੇ ਇਕੱਠੇ ਹੋ ਕੇ ਜੋ ਕਿ ਸਿਮਰਨਜੀਤ ਸਿੰਘ ਮਾਨ ਨੇ ਤੇ ਉਹਦੇ ਸਪੁੱਤਰ ਨੇ ਬਿਆਨ ਦਿੱਤਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਜੋ ਅਜਾਇਬ ਘਰ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੱਗੀ ਹੈ, ਉਸ ਨੂੰ ਉਤਾਰਿਆ ਜਾਵੇ। ਇਸ ਗੱਲ ਲਈ ਸਮੁੱਚੇ ਗੁਰਦੁਆਰਿਆਂ ਦੇ ਪ੍ਰਬੰਧਕ ਇਕੱਠੇ ਹੋਏ, ਜਿਹੜੇ ਕਿ ਇਸ ਗੱਲ ਦੀ ਵਿਰੋਧਤਾ ਕਰਦੇ ਤੇ ਕੰਡੈਮ ਕਰਦੇ। ਉਹਦਾ ਬੜਾ ਨਿੰਦਣਯੋਗ ਬਿਆਨ ਹੈ। ਅਸੀਂ ਉਹਨੂੰ ਸਾਰੇ ਹੀ ਨਿਮਰਤਾ ਸਹਿਤ ਇਹ ਬੇਨਤੀ ਕਰਦੇ ਕਿ ਉਹ ਇਸ ਬਿਆਨ ਨੂੰ ਲਿਖਤੀ ਰੂਪ ਵਿੱਚ ਵਾਪਸ ਲਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਵਾਦ ਨਾ ਫੈਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।